ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀਆਂ ਨੂੰ ਤੁਹਾਨੂੰ ਖਬਰਸਾਰ ਬਿਹਾਈਂਡ ਦਾ ਨਿਊਜ਼। ਮੇਰਾ ਤੁਹਾਡੇ ਨਾਲ ਸਾਥ ਹਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਹੁੰਦਾ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਵੀਕ ਦੇ 4 ਦਿਨ ਮੇਰੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਆਉਂਦੇ ਨੇ। ਸ਼ੋਅ ਦੇ ਵਿੱਚ ਬਹੁਤ ਹੀ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ। ਸਾਰੇ ਹੀ ਸਪਾਂਸਰ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਸੀਂ ਹਮੇਸ਼ਾ ਹੀ ਸਾਂਝਾ ਟੀਵੀ ਦਾ ਸਾਥ ਦਿੰਦੇ ਹੋ, ਫੀਡਬੈਕ ਦਿੰਦੇ ਹੋ, ਤੁਹਾਨੂੰ ਸ਼ੋਅ ਪਸੰਦ ਆ ਰਹੇ ਨੇ। ਸੋ ਅੱਜ ਦੇ ਸ਼ੋਅ ਦੇ ਵਿੱਚ ਵੀ ਅਸੀਂ ਤੁਹਾਡੀਆਂ ਲਾਈਵ ਕਾਲਸ ਨਹੀਂ ਲੈ ਸਕਾਂਗੇ, ਸੋ ਇਸ ਦੀ ਮੈਂ ਪਹਿਲਾਂ ਹੀ ਤੁਹਾਡੇ ਤੋਂ ਮਾਫੀ ਮੰਗ ਲੈਂਦੀ ਹਾਂ ਕਿਉਂਕਿ ਅੱਜ ਇੱਕ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਤੇ ਸਾਡੇ ਨਾਲ ਖਾਸ ਤੌਰ ਤੇ ਮਹਿਮਾਨ ਵੀ ਸ਼ਾਮਲ ਹੋਣਗੇ। ਸੋ ਇਸ ਕਰਕੇ ਅਸੀਂ ਤੁਹਾਡੀਆਂ ਕਾਲਸ ਨਹੀਂ ਲੈ ਸਕਦੇ, ਇਸ ਦੇ ਲਈ ਮਾਫੀ ਚਾਹੁੰਦੇ ਹਾਂ। ਸੋ ਆਓ ਜੀ ਆਇਆਂ ਕਰਦੇ ਹਾਂ ਅਸੀਂ ਕੁਲਦੀਪ ਸਿੰਘ ਹੁਣਾਂ ਨੂੰ ਤੇ ਅੱਜ ਦਾ ਸ਼ੋਅ ਜਿਹੜਾ ਖਾਸ ਆ ਤੁਹਾਡੇ ਲਈ ਤੇ ਤੁਸੀਂ ਵੀ ਜ਼ਰੂਰ ਇਸ ਨੂੰ ਸੁਣੋ, ਪਰ ਅਸੀਂ ਲਾਈਵ ਨਹੀਂ ਤੁਹਾਡੇ ਵਿਊ ਲੈ ਸਕਦੇ। ਸੋ ਕੁਲਦੀਪ ਸਿੰਘ ਜੀ ਜੀਆਂ ਨੂੰ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇਖ ਰਹੇ ਖਬਰਸਾਰ ਦੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਬਹੁਤੀ ਵਾਰੀ ਲੋਕੀ ਇਸ ਗੱਲ ਦਾ ਇਤਰਾਜ਼ ਕਰਦੇ ਆ ਕਿ ਉਹ ਕਿਉਂ ਨਹੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ, ਪਰ ਕਈ ਵਾਰੀ ਗੱਲ ਹੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਉਹ ਬਹੁਤ ਜ਼ਰੂਰੀ ਗੱਲਾਂ ਹੁੰਦੀਆਂ ਸਾਡੀਆਂ ਕਰਨੀਆਂ। ਅਸੀਂ ਚਾਹੁੰਦੇ ਹਾਂ ਕਿ ਸਾਰੇ ਪਰਿਵਾਰ ਬੈਠ ਕੇ ਉਹਨਾਂ ਗੱਲਾਂ ਨੂੰ ਜਾਣ ਸਕਣ, ਉਹਨਾਂ ਦੀ ਤਹਿ ਤੱਕ ਪਹੁੰਚ ਸਕਣ। ਸੋ ਅੱਜ ਇੱਕ ਬਹੁਤ ਹੀ ਖਾਸ ਸਾਡੇ ਸਤਿਕਾਰਯੋਗ ਭੈਣ ਜੀ ਸਾਡੇ ਨਾਲ ਸ਼ਾਮਲ ਹੋ ਰਹੇ ਆ। ਸੋ ਮੈਂ ਚਾਹੂੰਗੀ ਤੁਸੀਂ ਉਹਨਾਂ ਦੇ ਬਾਰੇ ਜ਼ਰੂਰ ਇੰਟਰੋਡਕਸ਼ਨ ਦਿਓ ਜੀ। ਅਸਲ 'ਚ ਇੱਦਾਂ ਹੁੰਦਾ ਹੈ ਕਿ ਜਦੋਂ ਗੱਲਬਾਤ ਕਰੀਦੀ ਹੈ, ਕਈ ਵਾਰੀ ਗੱਲ ਇੰਨੀ ਕੁ ਜ਼ਰੂਰੀ ਹੁੰਦੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਸਤਿਕਾਰਯੋਗ ਦਰਸ਼ਕ ਨੇ ਦੁਨੀਆ ਭਰ ਦੇ ਵਿੱਚ ਸਾਨੂੰ ਵਾਚ ਕਰ ਰਹੇ ਨੇ, ਭਾਵੇਂ ਉਹ YouTube ਚੈਨਲ 'ਤੇ ਨੇ, ਭਾਵੇਂ ਉਹ Facebook 'ਤੇ ਨੇ ਜਾਂ ਸਾਂਝਾ ਟੀਵੀ ਦੇ ਉੱਤੇ ਜਿਹੜੇ ਅਲੱਗ-ਅਲੱਗ ਚੈਨਲ ਨੇ ਦੁਨੀਆ ਭਰ ਦੇ ਵਿੱਚ ਵੇਖੇ ਜਾਂਦੇ ਨੇ, ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਉਹ ਆਪ ਨਾਲ ਪਾਰਟਿਸਿਪੇਟ ਕਰਨ। ਪਰ ਕਈ ਵਾਰੀ ਗੱਲ ਇੰਨੀ ਕੁ ਜ਼ਰੂਰੀ ਹੁੰਦੀ ਹੈ ਕਿ ਜਿਹੜੇ ਖਾਸ ਮਹਿਮਾਨ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਆ, ਅਸੀਂ ਉਹਨਾਂ ਦੀ ਪੂਰੀ ਗੱਲਬਾਤ ਸੁਣ ਸਕੀਏ ਜੀ। ਬਿਲਕੁਲ। ਅੱਜ ਕੱਲ੍ਹ ਪੰਜਾਬ ਦੇ ਵਿੱਚ, ਮੈਂ ਸਿਰਫ ਪੰਜਾਬ ਦੀ ਗੱਲਬਾਤ ਕਰਾਂਗਾ, ਪੰਜਾਬ ਦੇ ਵਿੱਚ ਬਹੁਤ ਵੱਡੀ ਚਰਚਾ ਕਿਸਾਨ ਅੰਦੋਲਨ ਤੋਂ ਕੁਝ ਸਮਾਂ ਪਹਿਲਾਂ ਸ਼ੁਰੂ ਹੋਈ ਸੀ। ਉਹ ਚਰਚਾ ਇਹ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਨੇ ਜਿਹੜੇ ਸਾਡੇ ਸਰੀ ਸ਼ਹਿਰ ਦੇ ਵਿੱਚ ਛਪਣੇ ਸ਼ੁਰੂ ਹੋ ਗਏ। ਅਚਨਚੇਤ ਜਦੋਂ ਪਤਾ ਲੱਗਾ ਇਹ ਕੀ ਹੋਇਆ, ਫਿਰ ਸਾਰੀ ਇਨਕੁਆਰੀ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਸਤਨਾਮ ਐਜੂਕੇਸ਼ਨ ਟਰਸਟ ਵੱਲੋਂ, ਜਿਹਦੇ ਮਾਲਕ ਸਰਦਾਰ ਰਿਪੁਦਮਨ ਸਿੰਘ ਮਲਿਕ ਨੇ ਜੀ, ਬਿਲਕੁਲ, ਉਹਨਾਂ ਵੱਲੋਂ ਇੱਕ ਪ੍ਰੈਸ ਲਾਈ ਗਈ। ਪ੍ਰੈਸ ਲਾ ਕੇ ਬਕਾਇਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਛਾਪੇ ਗਏ ਔਰ ਉਹਨਾਂ ਸਰੂਪਾਂ ਦੇ ਵਿੱਚ ਜਦੋਂ ਪਤਾ ਲੱਗਾ ਕਿ ਕੁਝ ਗਲਤੀਆਂ ਨੇ, ਉਹਨਾਂ ਨੇ ਕੁਝ ਸਰੂਪ ਅਗਨ ਭੇਟ ਕਰ ਦਿੱਤੇ ਤੇ ਕੁਝ ਸਰੂਪ ਜਿੱਥੇ ਅੱਜ ਮੈਨੂੰ ਪਤਾ ਲੱਗ ਰਿਹਾ ਅੱਜ ਦੀ ਤਰੀਕ ਦੇ ਵਿੱਚ ਕਿ ਉਹ ਅਮਰੀਕਾ 'ਚ ਵੀ ਗਏ ਨੇ। ਜਿੱਥੇ ਤੱਕ ਮੈਨੂੰ ਪਤਾ ਲੱਗਾ, ਹੋ ਸਕਦਾ ਪਹਿਲੇ ਸਰੂਪ ਵੀ ਹੋਣ ਜਿਹੜੇ ਪਹਿਲਾਂ ਇੱਕ ਵਾਰੀ ਕੰਟੇਨਰ ਆਇਆ ਸੀ, ਹੋ ਸਕਦਾ ਉਹਨਾਂ ਦੇ ਵਿੱਚ ਹੋਣ। ਜਦੋਂ ਗੱਲਬਾਤ ਮੀਡੀਆ ਦੇ ਵਿੱਚ ਪਤਾ ਲੱਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਵੀ ਪਹੁੰਚੀ, ਅਕਾਲ ਤਖਤ ਸਾਹਿਬ ਤੱਕ ਵੀ ਪਹੁੰਚੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਚਰਚਾ ਛਿੜ ਰਹੀ ਸੀ, ਡਾਕਟਰ ਰੂਪ ਸਿੰਘ ਜਿਹੜੇ ਜਨਰਲ ਸਕੱਤਰ ਨੇ ਉੱਥੇ ਦੇ, ਉਹ ਕੈਨੇਡਾ ਦੀ ਫੇਰੀ ਤੇ ਸਨ। ਬਸ ਫਿਰ ਕਾਫੀ ਕੁਛ ਸ਼ੱਕੀ ਜਿਹਾ ਨਜ਼ਰ ਹੋਣ ਲੱਗ ਪਿਆ ਤੇ ਇਹ ਗੱਲ ਅਕਾਲ ਤਖਤ ਸਾਹਿਬ ਕੋਲ ਪਹੁੰਚਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੁਇਕ ਐਕਸ਼ਨ ਲਿਆ ਤੇ ਨਾਲ ਦੀ ਨਾਲ ਕੁਝ ਘੰਟਿਆਂ ਦੇ ਵਿੱਚ ਹੀ ਉਹਦੇ ਉੱਤੇ ਰੋਕ ਲਾ ਦਿੱਤੀ ਕਿ ਇਹਨਾਂ ਬੀੜਾਂ ਨੂੰ ਅੱਗੇ ਤੋਂ ਬਾਅਦ ਨਹੀਂ ਛਾਪਿਆ ਜਾਏਗਾ ਤੇ ਸਾਰੀ ਸਮੱਗਰੀ ਬੀੜਾਂ ਸਮੇਤ ਗੁਰੂ ਨਾਨਕ ਸੇ ਗੁਰਦੁਆਰਾ ਨੂੰ ਦਿੱਤੀਆਂ ਜਾਣ। ਔਰ ਤੁਸੀਂ ਇੱਕ ਗੱਲ ਸ਼ਾਇਦ ਤੁਸੀਂ ਵੀ ਗਵਾਹ ਹੋ ਕਿ ਪਹਿਲੀ ਵਾਰੀ ਕੁਝ ਇਹੋ ਜਿਹਾ ਹੋਇਆ ਕਿ ਕੋਈ ਹੁਕਮਨਾਮਾ ਆਇਆ ਹੋਵੇ ਤੇ ਉਹਦੇ ਤੇ ਕੁਝ ਘੰਟਿਆਂ ਦੇ ਵਿੱਚ ਹੀ ਅਮਲ ਜਿਹੜਾ ਕਰ ਲਿਆ ਗਿਆ। ਬਿਲਕੁਲ ਜੀ, ਮੈਂ ਉਧਰ ਵੀ ਆਵਾਂਗਾ। ਇਹ ਗੱਲ ਅਜੇ ਚਰਚਾ ਦੇ ਵਿੱਚ ਚੱਲ ਹੀ ਰਹੀ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਗੁਰਦੁਆਰਾ ਰਾਮਸਰ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਭਵਨ ਹੈ, ਜਿੱਥੇ ਆਫਸੈਟ ਪ੍ਰਿੰਟਿੰਗ ਪ੍ਰੈਸ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਛਾਪੇ ਜਾਂਦੇ ਆ। ਉਸ ਪ੍ਰਿੰਟਿੰਗ ਪ੍ਰੈਸ ਦੇ ਜਿਹੜੇ ਸਹਾਇਕ ਸਨ, ਜਦੋਂ ਰਿਟਾਇਰ ਹੁੰਦੇ ਨੇ ਤੇ ਉਹਨਾਂ ਵੱਲੋਂ ਚਾਰਜ ਦੇਣ ਲੱਗਿਆ ਗੱਲ ਕਹੀ ਜਾਂਦੀ ਹੈ ਕਿ ਕੁਝ ਕੁ ਸਰੂਪ ਨੇ ਜਿਹੜੇ ਉਹ ਲਾਪਤਾ ਨੇ। ਬਰਗਾੜੀ ਕਾਂਡ, ਬੁਰਜਵਾਰ ਸਿੰਘ ਵਾਲਾ ਜਿਹੜਾ ਘਟਨਾ ਵਾਪਰੀ ਸੀ ਬਰਗਾੜੀ ਦੇ ਵਿੱਚ, ਇੱਕ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਜਦੋਂ ਸੜਕਾਂ ਦੇ ਉੱਤੇ, ਰੂੜੀਆਂ ਦੇ ਉੱਤੇ ਮਿਲੇ ਸਨ,
ਹਿਰਦੇ ਵਲੂੰਧਰੇ ਗਏ ਸਨ ਜੀ ਬਿਲਕੁਲ। ਵੀ ਆਹ ਕੀ ਹੋ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਤੇ ਸਰਕਾਰ ਵੀ ਉਸ ਵੇਲੇ ਪੰਥ ਦੀ ਹੋਵੇ ਤੇ ਉਹ ਨੋਟਿਸ ਲਾਣ ਪਿੰਡ ਦੇ ਵਿੱਚ ਕਿ ਕੱਲ ਤੋਂ ਬਾਅਦ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ, ਹਿੰਮਤ ਹੈ ਤਾਂ ਫੜ ਲਓ। ਪਰ ਹੋਇਆ, ਸਰਕਾਰਾਂ ਵੀ ਚੁੱਪ, ਸਿਸਟਮ ਵੀ ਚੁੱਪ। ਜੀ ਬਿਲਕੁਲ। ਹੁਣ 328 ਬਾਅਦ ਚ 400, ਹੁਣ ਪਤਾ ਲੱਗ ਰਿਹਾ 500 ਸਰੂਪ ਨੇ ਜਿਹੜੇ ਉਹ ਅਚਨਚੇਤ ਗੁਰੂ ਗ੍ਰੰਥ ਸਾਹਿਬ ਭਵਨ ਦੀ ਇਨਵੈਂਟੋਰੀ ਤੋਂ ਬਾਹਰ ਹੋ ਜਾਂਦੇ ਆ। ਉਹ ਗਏ ਕਿੱਥੇ? ਇਸ ਸੰਬੰਧ ਦੇ ਵਿੱਚ ਵਿਸ਼ੇਸ਼ ਇਜਲਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੁਲਾਇਆ ਜਾਂਦਾ ਹੈ। ਉਸ ਇਜਲਾਸ ਦੇ ਵਿੱਚ ਜਦੋਂ ਗੱਲਬਾਤ ਹੁੰਦੀ ਹੈ, ਇੱਕ ਨਿਧੜਕ, ਨਿਡਰ ਤੇ ਸੱਚ ਕਹਿਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਦੁਨੀਆ ਭਰ ਦੇ ਵਿੱਚ ਇੱਕ ਵਾਰੀ ਹਿਲਜੁਲ ਪੈਦਾ ਕਰ ਦਿੱਤੀ। ਜੀ ਮੈਨੂੰ ਯਾਦ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਂਦੀ ਹੈ 1920 ਦੇ ਵਿੱਚ, ਤੇ ਪਹਿਲਿਆਂ ਦੇ ਵਿੱਚ ਜਦੋਂ ਭਾਰਤ ਆਜ਼ਾਦ ਹੁੰਦਾ ਹੈ, ਉਹਨਾਂ ਦਿਨਾਂ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਮਾਸਟਰ ਤਾਰਾ ਸਿੰਘ ਉਹਨਾਂ ਦਾ। ਮਾਸਟਰ ਤਾਰਾ ਸਿੰਘ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੀ ਕੰਟਰੀਬਿਊਸ਼ਨ ਹੈ, ਜਿਹੜੀ ਦੇਣ ਹੈ ਉਸ ਪਰਿਵਾਰ ਦੀ, ਉਹ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀ ਆਈ। ਮਾਸਟਰ ਤਾਰਾ ਸਿੰਘ ਉਹਨਾਂ ਦੀ ਬੇਟੀ ਬੀਬੀ ਰਜਿੰਦਰ ਕੌਰ ਏਡੇ ਨਿਧੜਕ ਬੁਲਾਰੇ ਸਨ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਉਹਦੇ ਦਰਸ਼ਨ ਕੀਤੇ ਨੇ, ਮਿਲੇ ਨੇ। ਬਹੁਤ ਚੜ੍ਹਦੀਆਂ ਕਲਾਂ ਵਾਲੀ ਬੀਬੀ ਸੀ। ਜੀ ਬਿਲਕੁਲ। ਉਸੇ ਬੀਬੀ ਦੀ ਗਾਂ ਬੀਬੀ ਬੇਟੀ, ਯਾਨੀ ਕਿ 3 ਪੀੜ੍ਹੀਆਂ ਹੋ ਗਈਆਂ। 3 ਪੀੜ੍ਹੀਆਂ ਸ਼੍ਰੋਮਣੀ ਅਕਾਲੀ ਦਲ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੀਆਂ ਨੇ। ਤੀਸਰੀ ਪੀੜ੍ਹੀ ਹੈ ਬੀਬੀ ਕਿਰਨਜੋਤ ਕੌਰ। ਅੱਜ ਉਹਨਾਂ ਨਾਲ ਆਪਾਂ ਵਿਸ਼ੇਸ਼ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬੀਬੀ ਕਿਰਨਜੋਤ ਕੌਰ ਜੀ, ਅੱਜ ਦੇ ਖਬਰਸਾਰ ਪ੍ਰੋਗਰਾਮ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣ ਜੀ, ਤੁਸੀਂ ਆਪਣਾ ਸਮਾਂ ਕੱਢਿਆ ਜੀ। ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ ਤੁਹਾਡਾ ਕਿ ਤੁਸੀਂ ਕੀਮਤੀ ਸਮਾਂ ਸਾਨੂੰ ਦੇ ਰਹੇ ਹੋ ਜੀ। ਮਿਹਰਬਾਨੀ ਜੀ, ਇਨਵਾਈਟ ਕਰਨ ਲਈ ਬਹੁਤ ਮਿਹਰਬਾਨੀ। ਤੁਹਾਡੀ ਪਰਸੋਂ ਦੀ ਗੱਲਬਾਤ ਸੁਣ ਕੇ ਦੁਨੀਆ ਪਤਾ ਨਹੀਂ ਕਿੰਨੀ ਕਿਲ ਗਈ। ਸਿੱਖ ਜਿੱਥੇ ਜਿੱਥੇ ਬੈਠਾ ਸੀ, ਸਾਨੂੰ ਤਾਂ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਤੇ ਸਿਰਫ ਗੋਲਕ ਦਾ ਪ੍ਰਬੰਧ ਕਰਦੀ ਹੈ, ਪਰ ਤੁਹਾਡੀ ਗੱਲਬਾਤ ਨੇ ਦੱਸ ਦਿੱਤਾ ਗੋਲਕ ਦਾ ਨਹੀਂ, ਸਿਸਟਮ ਦਾ ਪ੍ਰਬੰਧ ਵੀ ਕਰਦੀ ਹੈ। ਸੱਚ ਬੋਲਣ ਵਾਲੇ, ਕਿਉਂਕਿ ਤੁਹਾਡੇ ਨਾਨਾ ਜੀ ਨੇ ਜਿਹੜੀ ਗੁਰਤੀ ਤੁਹਾਨੂੰ ਮਿਲੀ ਤੁਹਾਡੀ ਮਾਂ ਤੋਂ, ਨਾਨਾ ਜੀ ਤੋਂ, ਵੱਡਿਆਂ ਤੋਂ, ਵਡੇਰਿਆਂ ਤੋਂ, 3 ਪੁਸ਼ਤਾਂ ਤੋਂ ਲਗਾਤਾਰ ਸਿੱਖ ਇਤਿਹਾਸ ਨੂੰ ਜਦੋਂ ਅਸੀਂ ਪੜਚੋਲਦੇ ਹਾਂ ਤੇ ਤੁਹਾਡੇ ਪਰਿਵਾਰ ਦਾ ਜ਼ਿਕਰ ਆਉਂਦਾ ਹੈ। ਜਿਨ੍ਹਾਂ ਨੇ, ਮੈਂ ਜ਼ਿਕਰ ਕਰ ਰਿਹਾ ਸੀ, ਜਿਨ੍ਹਾਂ ਨੇ ਬੀਬੀ ਰਜਿੰਦਰ ਕੌਰ ਹੁਣਾਂ ਦੇ ਦਰਸ਼ਨ ਕੀਤੇ ਆ, ਜਿਹੜੇ ਉਹਨਾਂ ਨੂੰ ਮਿਲੇ ਆ, ਉਹਨਾਂ ਦੀ ਉਸ ਬੁਲੰਦ ਆਵਾਜ਼ ਤੇ ਨਿਧੜਕ ਆਵਾਜ਼ ਨੂੰ, ਉਹਨਾਂ ਦੀ ਸਪੀਚਾਂ ਸੁਣੀਆਂ ਨਾ, ਉਹਨਾਂ ਨੂੰ ਪਤਾ ਹੈ ਕਿ ਬੀਬੀ ਰਜਿੰਦਰ ਕੌਰ ਨੂੰ ਗੁਰਤੀ ਕਿਹਨਾਂ ਨੇ ਦਿੱਤੀ ਹੋਣੀ ਹੈ। ਤੇ ਉਸੇ ਬੀਬੀ ਵੱਲੋਂ ਦਿੱਤੀ ਹੋਈ ਗੁਰਤੀ ਹੈ ਜਿਹੜੀ, ਉਹ ਬੀਬੀ ਕਿਰਨਜੋਤ ਕੌਰ ਨੇ। ਕਿਰਨਜੋਤ ਜੀ, ਮੈਂ ਕਦੇ ਵੀ ਉਹ ਦਿਨ ਨਹੀਂ ਭੁੱਲ ਸਕਦਾ ਜਦੋਂ ਤੁਹਾਡੇ ਸਤਿਕਾਰਯੋਗ ਮਾਤਾ ਜੀ ਬੀਬੀ ਰਜਿੰਦਰ ਕੌਰ ਬਠਿੰਡੇ 4 ਰੋਜ਼ਾ ਕਾਨਫਰੰਸ ਸੀ ਆਲ ਇੰਡੀਆ ਸਿੱਖ ਫੈਡਰੇਸ਼ਨ ਵੱਲੋਂ ਹਰਵਿੰਦਰ ਸਿੰਘ ਖਾਲਸਾ ਕੁੱਕੂ, ਅਸੀਂ ਕੁੱਕੂ ਕਹਿੰਦੇ ਸਾਂ ਉਹਨਾਂ ਦੇ ਨੇ, ਕਿਉਂਕਿ ਸਾਡੇ ਸਾਥੀ ਸਨ, ਜ਼ਿਆਦਾ ਕਰਕੇ ਕੁੱਕੂ ਕਰਕੇ ਉਹਨਾਂ ਨੂੰ ਅਸੀਂ ਜਾਣਦੇ ਸਾਂ। ਹਰਵਿੰਦਰ ਸਿੰਘ ਖਾਲਸਾ, ਉਹ ਜੋ ਜੇਲ੍ਹ ਦੇ ਵਿੱਚੋਂ ਬਾਹਰ ਆਏ ਸਨ ਤੇ ਬੜੀ ਵੱਡੀ 4 ਰੋਜ਼ਾ ਕਾਨਫਰੰਸ ਕਰਵਾਈ ਸੀ, ਜਿਹਦੇ 'ਚ ਮੇਰਾ ਖਿਆਲ ਹੈ ਬਈ ਪੂਰੇ ਭਾਰਤ ਤੋਂ ਸਾਰੇ ਵੱਡੇ ਲੀਡਰ ਪਹੁੰਚੇ ਸਨ। ਤੇ ਆਖਰੀ ਜਿਸ ਦਿਨ ਪ੍ਰੋਗਰਾਮ ਸੀ ਸਮਾਪਤੀ ਵਾਲਾ, ਖਾਲਸਾ ਸਕੂਲ ਬਠਿੰਡੇ ਦੇ ਵਿੱਚ ਸਮਾਗਮ ਹੋ ਰਿਹਾ ਸੀ। ਕੁਝ ਸਿੰਘ ਸਭਾ ਬਠਿੰਡੇ ਦੇ ਵਿੱਚ ਹੋਏ ਸਨ ਸਮਾਗਮ, ਕੁਝ ਖਾਲਸਾ ਸਕੂਲ ਦੇ ਵਿੱਚ। ਸਾਡੀ ਖਾਲਸਾ ਸੇਵਕ ਦਲ ਵੱਲੋਂ ਜਿਹੜੀ ਡਿਊਟੀ ਸੀ ਉਹ ਵੀ ਨਾਲ ਲੱਗੀ ਹੋਈ ਸੀ। ਤੇ ਉਦੋਂ ਬਕਾਇਦਾ ਜਦੋਂ ਤੁਹਾਡੇ ਸਤਿਕਾਰਯੋਗ ਮਾਤਾ ਜੀ ਸਟੇਜ ਦੇ ਉੱਤੋਂ ਇੱਕ ਨਿਧੜਕ ਸਪੀਚ ਕਰਕੇ ਆਏ ਸਨ ਕਿ ਦਰਬਾਰ ਸਾਹਿਬ 1984 ਦੇ ਹਮਲੇ ਤੋਂ ਬਾਅਦ ਕਿਵੇਂ ਕਿਵੇਂ ਸਾਡੇ ਨਾਲ ਬੀਤਿਆ। ਜਿੰਨੀ ਵੱਡੀ ਗੱਲ ਬਣ ਕੇ ਸਾਡਾ ਦੁਨੀਆ ਭਰ ਦੇ ਵਿੱਚ ਸਿਰ ਨੀਵਾ ਹੋਇਆ।
ਜਿਹੜਾ ਦਫ਼ਤਰ ਦਾ ਪ੍ਰਬੰਧਕੀ ਮਸਲਾ ਸੀ, ਜਿਹੜਾ ਦਫ਼ਤਰ ਨੇ ਹੱਲ ਕਰਨਾ ਸੀ, ਜਿਹੜਾ ਤੁਸੀਂ ਹੱਲ ਕਰਨਾ ਸੀ, ਤੁਸੀਂ ਸਾਰੀ ਕੌਮ ਦਾ ਸਿਰ ਨੀਵਾ ਕਰਤਾ। ਅੱਜ ਅਸੀਂ ਸ਼੍ਰੋਮਣੀ ਕਮੇਟੀ ਮੈਂਬਰ ਚੁੱਪ ਕਰੋ ਔਰ ਚਾਵਲਾ ਚੁੱਪ ਕਰ ਤੂੰ। ਜਿਹੜੀ ਸੱਚਾਈ ਹੈ ਉਹ ਸੱਚਾਈ ਰਹੇਗੀ, ਸੁਣਨ ਦਾ ਜਿਗਰਾ ਨਹੀਂ ਰੱਖਦੇ ਤੇ ਪਰੇ ਹੋ ਜਾਓ। ਇਸ ਲਈ ਹੁਣ ਜ਼ਰੂਰਤ ਹੈ। ਉਹਨਾਂ ਦੀ ਸਪੀਚ ਸੁਣਨ ਤੋਂ ਬਾਅਦ ਮੇਰੇ ਇੱਕ ਦੋਸਤ ਨੇ ਗੁਣਿਆਣਾ ਮੰਡੀ ਤੋਂ, ਉਹਨਾਂ ਦੇ ਚਾਚਾ ਜੀ ਸੀ ਬਲਦੇਵ ਸਿੰਘ ਖੋਖਰ, ਜਿਹੜੇ ਸਾਡੇ ਬਠਿੰਡੇ ਦੇ ਬੜੇ ਨਾਮਾਵਰ ਵਕੀਲ ਸਨ। ਉਸ ਵਕੀਲ ਦੇ ਕੋਲ ਠਹਿਰੇ ਸਨ। ਉਹਨਾਂ ਦੇ ਨਾਲ ਉਹਨਾਂ ਦੀ ਗੱਡੀ ਦੇ ਵਿੱਚ ਜਦੋਂ ਵਾਪਸੀ ਜੋੜੇਖਾਨੇ ਦੇ ਲਾਗੇ ਤੁਹਾਡੇ ਮਾਤਾ ਜੀ ਬਲਦੇਵ ਸਿੰਘ ਖੋਖਰ ਵਕੀਲ ਤੇ ਕੁਝ ਹੋਰ ਸਿੰਘ ਸਨ ਤੇ ਅਸੀਂ ਕੁਝ ਕਦਮ ਉਹਨਾਂ ਦੇ ਨਾਲ ਪਿੱਛੇ ਸਾਂ ਤੇ ਗੱਡੀ ਦੇ ਲਾਗੇ ਜੇ ਪਹੁੰਚਣ ਹੀ ਲੱਗੇ ਸਾਂ, ਦੋ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ, ਨਾਲ ਦੀ ਨਾਲ ਉਹਨਾਂ ਨੇ ਗੰਨਾਂ ਕੱਢੀਆਂ ਤੇ ਤਾੜ ਗੋਲੀਆਂ ਦੀ ਵਰਸ਼ਾ ਕਰ ਦਿੱਤੀ। ਔਰ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਸੀਨ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਭੁੱਲ ਨਹੀਂ ਸਕਦਾ। ਜਿਹੜੀ ਬੀਬੀ ਰਜਿੰਦਰ ਕੌਰ ਨੂੰ ਕੁਝ ਪਲ ਪਹਿਲਾਂ ਮੈਂ ਇਹਨਾਂ ਅੱਖਾਂ ਦੇ ਨਾਲ ਵੇਖਿਆ, ਕੰਨਾਂ ਦੇ ਨਾਲ ਸੁਣਿਆ, ਕੁਝ ਕਦਮ ਉਹਨਾਂ ਦੇ ਫਾਸਲੇ ਤੋਂ ਸਾਂ ਤੇ ਮੇਰਾ ਮਨ ਇੱਕਦਮ ਪਸੀਜ ਗਿਆ ਵੀ ਆਹ ਕੀ ਹੋ ਗਿਆ। ਔਰ ਤਾੜ ਕਰਦੀਆਂ ਗੋਲੀਆਂ ਤੋਂ ਬਾਅਦ ਉਹ ਵਿਅਕਤੀ ਲਾਈਨਾਂ ਦੇ ਵਿੱਚੋਂ ਭੱਜਦੇ ਹੋਏ ਪਰਸਰਾਮ ਨਗਰ ਵੱਲ ਨੂੰ ਦੌੜੇ। ਮੂੰਹ ਬੰਨੇ ਸਨ, ਪਤਾ ਨਹੀਂ ਲੱਗਾ, ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਵਿਅਕਤੀ ਬਾਅਦ ਦੇ ਵਿੱਚ ਅਮਰੀਕਾ ਆ ਗਏ ਸਨ ਔਰ ਅਮਰੀਕਾ ਦੇ ਵਿੱਚ ਵੀ ਉਹਨਾਂ ਦੀ ਮੌਤ ਤਾੜ ਉਹਨਾਂ ਗੋਲੀਆਂ ਦੇ ਨਾਲ ਹੀ ਹੋਈ। ਮੈਂ ਨਾਮ ਨਸ਼ਰ ਨਹੀਂ ਕਰਨਾ ਚਾਹਾਂਗਾ, ਪਰ ਮੈਨੂੰ ਯਾਦ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਸੈੱਲ ਫੋਨ ਨਹੀਂ ਸਨ। ਬੜਾ ਭਾਵਕ ਇੱਕ ਟਾਈਮ ਸੀ। ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਕਿਸੇ ਮੌਤ ਨੂੰ ਆਪਣੇ ਹੱਥਾਂ ਦੇ ਵਿੱਚ ਇਸ ਤਰ੍ਹਾਂ ਅੱਖਾਂ ਦੇ ਸਾਹਮਣੇ ਦੇਖਿਆ ਸੀ। ਪਰ ਬਾਅਦ ਦੇ ਵਿੱਚ ਜਦੋਂ ਮੈਂ ਫੋਨ ਕੀਤਾ, ਬੀਬਾ ਜੀ ਭਾਵੇਂ ਉਸ ਵੇਲੇ ਛੋਟੀ ਉਮਰ ਦੇ ਸਨ ਤੇ ਇਹਨਾਂ ਦੇ ਪਿਤਾ ਜੀ ਨੇ ਜਦੋਂ ਗੱਲਬਾਤ ਹੋਈ ਤੇ ਮੈਂ ਕਿਹਾ ਕਿ ਭੈਣ ਜੀਆਂ ਦਾ ਬੜਾ ਵੱਡਾ ਐਕਸੀਡੈਂਟ ਹੋ ਗਿਆ, ਤੁਸੀਂ ਜਿੰਨਾ ਜਲਦੀ ਹੋ ਸਕਦਾ ਇੱਥੇ ਪਹੁੰਚ ਜਾਓ। ਨਹੀਂ ਸੀ ਦੱਸਿਆ ਕਿ ਉਹਨਾਂ ਦੀ ਮੌਤ ਸਾਡੀਆਂ ਅੱਖਾਂ ਦੇ ਸਾਹਮਣੇ ਹੋਈ ਹੈ। ਉਹ ਦ੍ਰਿਸ਼ ਮੈਂ ਕਦੇ ਜ਼ਿੰਦਗੀ ਦੇ ਵਿੱਚ ਭੁੱਲ ਨਹੀਂ ਸਕਦਾ। ਪਰ ਯੈਸ, ਉਸੇ ਸੱਚ ਦੀ ਲੜਾਈ ਨੂੰ ਤੁਸੀਂ ਜਾਰੀ ਰੱਖਿਆ। ਮਾਤਾ ਜੀ ਤੁਹਾਡੇ ਚਲੇ ਗਏ, ਬੀਬੀ ਰਜਿੰਦਰ ਕੌਰ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਉਸੇ ਸੱਚ ਦੀ ਜੰਗ ਨੂੰ ਬੀਬੀ ਕਿਰਨਜੋਤ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆ ਕੇ ਜਾਰੀ ਰੱਖਿਆ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਕਿਹਾ ਜਾਂਦਾ ਹੈ, 1920 ਦੇ ਵਿੱਚ ਹੋਂਦ ਦੇ ਵਿੱਚ ਆਈ ਹੈ। ਸ਼੍ਰੋਮਣੀ ਕਮੇਟੀ ਸਕੂਲ ਬਣਾ ਲੈ, ਕਾਲਜ ਬਣਾ ਲੈ, ਹਸਪਤਾਲ ਬਣਾ ਲੈ, ਬਹੁਤ ਕੁਝ ਕੀਤਾ, ਪਰ ਜਿੰਨਾ ਕੁਝ ਕਰਨਾ ਚਾਹੀਦਾ ਸੀ ਉਹ ਨਾ ਹੋ ਸਕਿਆ। ਇਹਦੇ ਪਿੱਛੇ ਕਾਰਨ ਕੀ ਨੇ? ਥੋੜ੍ਹੀ ਜਿਹੀ ਬੈਕਗਰਾਊਂਡ ਵੱਲ ਮੈਂ ਜਾਣਨਾ ਚਾਹੁੰਦਾ। ਤੁਹਾਡੇ ਨਾਨਾ ਜੀ ਕਿਹੜੇ ਸੰਨ ਦੇ ਵਿੱਚ ਇਸ ਸਿਸਟਮ 'ਚ ਆਏ, ਮਾਤਾ ਜੀ ਕਿਹੜੇ ਸੰਨ ਦੇ ਵਿੱਚ ਸਿਸਟਮ 'ਚ ਆਏ, ਤੇ ਤੁਸੀਂ ਕਿਹੜੇ ਸੰਨ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਜੁਆਇਨ ਕੀਤਾ? ਥੋੜ੍ਹਾ ਜਿਹਾ ਬੈਕਗਰਾਊਂਡ ਮੈਂ ਜਾਣਨਾ ਚਾਹੁੰਦਾ ਜੀ। ਬਹੁਤ ਮਿਹਰਬਾਨੀ। ਮਾਸਟਰ ਤਾਰਾ ਸਿੰਘ ਉਹਨਾਂ ਦੇ ਵਿੱਚੋਂ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਦੇ ਫਾਊਂਡਰਸ ਹੈਗੇ ਸੀ। ਜਦੋਂ ਸਿੱਖ ਗੁਰਦੁਆਰਾ ਐਕਟ 1925 ਪਾਸ ਹੋਇਆ, ਉਸ ਤੋਂ ਪਹਿਲੇ ਦਾ ਜਿੰਨਾ ਸੰਘਰਸ਼ ਹੈਗਾ ਉਹ ਉਹਨਾਂ ਮੋਢੀਆਂ ਦੇ ਵਿੱਚੋਂ ਸਨ ਜਿਹੜੇ ਕਿ ਜਦੋਜਹਿਦ ਕਰ ਰਹੇ ਸੀ ਕਿ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ ਜਾਣ। ਸੋ 1925 ਵਿੱਚ ਜਦੋਂ ਪਹਿਲੀ ਵਾਰ ਐਕਟ ਬਣਦਾ ਹੈ ਤੇ ਉਸ ਵਕਤ ਮਾਸਟਰ ਜੀ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਕਿਉਂਕਿ ਪ੍ਰੈਜ਼ੀਡੈਂਟ ਉਸ ਵੇਲੇ ਸਰਦਾਰ ਖੜਕ ਸਿੰਘ ਸਨ। ਪਰ ਕਿਉਂਕਿ ਸਰਦਾਰ ਖੜਕ ਸਿੰਘ ਉਸ ਵੇਲੇ ਜੇਲ੍ਹ ਵਿੱਚ ਸਨ ਤੇ ਜਾਂ ਮੈਨੂੰ ਇੰਨਾ ਪੱਕਾ ਨਹੀਂ ਯਾਦ ਜੇਲ੍ਹ ਵਿੱਚ ਸਨ ਜਾਂ ਉਹਨਾਂ ਦੀ ਤਬੀਅਤ ਨਹੀਂ ਸੀ ਠੀਕ, ਪਰ ਮਾਸਟਰ ਜੀ ਵਾਈਸ ਪ੍ਰੈਜ਼ੀਡੈਂਟ ਹੁੰਦੇ ਹੋਏ ਉਹ ਐਜ਼ ਆਫੀਸ਼ੀਏਟਿੰਗ ਪ੍ਰੈਜ਼ੀਡੈਂਟ ਸਨ ਜੀ ਪਹਿਲੇ। ਬਿਲਕੁਲ ਹਾਂ, ਇਸ ਤੋਂ ਪਹਿਲੇ ਜਦੋਂ 1920 ਦੇ ਵਿੱਚ ਇਨਫਾਰਮਲੀ ਕਮੇਟੀ ਬਣੀ ਸੀ, ਉਸ ਵਕਤ ਮਾਸਟਰ ਤਾਰਾ ਸਿੰਘ ਇਸ ਦੇ ਪਹਿਲੇ ਸੈਕਟਰੀ ਸਨ ਜੀ।
ਸੋ ਮਾਸਟਰ ਜੀ ਦੀ ਮੌਤ 67 ਦੇ ਵਿੱਚ ਹੁੰਦੀ ਹੈ ਜੀ। ਔਰ ਇਸ ਪੀਰੀਅਡ ਦੇ ਵਿੱਚ ਉਹ ਕਦੀ 3 ਮਹੀਨਿਆਂ ਲਈ ਰਹੇ, ਕਦੀ 1 ਸਾਲ ਲਈ ਰਹੇ, ਕੋਈ ਕੰਟੀਨਿਊਅਸ ਪੀਰੀਅਡ ਨਹੀਂ ਹੈ ਕਿ ਉਹਨਾਂ ਨੇ ਪ੍ਰਧਾਨਗੀ ਨੂੰ ਜੱਫਾ ਮਾਰਿਆ ਹੋਏ ਤੇ ਪ੍ਰਧਾਨ ਹੀ ਚਲੇ ਆਂਦੇ ਹੋਣ ਜੀ। ਤੇ ਕਈ ਵਾਰ ਤਾਂ 3 ਮਹੀਨੇ ਪ੍ਰਧਾਨ ਰਹਿ ਕੇ ਤੇ ਜੇ ਮੋਰਚਾ ਲੱਗ ਗਿਆ ਉਹਨਾਂ ਨੇ ਅਸਤੀਫਾ ਦੇ ਦੇਣਾ, ਅਗਲੇ ਕਿਸੇ ਹੋਰ ਦੀ ਡਿਊਟੀ ਲਾ ਦੇਣੀ ਤੇ ਆਪ ਉਥੋਂ ਚਲੇ ਜਾਣਾ। ਜੀ। ਮੇਰੇ ਮਦਰ ਇਸ ਸਿਸਟਮ ਵਿੱਚ ਆਏ ਨਹੀਂ, ਮੇਰੇ ਮਦਰ ਕਦੀ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਹੀ ਨਹੀਂ ਔਰ ਉਹ ਪਿਤਾ ਜੀ ਦੇ ਗੁਜ਼ਰ ਜਾਣ ਤੋਂ ਬਾਅਦ 67 ਤੋਂ ਬਾਅਦ ਤਕਰੀਬਨ 71 72 ਦੇ ਵਿੱਚ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦਾ ਐਕਟ ਬਣਿਆ ਤੇ ਪਹਿਲੀ ਇਲੈਕਸ਼ਨ ਜਦ ਦਿੱਲੀ ਗੁਰਦੁਆਰਾ ਕਮੇਟੀ ਦੀ ਹੋਈ, ਮੇਰੇ ਖਿਆਲ ਸ਼ਾਇਦ 72 ਸੀ, ਉਸ ਵਕਤ ਉਹ ਇਲੈਕਸ਼ਨ ਚ ਆਏ ਸੀ ਜਾਂ 71 ਸੀ, 71 72 ਦਾ ਸਮਾਂ ਸੀ। 71 ਮੇਰਾ ਖਿਆਲ ਹੈ 71 ਹੋਏਗਾ ਕਿਉਂਕਿ ਉਦੋਂ ਲੜਾਈ ਲੱਗੀ ਸੀ ਉਹ ਸਾਲ, ਮੈਨੂੰ ਯਾਦ ਆ ਰਿਹਾ ਹੈ। 71 ਸੀ। ਹਾਂਜੀ ਹਾਂ, ਤੇ ਉਹ 71 ਦੇ ਵਿੱਚ ਮੰਮੀ ਨੇ ਜਿਹੜੀ ਇਲੈਕਸ਼ਨ ਲੜੀ ਸੀ ਉਹ ਵੀ ਇੰਡੀਪੈਂਡੈਂਟ ਲੜੀ ਸੀ, ਅਕਾਲੀ ਦਲ ਦੇ ਖਿਲਾਫ ਉਹਨਾਂ ਨੇ ਇਲੈਕਸ਼ਨ ਲੜੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਸੋ ਉਹ ਇਲੈਕਸ਼ਨ ਜਿੱਤ ਕੇ ਉਹ ਪਹਿਲੀ ਵਾਰ ਮੈਂਬਰ ਬਣੇ ਔਰ ਜ਼ਿਆਦਾਤਰ ਉਹਨਾਂ ਨੇ ਸ਼ੁਰੂਆਤੀ ਸਮਾਂ ਜਿਹੜਾ ਉਹ ਦਿੱਲੀ ਦੇ ਵਿੱਚ ਹੀ ਬਿਤਾਇਆ। ਪਰ ਕੁਝ ਘਰੇਲੂ ਮਜਬੂਰੀਆਂ ਇਹੋ ਜਿਹੀਆਂ ਹੋ ਗਈਆਂ ਔਰ ਕੁਝ ਸਮਾਂ ਇਹੋ ਜਿਹਾ ਤਬਦੀਲ ਹੋਇਆ ਕਿ 78 ਤੋਂ ਬਾਅਦ ਹਾਂਜੀ ਮੇਰੇ ਮਾਤਾ ਜੀ ਡਾਕਟਰ ਰਜਿੰਦਰ ਕੌਰ ਅੰਮ੍ਰਿਤਸਰ ਆ ਗਏ। ਇੱਥੇ ਉਹਨਾਂ ਨੇ ਇਸਤਰੀ ਅਕਾਲੀ ਦਲ ਦਾ ਇੱਕ ਫਾਰਮਲ ਦਫ਼ਤਰ ਵੀ ਬਣਾਇਆ, ਸਾਰੀ ਜਥੇਬੰਦੀ ਕੀਤੀ ਔਰ ਬੜੀਆਂ ਉਹਨਾਂ ਨੇ ਕੰਮ ਕੀਤੇ, ਕੁਰਬਾਨੀਆਂ ਕੀਤੀਆਂ। ਪਰ ਉਹ ਮੈਂਬਰ ਸਿਰਫ ਪਾਰਲੀਮੈਂਟ ਦੇ ਸੀ, ਰਾਜ ਸਭਾ ਦੇ ਮੈਂਬਰ ਸੀ, ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਦੀ ਵੀ ਨਹੀਂ ਰਹੇ। ਜੀ ਜੀ। ਫਿਰ 89 ਦੇ ਵਿੱਚ ਮੰਮੀ ਦੀ ਸ਼ਹੀਦੀ ਤੋਂ ਬਾਅਦ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਵੀ ਇੱਥੇ ਨਹੀਂ ਸੀ ਹੈਗਾ ਤੇ ਫਿਰ ਜਦੋਂ 96 ਦੀ ਇਲੈਕਸ਼ਨ ਆਈ ਹੈ ਸ਼੍ਰੋਮਣੀ ਕਮੇਟੀ ਦੀ 17 ਸਾਲਾਂ ਬਾਅਦ ਜੀ ਤੇ ਉਹਦੇ ਵਿੱਚ ਫਿਰ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਟਿਕਟ ਦਿੱਤੀ ਗਈ ਅੰਮ੍ਰਿਤਸਰ ਸੈਂਟਰਲ ਹਲਕੇ ਤੋਂ। ਓਕੇ। ਤੇ 96 ਵਿੱਚ ਮੇਰੀ ਸ਼ੁਰੂਆਤ ਹੈ। ਉਸ ਤੋਂ ਬਾਅਦ ਜਿੰਨੀਆਂ ਇਲੈਕਸ਼ਨਸ ਹੋਈਆਂ ਮੈਨੂੰ ਅਕਾਲੀ ਦਲ ਆਪਣਾ ਨੋਮੀਨੀ ਬਣਾਉਂਦਾ ਰਿਹਾ ਔਰ ਮੈਂ ਲੋਕਾਂ ਦੇ ਸਹਿਯੋਗ ਦੇ ਨਾਲ ਆਪਣੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਰਹੀ ਹਾਂ। ਸੋ 96 ਤੋਂ ਮੈਂ ਸ਼੍ਰੋਮਣੀ ਕਮੇਟੀ ਮੈਂਬਰ ਚਲੀ ਆ ਰਹੀ ਹਾਂ। ਵਾਹ ਜੀ ਵਾਹ। ਤਕਰੀਬਨ 24-25 ਸਾਲ ਹੋ ਗਏ ਤੁਹਾਨੂੰ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੱਲਦੇ ਆ ਰਹੇ ਹੋ। ਸ਼੍ਰੋਮਣੀ ਕਮੇਟੀ ਦੇ ਇਹਨਾਂ 24 ਵਰ੍ਹਿਆਂ ਦੇ ਵਿੱਚ ਉਤਰਾ ਤੇ ਚੜਾ ਕਿੰਨੇ ਕੁ ਵੇਖੇ ਨੇ, ਕੀ ਕੁਝ ਤੁਹਾਨੂੰ ਨਜ਼ਰ ਆਉਂਦਾ ਹੈ? 24 ਸਾਲਾਂ ਦੇ ਵਿੱਚ ਕੋਈ ਤਬਦੀਲੀ ਨਜ਼ਰ ਆਈ, ਤੁਹਾਨੂੰ ਨਜ਼ਰ ਆਉਂਦੀ ਹੈ? 24 ਸਾਲਾਂ ਦੇ ਵਿੱਚ ਜੋ ਅਸੀਂ ਸਿਸਟਮ ਦੇਖਿਆ, ਉਦੋਂ 96 ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਪ੍ਰਧਾਨ ਹੁੰਦੇ ਸੀ। ਉਹਨਾਂ ਦੇ ਥੱਲੇ ਅਸੀਂ ਸਿੱਖਿਆ, ਉਹਨਾਂ ਦੀ ਪਹਿਲੀ ਐਗਜ਼ੈਕਟਿਵ ਜਿਹੜੀ ਸੀ ਮੈਂ ਉਹਦੇ ਵਿੱਚ ਮੈਂਬਰ ਸੀ। ਉਹਦੇ ਵਿੱਚ ਅਸੀਂ ਆ ਕੇ ਸਿੱਖਿਆ ਕਿ ਸ਼੍ਰੋਮਣੀ ਕਮੇਟੀ ਦਾ ਸਿਸਟਮ ਚੱਲਦਾ ਕਿਸ ਤਰ੍ਹਾਂ ਹੈ, ਦਫ਼ਤਰ ਕਿਸ ਤਰ੍ਹਾਂ ਚੱਲਦਾ ਹੈ, ਕਿਹੜੇ ਕਿਹੜੇ ਕੰਮ ਕਿਸ ਤਰ੍ਹਾਂ ਕੀਤੇ ਜਾਂਦੇ ਨੇ। ਸੋ ਉਹ ਇੱਕ ਡਿਸਪਲਿਨ ਦੇਖਿਆ, ਉਸ ਵਕਤ ਸ਼੍ਰੋਮਣੀ ਕਮੇਟੀ ਦਾ ਸਤਿਕਾਰ ਦੇਖਿਆ ਔਰ ਹੁਣ 25 ਸਾਲਾਂ ਦੇ ਵਿੱਚ ਅਸੀਂ ਇੰਨੇ ਪ੍ਰਧਾਨ ਦੇਖੇ ਨੇ ਕਿ ਪ੍ਰਧਾਨ ਦਾ ਹੁਣ ਦਾ ਜਿਹੜਾ ਕਿਰਦਾਰ ਹੈ ਉਹਦਾ ਤੇ ਜਦੋਂ ਅਸੀਂ 96 ਦੇ ਪ੍ਰਧਾਨ ਦਾ ਦੇਖਦੇ ਹਾਂ, ਜ਼ਮੀਨ ਅਸਮਾਨ ਦਾ ਫਰਕ ਹੈ। ਇਹਨਾਂ ਪਿਛਲੇ 1-2 ਪ੍ਰਧਾਨਾਂ ਨੇ ਤਾਂ ਸੰਸਥਾ ਦਾ ਬੇੜਾ ਗਰਕ ਕਰ ਦਿੱਤਾ ਬਿਲਕੁਲ ਹੀ, ਕਿਉਂਕਿ ਇਹਨਾਂ ਦੀ ਇੱਕ ਤਾਂ ਕਲੈਰਿਟੀ ਆਫ ਥਾਟ ਨਹੀਂ ਹੈ, ਬਿਲਕੁਲ। ਦੂਸਰਾ ਇਹਨਾਂ ਦੇ ਵਿੱਚ ਕਮਿਟਮੈਂਟ ਨਹੀਂ ਹੈ ਕਿ ਅਸੀਂ ਕੌਮ ਵਾਸਤੇ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣਾ ਹੈ। ਜੀ। ਸੋ ਜਦੋਂ ਪ੍ਰਧਾਨ ਕਮਜ਼ੋਰ ਹੋਏਗਾ ਉਦੋਂ ਹੋਰ ਤਾਕਤਾਂ ਹਾਵੀ ਹੋ ਜਾਂਦੀਆਂ। ਜਦੋਂ ਫਿਰ ਭਾਈ ਭਤੀਜਾਵਾਦ ਚੱਲ ਜਾਂਦਾ ਹੈ ਤੇ ਫਿਰ ਕੁਆਲਿਟੀ ਕੰਪਰੋਮਾਈਜ਼ ਹੋ ਜਾਂਦੀ ਹੈ। ਬਿਲਕੁਲ ਬਿਲਕੁਲ। ਸੋ ਇਹ ਚੀਜ਼ਾਂ ਅਸੀਂ ਸਮੇਂ ਦੇ ਨਾਲ ਦੇਖੀਆਂ। ਓਕੇ। ਇਹਦੇ ਵਿੱਚ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ 24 ਸਾਲਾਂ ਤੁਸੀਂ ਗੁਰਚਰਨ ਸਿੰਘ ਟੌੜਾ ਤੋਂ ਲੈ ਕੇ ਅੱਜ ਤੱਕ ਜਿਹੜੇ ਉਤਰਾ ਚੜਾ ਸੀ ਉਦੋਂ ਦਾ ਅੰਤਰ ਤੇ ਅੱਜ ਦਾ ਅੰਤਰ ਤੁਹਾਨੂੰ ਨਜ਼ਰ ਆਇਆ? ਤੁਹਾਨੂੰ ਲੱਗਦਾ ਨਹੀਂ ਕਿ ਗੁਰਚਰਨ ਸਿੰਘ ਟੌੜਾ ਇੱਕ ਬੜੇ ਧੜੱਲੇਦਾਰ ਔਰ ਪੂਰਾ ਖੜਨ ਵਾਲੇ ਵਿਅਕਤੀ ਸਨ? ਉਸ ਤੋਂ ਬਾਅਦ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੁਝ ਕੁ ਪ੍ਰਧਾਨ ਜੇ ਪਿੱਛੇ ਜਾ ਕੇ ਦੇਖੀਏ, ਉਹਨਾਂ ਦੀ ਇੱਕੋ ਇੱਕ ਡਿਊਟੀ ਹੁੰਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਉਹਨਾਂ ਦਿਨਾਂ 'ਚ ਮੈਨੂੰ ਲੱਗਦਾ ਨਹੀਂ ਕਿ ਟੌੜਾ ਸਾਹਿਬ ਦੇ ਵੇਲੇ ਲਿਫਾਫੇ ਦੇ ਵਿੱਚੋਂ ਕੋਈ ਪ੍ਰਧਾਨ ਨਿਕਲਦਾ ਹੋਵੇ। ਇਹ ਜਦੋਂ ਦੀ ਉਸ ਵਕਤ ਤਾਂ ਬੜੀ ਜਦੋਜਹਿਦ ਹੁੰਦੀ ਸੀ ਜੀ। ਹਾਂਜੀ, ਕਿਉਂਕਿ ਜਦੋਂ ਤੋਂ ਲਿਫਾਫੇ ਦੇ ਵਿੱਚੋਂ ਪ੍ਰਧਾਨ ਨਿਕਲਣੇ ਸ਼ੁਰੂ ਹੋਏ ਨੇ, ਤੁਹਾਨੂੰ ਲੱਗਦਾ ਨਹੀਂ
ਕਿ ਪੰਥ ਦੀ ਚੜ੍ਹਦੀ ਕਲਾ ਦੀ ਬਜਾਏ ਆਪਣੇ ਮਾਲਕਾਂ ਦੀ ਖੁਸ਼ਾਮਦੀਦ ਦੇ ਵਿੱਚ ਜ਼ਿਆਦਾ ਰੁਝਾਨਦੇ ਆ? ਦਰਅਸਲ ਹਿੰਦੁਸਤਾਨ ਦੇ ਵਿੱਚ ਸਿਆਸਤ ਦਾ ਜਿਹੜਾ ਕਲਚਰ ਹੈ ਉਹ ਬਦਲ ਗਿਆ ਹੈ। ਜਦੋਂ ਇੱਕ ਜਨਰੇਸ਼ਨ ਉਹ ਸੀ ਜਿਨ੍ਹਾਂ ਦੇ ਆਜ਼ਾਦੀ ਦੇ ਮੌਕੇ ਲੀਡਰਸ਼ਿਪ ਜਿਨ੍ਹਾਂ ਦੀ ਹੈਗੀ ਸੀ, ਉਹਨਾਂ ਦੇ ਕੰਮ ਕਰਨ ਦੇ ਹੋਰ ਸੀ ਜੀ। ਉਹ ਪੜ੍ਹੇ ਲਿਖੇ ਲੋਕ ਸਨ, ਫਰਾਖ ਦਿਲ ਸਨ, ਵਿਜ਼ਨ ਵਾਲੇ ਸਨ। ਉਹ ਸਾਰੇ ਡਾਇਲੌਗ ਕਰਨ ਦੀ ਔਰ ਗੱਲ ਕਰਨ ਦੀ ਔਰ ਗੱਲ ਸੁਣਨ ਦੀ ਸਮਰੱਥਾ ਰੱਖਦੇ ਸਨ। ਪਰ ਇੰਡੀਪੈਂਡੈਂਸ ਤੋਂ ਬਾਅਦ, ਮਾਸਟਰ ਜੀ ਤੋਂ ਬਾਅਦ ਜਿਹੜੀ ਲੀਡਰਸ਼ਿਪ ਆਈ, ਉਹਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ, ਉਹਦਾ ਵਿਜ਼ਨ, ਹਰ ਚੀਜ਼ ਦਾ ਫਰਕ ਆ ਗਿਆ ਜੀ। ਤੇ ਬੰਦਾ ਉਸੇ ਤਰ੍ਹਾਂ ਹੀ ਕਰੇਗਾ ਜਿੰਨਾ ਉਹਦਾ ਵਿਜ਼ਨ ਹੁੰਦਾ ਹੈ। ਬਿਲਕੁਲ। ਹੁਣ ਜਥੇਦਾਰ ਟੌੜਾ ਨੇ ਭਾਵੇਂ ਉਹਨਾਂ ਦੀ ਕੰਟਰੀਬਿਊਸ਼ਨ ਮੈਂ ਇਹ ਕਹਾਂਗੀ ਕਿ ਉਹਨਾਂ ਨੇ ਸਕੂਲ ਕਾਲਜ ਜਿਹੜੇ ਖੋਲੇ ਜੀ। ਉਸ ਵਕਤ ਉਹਨਾਂ ਨੇ, ਮੈਨੂੰ ਯਾਦ ਹੈ ਜਦੋਂ ਅਸੀਂ ਨਵੇਂ ਮੈਂਬਰ ਬਣੇ ਆ ਤੇ ਗੁਰੂ ਰਾਮਦਾਸ ਡੈਂਟਲ ਕਾਲਜ ਹਿੰਦੁਸਤਾਨ ਦੇ ਟੌਪ ਤੇ ਡੈਂਟਲ ਕਾਲਜਸ ਵਿੱਚੋਂ ਗਿਣਿਆ ਜਾਂਦਾ ਮੈਨੂੰ ਸੀ। ਚੇਤੇ ਹੈ, ਬਿਲਕੁਲ। ਹਾਂਜੀ। ਔਰ ਜਿਹੜਾ ਪ੍ਰਿੰਸੀਪਲ ਸੀ, ਪ੍ਰਿੰਸੀਪਲ ਅਜਿਹਾ ਸੀ ਜਿਹਦੀ ਆਪਣੀ ਬੜੀ ਜ਼ਬਰਦਸਤ ਸਟੈਂਡਿੰਗ ਸੀ। ਅੱਜ ਕੀ ਕਾਰਨ ਹੈ ਕਿ ਉਹੀ ਡੈਂਟਲ ਕਾਲਜ ਹੈ ਤੇ ਉਹਦੇ ਵਾਸਤੇ ਹੀ ਸਾਡੀ ਉਹ ਸਟੈਂਡਿੰਗ ਨਹੀਂ ਰਹਿ ਸਕੀ? ਉਹੀ ਮੈਨੇਜਮੈਂਟ ਹੈ, ਉਹੀ ਸੰਸਥਾ ਦਾ ਕਾਲਜ ਹੈ, ਥੱਲੇ ਕਿਉਂ ਗਿਆ ਜੀ? ਸੋ ਇਹ ਗੱਲਾਂ ਵਿਚਾਰਨ ਵਾਲੀਆਂ ਕਿ ਵੀ ਟੌੜਾ ਸਾਹਿਬ ਦੀ ਜਿਹੜੀ, ਕਿਉਂਕਿ ਉਹ ਗਰਾਊਂਡ ਲੈਵਲ ਤੋਂ ਉੱਠੇ ਹੋਏ ਸੀ, ਇੱਕ ਵਰਕਰ ਦੇ ਲੈਵਲ ਤੋਂ ਉੱਠੇ ਹੋਏ ਸੀ, ਬੜਾ ਕੁਝ ਉਹਨਾਂ ਨੇ ਐਕਸਪੀਰੀਅੰਸ ਕੀਤਾ ਸੀ, ਬੜਾ ਕੁਝ ਉਹਨਾਂ ਨੇ ਸਿੱਖਿਆ ਸੀ ਜੀ, ਔਰ ਬੜੇ ਗੁੜੇ ਹੋਏ ਸਨ। ਹਾਂਜੀ। ਸੋ ਇਸ ਲਈ ਜਿਹੜਾ ਪਿਛਲੇ ਸਮੇਂ ਦੇ ਵਿੱਚ ਪ੍ਰਧਾਨਾਂ ਦੀ ਇਹ ਵੀ ਪ੍ਰੋਬਲਮ ਆਈ ਹੈ ਕਿ ਪ੍ਰਧਾਨ ਉਹ ਬਣ ਗਏ ਜਿਨ੍ਹਾਂ ਨੇ ਕਦੀ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਰਹਿ ਕੇ ਦੇਖਿਆ ਹੀ ਨਹੀਂ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਕਿਵੇਂ ਹੁੰਦਾ ਹੈ, ਸਿਸਟਮ ਕਿਵੇਂ ਚੱਲਦਾ ਹੈ। ਬਿਲਕੁਲ ਬਿਲਕੁਲ, ਸਿਸਟਮ ਕਿਵੇਂ ਚੱਲਦਾ ਹੈ। ਸੋ ਉਹਨਾਂ ਪ੍ਰਧਾਨਾਂ ਦੀ ਵੀ ਇੰਨੀ ਗਲਤੀ ਨਹੀਂ। ਜਦੋਂ ਤੁਸੀਂ ਪ੍ਰਧਾਨ ਉਸ ਬੰਦੇ ਨੂੰ ਬਿਠਾ ਦਿਓ ਜਿਹਨੂੰ ਪਤਾ ਹੀ ਨਹੀਂ ਮੇਰੇ ਥੱਲੇ ਸਿਸਟਮ ਕਿਵੇਂ ਚੱਲਦਾ ਹੈਗਾ, ਤੇ ਜਦ ਤੱਕ ਉਹਨੂੰ ਸਮਝ ਆਉਂਦੀ ਹੈ ਸਾਲ ਤੱਕ, ਉਦੋਂ ਤੱਕ ਤਾਂ ਵੈਸੇ ਵੀ ਇਲੈਕਸ਼ਨ ਆ ਜਾਂਦੀ ਹੈ। ਮੈਂ ਮਾਫ ਕਰਨਾ ਜੀ, ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਰੋਕਾਂਗਾ। ਤੁਸੀਂ ਕਿਹਾ ਕਿ ਜਿਨ੍ਹਾਂ ਪ੍ਰਧਾਨਾਂ ਨੂੰ ਪਤਾ ਹੀ ਨਹੀਂ, ਪਤਾ ਤਾਂ ਹੋਵੇ ਜੇ ਮੈਂਬਰਾਂ ਨੇ ਚੁਣੇ ਹੋਣ। ਜਦੋਂ ਨਿਕਲਣਾ ਲਿਫਾਫੇ ਚੋਂ ਹੈ, ਲਿਫਾਫੇ ਚੋਂ ਉਹੀ ਬੰਦਾ ਨਿਕਲੇਗਾ ਜਿਹਨੂੰ ਕੱਖ ਨਹੀਂ ਪਤਾ, ਜਿਹਨੂੰ ਇੰਨਾ ਪਤਾ ਹੈ ਕਿ ਮੈਂ ਮਾਲਕਾਂ ਦੀ ਜੀ ਹਜ਼ੂਰੀ ਕਿਵੇਂ ਕਰਨੀ। ਮੈਂ ਕਿਸੇ ਦਾ ਨਾਮ ਨਹੀਂ ਲਾਂਗਾ ਅੱਜ, ਭਾਵੇਂ ਸੰਸਾਰ ਦੇ ਵਿੱਚ ਨਹੀਂ। ਜਦੋਂ ਨਵੇਂ ਪ੍ਰਧਾਨ ਬਣੇ ਤੇ ਮੈਂ ਉਹਨਾਂ ਦੀ ਰੇਡੀਓ ਤੇ ਇੰਟਰਵਿਊ ਲਈ। ਇੰਟਰਵਿਊ ਲੈਣ ਤੋਂ ਬਾਅਦ, ਪਹਿਲੀ ਇੰਟਰਵਿਊ ਨਵੇਂ ਬਣੇ ਸੀ ਤੇ ਉਹਨਾਂ ਨੂੰ ਅਜੇ ਗੱਲ ਨਹੀਂ ਸੀ ਕਰਨੀ ਆਉਂਦੀ, ਤੇ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਕਹਿਣ ਲੱਗੇ ਜੀ ਮੈਂ ਤੁਹਾਨੂੰ ਅੱਜ ਅਸਲੀਅਤ ਦੱਸ ਰਿਹਾ। ਮੈਨੂੰ ਕਹਿਣ ਲੱਗੇ ਜੀ ਮੈਂ ਲੁਧਿਆਣੇ ਜਾਣਾ, ਮੇਰਾ ਕੋਈ ਕੰਮ ਹੈ, ਮੈਨੂੰ ਕੋਈ ਮੁਸ਼ਕਲ ਹੈ, ਤੇ ਉੱਥੇ ਦੇ SSP ਨੂੰ ਮਿਲਣਾ ਹੈ, ਕੋਈ ਬੰਦਾ ਹੈ। ਤੇ ਕੁਦਰਤੀ ਮੇਰੇ ਬੜੇ ਕਲੋਜ਼ ਉੱਥੇ ਦੇ SSP ਸਨ, ਮੈਂ ਨਾਮ ਹੀ ਨਹੀਂ ਲਵਾਂਗਾ, ਤੇ ਮੈਂ ਉਹਨਾਂ ਨੂੰ ਫੋਨ ਕੀਤਾ। ਮੈਂ ਕਿਹਾ ਵੀ ਜੀ ਫਲਾਣਾ ਪ੍ਰਧਾਨ ਆ, ਤੁਹਾਨੂੰ ਮਿਲਣਾ ਚਾਹੁੰਦਾ, ਉਹਨਾਂ ਦਾ ਕੋਈ ਕੰਮ ਹੈ। ਕਹਿੰਦਾ ਤੁਹਾਨੂੰ ਕਿਉਂ ਕਿਹਾ? ਜਦੋਂ ਇਹਨਾਂ ਨੂੰ ਬਾਅਦ ਦੇ ਵਿੱਚ ਸਾਲ ਕੁ ਬਾਅਦ ਪਤਾ ਲੱਗਾ ਕਿ SSP ਕੋਲ ਮੈਂ ਨਹੀਂ ਜਾਣਾ, SSP ਨੇ ਮੇਰੇ ਕੋਲ ਆਉਣਾ ਹੈ। ਬਾਅਦ ਚ ਪਤਾ ਲੱਗਾ ਕਿ ਮੇਰੀ ਵੈਲਿਊ ਕੀ ਹੈ। ਹੁਣ ਜਦੋਂ ਇਹੋ ਜਿਹੇ ਪ੍ਰਧਾਨ ਉੱਥੇ ਬਣਨਗੇ, ਫਿਰ ਭਲਾ ਕਿਤੋਂ ਭਾਲਦੇ ਹੋ ਤੁਸੀਂ? ਇੱਕ ਗੱਲ ਥੋੜੇ ਜਿਹਾ ਅੱਗੇ ਚੱਲੀਏ, ਕਿੰਨੇ ਕੁ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ? ਮੈਂ ਆਮ ਦਰਸ਼ਕਾਂ ਲਈ ਥੋੜਾ ਜਿਹਾ ਜਾਣਨਾ ਚਾਹੁੰਦਾ ਜੀ। ਟੋਟਲ ਅਸੀਂ ਜਿਹੜੇ ਇਲੈਕਟ ਹੋ ਕੇ ਆਨੇ ਆ ਉਹ 170 ਮੈਂਬਰ ਹੁੰਨੇ ਆ ਜੀ, ਤੇ ਇਹ 170 ਮੈਂਬਰ ਜਿਹੜੇ ਨੇ, ਇਹ 15 ਮੈਂਬਰ ਫਿਰ ਕੋਆਪਟ ਕਰਦੇ ਨੇ ਜਿਹੜੇ ਕਿ ਪੰਜਾਬ ਤੋਂ ਬਾਹਰ ਦੇ ਹੋਣ, ਕਿਉਂਕਿ ਪੰਜਾਬ ਦੇ ਬਾਹਰ ਉਸ ਵਕਤ ਸਿੱਖਾਂ ਦੀ ਵਸੋਂ ਇੰਨੀ ਜ਼ਿਆਦਾ ਨਹੀਂ ਸੀ ਕਿ ਉੱਥੇ ਇਲੈਕਸ਼ਨ ਹੋ ਸਕੇ। ਸੋ ਉਹਨਾਂ ਨੂੰ ਇਨਕਲੂਡ ਕਰਨ ਵਾਸਤੇ ਇਹ ਸਿਸਟਮ ਰੱਖਿਆ ਗਿਆ ਸੀ ਕਿ 15 ਮੈਂਬਰ ਬਾਹਰੋਂ ਡਿਫਰੈਂਟ ਸਟੇਟਸ ਦੇ ਕੋਆਪਟ ਕੀਤੇ ਜਾਣ। ਸੋ 85 ਉਹ ਮਿਲਾ ਕੇ ਤੇ 5 ਜਿਹੜੇ ਜਥੇਦਾਰ ਤਖਤਾਂ ਦੇ ਉਹ ਐਕਸ ਆਫੀਸ਼ੀਓ ਮੈਂਬਰਸ ਹੁੰਦੇ ਨੇ, ਉਹਨਾਂ ਦੇ VOTING ਰਾਈਟਸ ਨਹੀਂ ਹੁੰਦੇ। ਸੋ ਕੁੱਲ 190 ਮੈਂਬਰ। ਓਕੇ ਜੀ। ਇਹਨਾਂ 190 ਮੈਂਬਰਾਂ ਦੇ ਵਿੱਚੋਂ 5 ਜਥੇਦਾਰ ਕਰ ਦਿਓ, 185 ਰਹਿ ਗਏ। 185 ਦੇ ਵਿੱਚੋਂ ਜਿੰਨੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੋਮੀਨੇਟ ਕੀਤੇ ਜਾਂਦੇ ਆ ਜਾਂ ਇਲੈਕਟ ਕੀਤੇ ਜਾਂਦੇ ਆ, ਕਿਉਂਕਿ ਕੁਝ ਸਿਮਰਨਜੀਤ ਸਿੰਘ ਮਾਨ ਦੇ ਨੇ, ਕੁਝ ਆਜ਼ਾਦ ਨੇ, ਕੁਝ ਰਲੇ ਮਿਲੇ ਕਹਿ ਲਓ ਆਪਾਂ, ਇਹਨਾਂ ਦੇ ਵਿੱਚੋਂ ਜਿਹੜੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੋਮੀਨੇਟ ਕੀਤੇ ਜਾਂ ਇਲੈਕਟ ਕੀਤੇ ਜਾਂਦੇ ਆ,
ਕੀ ਉਹਨਾਂ ਨੂੰ ਇਹ ਇੰਸਟਰਕਸ਼ਨਾਂ ਹੁੰਦੀਆਂ ਨੇ ਕਿ ਜਿਵੇਂ ਤੁਹਾਡਾ ਉੱਪਰਲਾ ਬੌਸ ਕਹਿ ਰਿਹਾ ਉਹਦੀ ਯੈਸ ਦੇ ਵਿੱਚ ਯੈਸ ਮਿਲਾਉਣੀ ਹੈ? ਇਸ ਤਰ੍ਹਾਂ ਦੀ ਗੱਲਬਾਤ ਹੈ, ਕਿਉਂਕਿ ਤੁਸੀਂ ਵੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੁਣੇ ਗਏ ਆ। ਨਹੀਂ, ਇਹੋ ਜੀ ਕੋਈ ਗੱਲ ਨਹੀਂ ਹੁੰਦੀ। ਮੈਂ ਇਸ ਸੰਸਥਾ ਦੀ ਜਨਰਲ ਸਕੱਤਰ ਵੀ ਰਹੀ ਆ ਔਰ ਮੈਨੂੰ ਕਦੀ ਕਿਸੇ ਨੇ ਨਹੀਂ ਮੈਨੂੰ ਕਿਹਾ ਕਿ ਇੰਜ ਕਰਨਾ ਤੇ ਇੰਜ ਕਰਨਾ, ਕਦੀ ਮੈਨੂੰ ਡਿਕਟੇਟ ਨਹੀਂ ਕੀਤਾ ਗਿਆ। ਓਕੇ, ਇੰਜ ਨਹੀਂ। ਓਕੇ, ਉਦੋਂ ਨਹੀਂ ਕਿਹਾ ਗਿਆ, ਪਰ ਅੱਜ ਦੇ ਹਾਲਾਤ ਕਿਹੋ ਜਿਹੇ ਨੇ? ਕਿਉਂਕਿ ਜਿਹੜੀ 28 ਸਤੰਬਰ ਵਾਲੀ ਤੁਹਾਡੀ ਸਪੀਚ ਹੈ, ਜਿੰਨੀ ਨਿਡਰਤਾ ਦੇ ਨਾਲ, ਜਿੰਨੀ ਦਲੇਰੀ ਦੇ ਨਾਲ ਤੁਸੀਂ ਸੱਚ ਉਸ ਇਜਲਾਸ ਦੇ ਵਿੱਚ ਸਾਰੇ ਮੈਂਬਰਾਂ ਨੂੰ ਤੇ ਪ੍ਰਧਾਨ ਜੀ ਨੂੰ ਦੱਸ ਰਹੇ ਸੀ ਕਿ ਤੁਹਾਡੀਆਂ ਗਲਤੀਆਂ ਕਰਕੇ, ਤੁਹਾਡੀਆਂ ਊਣਤਾਈਆਂ ਕਰਕੇ ਇਸ ਸਭ ਤੋਂ ਵੱਡੀ ਸਿੱਖਾਂ ਦੀ ਧਾਰਮਿਕ ਸੰਸਥਾ ਦੀ ਬਦਨਾਮੀ ਹੋ ਰਹੀ ਹੈ। ਤੇ ਉਸੇ ਵਕਤ ਜਿਹੜੇ ਜ਼ਿਆਦਾ ਵਫਾਦਾਰ ਲੋਕ ਨੇ ਆਪਣੇ ਮਾਲਕਾਂ ਦੇ, ਮੈਂ ਮਾਲਕ ਸ਼ਬਦ ਵਰਤ ਰਿਹਾ ਇੱਥੇ, ਮਾਲਕਾਂ ਦੇ ਵਫਾਦਾਰ ਲੋਕ ਨੇ, ਉਹ ਤੁਹਾਨੂੰ ਆ ਕੇ ਰੋਕਦੇ ਆ ਔਰ ਤੁਹਾਡੇ ਵੱਲੋਂ ਆਹ ਸ਼ਬਦ ਨੇ ਜਿਹੜੇ ਕਿ ਚਾਵਲਾ ਚੁੱਪ ਕਰ ਜਾਓ, ਨਹੀਂ ਰੋਕੇ। ਜਦੋਂ ਇਸ ਤਰ੍ਹਾਂ ਚੁੱਪ ਨਹੀਂ ਕੀਤੇ, ਫਿਰ ਤੁਹਾਨੂੰ ਸਤਿਕਾਰਤ ਸ਼ਬਦ ਵੀ ਵਰਤਣੇ ਪਏ ਨੇ। ਤੇ ਆਲੇ ਦੁਆਲੇ ਜਿਹੜੇ ਖੜੇ ਸਨ, ਜਿਹੜੇ ਉਸ ਵੀਡੀਓ ਦੇ ਵਿੱਚ ਦਿਖ ਰਹੇ ਨੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ। ਮੈਂ ਬੜੀਆਂ ਵੱਡੀਆਂ ਵਰਲਡ ਵਾਈਡ ਕਾਨਫਰੰਸਾਂ ਅਟੈਂਡ ਕੀਤੀਆਂ ਨੇ, ਦੇਖੀਆਂ ਨੇ। ਜਿਹੜਾ ਪੋਡੀਅਮ ਹੈ ਉਹਦੇ ਉੱਤੇ ਸਿਰਫ ਇੱਕ ਬੁਲਾਰਾ ਹੁੰਦਾ ਹੈ, ਜਿਹਨੇ ਬੋਲਣਾ ਹੈ ਸਿਰਫ ਉਹ ਖੜਾ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦੀ ਇਹ ਰਵਾਇਤ ਹੈ ਕਿ ਜਿਹੜਾ ਬੰਦਾ ਬੋਲ ਰਿਹਾ ਹੈ ਉਹਨੂੰ ਘੇਰ ਕੇ ਚਾਰੇ ਪਾਸੇ ਇੰਨਾ ਪ੍ਰੈਸ਼ਰ ਬਣਾ ਦਿਓ ਕਿ ਸੱਚ ਨਾ ਬੋਲ ਸਕੇ। ਇਹ ਰਵਾਇਤ ਹੈ ਉੱਥੇ ਦੀ। ਨਹੀਂ, ਅੱਗੇ ਇਸ ਤਰ੍ਹਾਂ ਹੁੰਦਾ ਸੀ ਕਿ ਜਿਹਨੇ ਬੋਲਣਾ ਹੈ ਕੱਲਾ ਮੈਂਬਰ ਖੜਾ ਹੋ ਕੇ ਬੋਲਦਾ ਸੀ, ਵੱਧੋ ਵੱਧ ਸਕੱਤਰ ਕੋਲ ਖੜਾ ਹੁੰਦਾ ਸੀ, ਕਿਉਂਕਿ ਜਿਹੜਾ ਕੰਡਕਟ ਕਰ ਰਿਹਾ ਹੈ ਸਟੇਜ ਤੇ ਉਹ ਬਾਰ-ਬਾਰ ਉੱਠਣ ਬੈਠਣ ਨਾਲ ਕਈ ਵਾਰ ਆਪ ਨਾਲ ਹੀ ਪਿੱਛੇ ਖੜਾ ਹੋ ਜਾਂਦਾ ਸੀ ਕਿ ਚਲੋ 2-4 ਮਿੰਟ ਜਿੰਨੇ ਲੈਣੇ ਉਹਨਾਂ ਨੂੰ ਬਾਰ-ਬਾਰ ਉੱਠਣਾ ਬੈਠਣਾ ਨਾ ਪਵੇ। ਪਰ ਇਹ ਜਿਹੜਾ ਸਪੀਕਰ ਦੇ ਆਲੇ ਦੁਆਲੇ ਘੇਰਾ ਪਾਉਣ ਵਾਲੀਆਂ ਗੱਲਾਂ, ਜਾਂ ਇੰਜ ਕਰ ਲਓ ਕਿ ਮਾਈਕ ਦੇ ਆਲੇ ਦੁਆਲੇ ਘੇਰਾ ਪਾਉਣ ਵਾਲੀਆਂ ਗੱਲਾਂ, ਇਹ ਨਵੀਆਂ। ਓਕੇ, ਇਹ ਪਹਿਲੇ ਵੀ ਇਹ ਉਦੋਂ ਹੀ ਹੁੰਦਾ ਹੈ ਕਿ ਜਦੋਂ ਪ੍ਰਧਾਨ ਜਿਹੜਾ ਆਪਣੇ ਹਾਊਸ ਨੂੰ ਕੰਟਰੋਲ ਨਾ ਕਰ ਸਕੇ। ਕਿਉਂਕਿ ਨਹੀਂ ਤੇ ਇਹ ਪ੍ਰਧਾਨ ਦੀ ਜ਼ਿੰਮੇਵਾਰੀ ਸੀ ਉਸ ਵੇਲੇ ਉਹਨਾਂ ਬੰਦਿਆਂ ਨੂੰ ਕਹਿਣਾ ਕਿ ਤੁਸੀਂ ਬੈਠ ਜਾਓ। ਜੀ, ਜੇ ਇੱਕ ਬੁਲਾਰਾ ਬੋਲ ਰਿਹਾ ਔਰ ਵਿੱਚ ਹਾਊਸ ਦੇ ਮੈਂਬਰ ਉਹਨੂੰ ਕਹਿ ਰਹੇ ਸੀ, ਜਿਹੜੇ ਇੱਕ ਦੋ ਅਤੇ ਮੈਂਬਰ ਖੜੇ ਸੀ ਉਹਨਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਬੈਠ ਜਾਓ, ਤੇ ਉਹ ਅੱਗੇ ਲੜਨ ਨੂੰ ਪੈ ਰਹੇ ਸੀ, ਬਜਾਏ ਇਸ ਦੇ ਕਿ ਗੱਲ ਸਮਝਣ ਵੀ ਜਦ ਤੁਹਾਡਾ ਕੋਈ ਮਤਲਬ ਨਹੀਂ ਬੈਠ ਜਾਓ, ਤੇ ਉਹ ਅੱਗੇ ਲੜਨ ਨੂੰ ਪੈ ਰਹੇ ਸੀ। ਸੋ ਕਿਤੇ ਨਾ ਕਿਤੇ ਉਹਨਾਂ ਦੀ ਬੇਸਮਝੀ ਵੀ ਹੈਗੀ ਹੈ, ਕਿਤੇ ਨਾ ਕਿਤੇ ਪ੍ਰਧਾਨ ਦੀ ਕੰਟਰੋਲ ਕਰਨ ਦੀ ਕੈਪੈਸਿਟੀ ਨਹੀਂ ਹੈਗੀ ਵੀ ਜੇ ਉਹ ਤਾਂ ਮੈਂਬਰਾਂ ਦੇ ਆਖੇ ਨਹੀਂ ਬੈਠ ਰਹੇ ਤੇ ਤੁਸੀਂ ਸਮਝਾ ਦਿਓ। ਜਦੋਂ ਪ੍ਰਧਾਨ ਵੱਲੋਂ ਟਾਈਮ ਦਿੱਤਾ ਹੀ ਗਿਆ ਹਾਊਸ ਨੂੰ ਐਡਰੈਸ ਕਰਨ ਨੂੰ, ਫਿਰ ਉਹਨੂੰ ਡਿਗਨਿਟੀ ਦੇ ਨਾਲ ਕਰਨ ਦਿਓ। ਭੈਣ ਜੀ, ਜਿਹੜੀ ਤੁਹਾਡੀ ਸਪੀਚ ਸੀ ਬਹੁਤ ਵਧੀਆ, ਤੁਸੀਂ ਉੱਥੇ ਇੱਕ ਕਹਿ ਲਓ ਕਿ ਬੜਾ ਧੜਕ ਹੋ ਕੇ ਗੱਲਬਾਤ ਸਾਰੀ ਕੀਤੀ ਹੈ। ਹੁਣ ਥੋੜੇ ਕੁ ਸਮੇਂ ਤੋਂ ਜਦੋਂ ਅਸੀਂ ਦੇਖਦੇ ਹਾਂ, ਪਿਛੇ ਅਸੀਂ ਝਾਤੀ ਮਾਰਦੇ ਹਾਂ ਤੇ ਆਏ ਦਿਨ ਕੋਈ ਨਾ ਕੋਈ ਨਵਾਂ ਵਿਵਾਦ ਜਿਹੜਾ ਸਾਹਮਣੇ ਆਉਂਦਾ ਹੀ ਰਹਿੰਦਾ ਆ। ਤੇ ਹੁਣ ਤਾਂ ਇਹ ਕੰਮ ਬਹੁਤ ਹੀ ਜ਼ਿਆਦਾ ਵੱਧ ਗਿਆ ਹੈ ਤੇ ਤੁਸੀਂ ਇਸ ਕਹਿ ਲਓ ਕਿ ਕਮੇਟੀ ਦੇ ਨਾਲ ਮੈਂਬਰ ਹੋ, ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਦੋਂ ਕਮੇਟੀ ਹੀ ਇਹੋ ਜਿਹਾ ਕੁਝ ਕਮੇਟੀ ਦੇ ਅੰਦਰ ਹੀ ਹੋ ਰਿਹਾ, ਤੇ ਫਿਰ ਅਸੀਂ ਜਿਹੜੀਆਂ ਬਾਹਰ ਅਸੀਂ ਬੈਠੇ ਆ, ਵਿਦੇਸ਼ਾਂ ਦੇ ਵਿੱਚ ਸਿੱਖ ਜਿਹੜੇ ਬੈਠੇ ਆ, ਉਹਨਾਂ ਨੂੰ ਅਸੀਂ ਕੀ ਗਾਈਡ ਕਰ ਸਕਦੇ ਹਾਂ? ਸਾਡੇ ਤੇ ਆਪਣੇ ਘਰ ਦੇ ਵਿੱਚ ਅੰਦਰ ਕਮੇਟੀ ਦੇ ਵਿੱਚ ਹੀ ਬਹੁਤ ਕੁਝ ਹੋ ਰਿਹਾ ਹੈਗਾ। ਦੇਖੋ, ਇਹਦੇ ਬਾਰੇ ਮੈਂ ਇਹ ਗੱਲ ਕਹਿਣਾ ਚਾਹਾਂਗੀ ਕਿ ਜਿੰਨੇ ਦਿਨ ਬ ਦਿਨ ਹਰ ਰੋਜ਼ ਨਵਾਂ ਇੱਕ ਵਿਵਾਦ ਆਉਂਦਾ ਹੈ, ਉਸ ਵਿਵਾਦ ਵਾਸਤੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਕੱਲੀ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਨਹੀਂ। ਇਹ ਵਿਵਾਦ ਕ੍ਰੀਏਟ ਕੀਤੇ ਜਾਂਦੇ ਨੇ ਔਰ ਇਸ ਮੰਤਵ ਦੇ ਨਾਲ ਕ੍ਰੀਏਟ ਕੀਤੇ ਜਾਂਦੇ ਨੇ ਕਿ ਸਿੱਖਾਂ ਦੀ ਆਪਸ ਦੇ ਵਿੱਚ ਜਿਹੜੀ ਹੈ ਇਹਦਾ ਤੇ ਮਤਭੇਦ ਹੋਣ, ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਵੇ। ਤੇ ਇਹ ਸਾਡੀਆਂ ਆਪਣੀਆਂ ਗਲਤੀਆਂ। ਔਰ ਤੁਸੀਂ ਅਗਰ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਹੋ ਤੇ ਤੁਸੀਂ ਕੈਨੇਡਾ ਦੇ ਗੁਰਦੁਆਰੇ ਦੇਖ ਲਓ, ਕੀ ਉੱਥੇ ਸਟੇਜਾਂ ਦੇ ਉੱਪਰ ਇਹੀ ਕਲਚਰ ਨਹੀਂ ਹੈਗਾ? ਇਹ ਸਾਡੇ ਲੋਕ ਕਰਦੇ ਹੀ ਕੁਛ ਹਨ। ਸੋ ਜੇ ਅਸੀਂ ਆਸ ਕਰਦੇ ਹਾਂ ਕਿ ਇੱਥੇ ਸ਼੍ਰੋਮਣੀ ਕਮੇਟੀ 'ਚ ਡਿਸਪਲਿਨ ਹੋਵੇ, ਉਹ ਡਿਸਪਲਿਨ ਸਾਨੂੰ ਹਰ ਜਗ੍ਹਾ ਚਾਹੀਦਾ ਹੈ। ਬਿਲਕੁਲ।
ਅੱਛਾ इंसान हर जगह इक्को जे सुभाव दे और इक्को जे काम करदे पए साडी कौम दे विच ये जेहड़ी एक इनडिसिप्लिन आ गया ये साडे जवाल दा रीजन है क्योंकि ਤੁਸੀਂ ਦੇਖੋ ਜਦੋਂ ਚੜ੍ਹਦੀ ਕਲਾ ਸਿੱਖਾਂ ਦੀ ਹੋਈ ਜਦੋਂ ਅੰਮ੍ਰਿਤਧਾਰੀ ਹੋਏ ਅੰਮ੍ਰਿਤਧਾਰੀ ਹੋਣ ਦਾ ਮਤਲਬ ਹੈ ਇੱਕ ਡਿਸਪਲਿਨ ਦੇ ਵਿੱਚ ਬਣੇਗਾ ਬਿਲਕੁਲ ਜਦੋਂ ਡਿਸਪਲਿਨ ਨਹੀਂ ਹੋਏਗਾ ਉਸ ਵੇਲੇ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਜੀ ਬਿਲਕੁਲ ਓਕੇ ਹੁੰਦੀਆਂ ਵੀ ਰਹਿਣਗੀਆਂ ਜੀ ਅੱਛਾ ਮੈਨੂੰ ਥੋੜਾ ਜਿਹਾ ਦੱਸੋ ਕਿ ਜਿਹੜਾ ਉਹ ਇਜਲਾਸ ਸੀ ਜਿਹੜੀ ਮੈਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਪਹਿਲਾਂ ਉੱਥੇ ਆਉਨੇ ਆ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਸਨ ਗੁੰਮ ਹੋਣ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੁਕਮਨਾਮਾ ਜਾਰੀ ਹੁੰਦਾ ਇਕੱਤਰਤਾ ਹੁੰਦੀ ਹੈ ਉਹਦੇ ਵਿੱਚ ਸਰਦਾਰ ਹਰਚਰਨ ਸਿੰਘ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਉਹਨਾਂ ਦੇ ਉੱਤੇ ਅਦਾਲਤ ਦੇ ਵਿੱਚ ਲਿਜਾਇਆ ਜਾਏਗਾ ਬਾਕੀ ਕਿਸੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਐਗਜ਼ੈਕਟਿਵ ਜਾਂ ਕਿਸੇ ਹੋਰ ਦੇ ਉੱਤੇ ਮੁਕੱਦਮੇ ਦੀ ਗੱਲਬਾਤ ਨਹੀਂ ਸੀ ਹੋਈ ਇਹ ਕੀ ਗੱਲ ਪਾਰਸ਼ੀਅਲਟੀ ਕਿਉਂ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪਣੇ ਮਾਲਕ ਦੀ ਸੁਣਨੀ ਪੈਂਦੀ ਹੈ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਜਿਹੜਾ ਉਹ ਅੱਗੇ ਤਖਤਾਂ ਦੇ ਜਥੇਦਾਰਾਂ ਨੂੰ ਜਾਂ ਜਿਹੜੇ ਬਾਕੀ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਚੁਣਦੇ ਆ ਕੀ ਤਖਤ ਦੇ ਜਥੇਦਾਰਾਂ ਦੀ ਵੀ ਇਹ ਮਜਬੂਰੀ ਬਣ ਜਾਂਦੀ ਹੈ ਕਿ ਸਾਨੂੰ ਉਹੀ ਕੁਝ ਕਰਨਾ ਪੈਣਾ ਜੋ ਉੱਪਰੋਂ ਲਿਖ ਕੇ ਆ ਰਿਹਾ ਸਾਨੂੰ ਕਿਉਂਕਿ ਮੈਨੂੰ ਚੇਤੇ ਆ ਜਥੇਦਾਰ ਗੁਰਮੁਖ ਸਿੰਘ ਮੇਰੇ ਨਾਲ ਰੇਡੀਓ ਦੀਆਂ ਇੰਟਰਵਿਊਆਂ ਦੇ ਵਿੱਚ ਮੰਨ ਕੇ ਗਏ ਨੇ ਕਿ ਗੁਰਮੀਤ ਰਾਮ ਰਹੀਮ ਦੇ ਹੁਕਮਨਾਮਾ ਚੰਡੀਗੜ੍ਹ ਸਾਨੂੰ ਬੁਲਾ ਕੇ ਉੱਥੇ ਕੋਠੀ ਦੇ ਵਿੱਚ ਹਿੰਦੀ ਦੇ ਵਿੱਚ ਸਾਨੂੰ ਹੁਕਮਨਾਮਾ ਫੜਾਇਆ ਜਾਂਦਾ ਹੈ ਕਿ ਆ ਗੁਰਮੀਤ ਰਾਮ ਰਹੀਮ ਦੀ ਚਿੱਠੀ ਆਈ ਉਹਨੂੰ ਮਾਫ ਕਰਨ ਵਾਸਤੇ ਜਦੋਂ ਉਹ ਚਿੱਠੀ ਵਾਪਸ ਅਕਾਲ ਤਖਤ ਤੇ ਆਉਂਦੀ ਹੈ ਤੇ ਉਹ ਚਿੱਠੀ ਪੰਜਾਬੀ ਦੇ ਵਿੱਚ ਹੁੰਦੀ ਹੈ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਬਾਅਦ ਦੇ ਵਿੱਚ ਜਦੋਂ ਇੱਥੇ ਆਉਂਦੇ ਨੇ ਉਹ ਇੰਟਰਵਿਊਆਂ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਅਸੀਂ ਕਦੇ ਵੀ ਹੁਕਮਨਾਮਾ ਹੈ ਜਿਹੜਾ ਉੱਥੇ ਪ੍ਰਿੰਟ ਨਹੀਂ ਕੀਤਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਇਹ ਗੱਲਾਂ ਮੰਨ ਕੇ ਗਏ ਨੇ ਕਿ ਯੈਸ ਹੁਕਮਨਾਮੇ ਆ ਜਿਹੜੇ ਪਿੱਛੋਂ ਹੁਕਮਨਾਮਾ ਆਉਣ ਲੱਗੇ ਆ ਜਿਹੜੇ ਵੱਡੇ ਮਾਲਕ ਨੇ ਉਹਨਾਂ ਦਾ ਫੋਨ ਆਨ ਹੁੰਦਾ ਹੈ ਅਕਾਲ ਤਖਤ ਦੇ ਜਥੇਦਾਰ ਕੋਲ ਤੇ ਉਸ ਤੋਂ ਬਾਅਦ ਜੋ ਫੈਸਲਾ ਸੁਣਾਇਆ ਜਾਂਦਾ ਅਸੀਂ ਦਸਤਖਤ ਮਾਰਨੇ ਹੁੰਦੇ ਆ ਕਿੰਨੀ ਸੱਚਾਈ ਹੈ ਜੀ ਇਹਦੇ ਵਿੱਚ ਇਹ ਤਾਂ ਬੜੇ ਸ਼ਰਮ ਦੀ ਗੱਲ ਹੈ ਅਗਰ ਗਿਆਨੀ ਗੁਰਮੁਖ ਸਿੰਘ ਇਹ ਗੱਲਾਂ ਕਰ ਰਹੇ ਤਾਂ ਫਿਰ ਉਹ ਉੱਥੇ ਉਹਦੇ ਤੇ ਬੈਠੇ ਕਿਉਂ ਹੋਏ ਸੀ ਜੀ ਅਗਰ ਉਹਨਾਂ ਦੀ ਜ਼ਮੀਰ ਇਸ ਦੇ ਖਿਲਾਫ ਸੀ ਤੇ ਉਹ ਉਸ ਅਹੁਦੇ ਤੇ ਬੈਠੇ ਕਿਉਂ ਹੋਏ ਸੀ ਉਹਨਾਂ ਨੇ ਕਿਉਂ ਮਿਸਯੂਜ਼ ਕੀਤਾ ਉਹਨਾਂ ਦੀ ਕੀ ਮਜਬੂਰੀ ਸੀ ਜੀ ਦੇਖੋ ਉਸ ਵਕਤ ਜੇ ਜਥੇਦਾਰਾਂ ਨੇ ਆਪਣੀ ਡਿਊਟੀ ਨਿਭਾਈ ਹੁੰਦੀ ਅਗਰ ਇਹਨਾਂ ਨੇ ਪੰਥ ਪ੍ਰਤੀ ਆਪਣੀ ਵਫਾਦਾਰੀ ਨਿਭਾਈ ਹੁੰਦੀ ਤੇ ਇਹ ਖਲਾਰਾ ਹੀ ਨਹੀਂ ਸੀ ਪੈਣਾ ਬਿਲਕੁਲ ਕਿਉਂਕਿ ਇੱਕ ਗੱਲ ਬਹੁਤ ਸਪਸ਼ਟ ਹੈ ਜੇ ਮੰਨ ਲਓ ਮੈਂ ਨਹੀਂ ਕਹਿੰਦੀ ਇਹ ਸਹੀ ਹੈ ਕਿ ਗਲਤ ਹੈ ਜੇ ਮੰਨ ਲਓ ਹੁਕਮ ਆਂਦਾ ਵੀ ਹੈ ਤੇ ਜਿਹੜਾ ਸੀਟ ਤੇ ਬੈਠਾ ਜਵਾਬ ਦੇ ਉਹ ਹੈ ਬਿਲਕੁਲ ਬਿਲਕੁਲ ਇਹੀ ਗੱਲ ਨਾ ਕਰ ਸਕਦਾ ਜੀ ਸੋ ਇਹਦੇ ਵਾਸਤੇ ਜਥੇਦਾਰਾਂ ਨੂੰ ਬਲੇਮ ਉਹਨਾਂ ਦੇ ਨਿੱਜੀ ਲੈਵਲ ਤੇ ਕੀਤਾ ਜਾ ਸਕਦਾ ਹੈ ਚਲੋ ਪਿੱਛੇ ਜੋ ਹੋਇਆ ਸੋ ਹੋਇਆ ਪਰ ਇਸ ਵਕਤ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਹਨ ਇਹਨਾਂ ਦੀ ਅਸੀਂ ਜਿੰਨੀ ਕਾਰਗੁਜ਼ਾਰੀ ਦੇਖੀ ਹੈ ਅਸੀਂ ਇਹਨਾਂ ਦੇ ਉੱਪਰ ਉਹ ਪ੍ਰੈਸ਼ਰ ਮੰਨਣ ਵਾਲੀ ਗੱਲ ਵੇਖੀ ਨਹੀਂ ਕਿਉਂਕਿ ਜਿਹੜੀ 328 ਬੀੜਾਂ ਵਾਲੀ ਗੱਲ ਆਈ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਦੇ ਵਿੱਚ ਮਿਸਿੰਗ ਸੀ ਮੈਂ ਇਹਦੇ ਬਾਰੇ ਦੱਸਣਾ ਚਾਹਾਂਗੀ ਤੁਹਾਨੂੰ ਵੀ ਸ਼ਾਇਦ ਪਤਾ ਹੋਵੇ ਦੱਸੋ ਜਰੂਰ ਜੀ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਦੀ ਛਪਾਈ ਹੋ ਕੇ ਬਾਈਂਡਿੰਗ ਹੋ ਕੇ ਤਿਆਰ ਹੋ ਕੇ ਆਉਂਦੀ ਹੈ ਨਾ ਬਕਾਇਦਾ ਹਰ ਲੈਵਲ ਦੇ ਉੱਪਰ ਉਹਦੀ ਗਿਣਤੀ ਹੈ ਹਿਸਾਬ ਕਿਤਾਬ ਹੈ ਜੀ ਔਰ ਜੇ ਉਹਦਾ ਹਿਸਾਬ ਕਿਤਾਬ ਨਹੀਂ ਰੱਖਿਆ ਗਿਆ ਅਗਰ ਜਿਹਨੇ ਨੋਟ ਕਰਨਾ ਸੀ ਜਿਹਨੇ ਰਜਿਸਟਰ ਦੇ ਉੱਪਰ ਲੈਜਰ ਦੇ ਉੱਪਰ ਚੜਾਉਣਾ ਸੀ ਕਿ ਵੀ ਮੇਰੇ ਕੋਲ ਇੰਨਾ ਨੰਬਰ ਹੈ ਬੀੜਾਂ ਦਾ ਜਿਹੜੀਆਂ ਅੰਦਰ ਪਈਆਂ ਤੇ ਉਹਦੇ ਕੋਲ 200 ਬੀੜ ਅੰਦਰ ਪਈ ਹੋਵੇ ਤੇ ਉਹਦੇ ਲੈਜਰ ਤੇ ਨਾ ਚੜੀ ਹੋਏ ਤੇ ਹਿਸਾਬ ਤਾਂ ਹਿੱਲੇਗਾ ਬਿਲਕੁਲ ਜੀ ਬਿਲਕੁਲ ਜਦੋਂ ਫਿਜ਼ੀਕਲ ਚੈਕਿੰਗ ਹੋਏਗੀ ਅੰਦਰ ਬੀੜਾਂ ਵੱਧ ਹੋਣਗੀਆਂ ਤੁਹਾਡੇ ਰਿਕਾਰਡ ਦੇ ਉੱਪਰ ਹੋਣਗੀਆਂ ਨਹੀਂ ਕਿਉਂਕਿ ਤੁਸੀਂ ਲਿਖਿਆ ਨਹੀਂ ਹੋਇਆ ਤੇ ਜੇ ਇੱਕ ਇਸ ਤਰ੍ਹਾਂ ਦੀ ਜਿਹੜੀਆਂ ਉਨਤਾਈਆਂ ਕਿਸੇ ਵੇਲੇ ਜਾਣਬੁੱਝ ਕੇ ਹੋ ਜਾਂਦੀਆਂ ਨੇ ਕਿਸੇ ਵੇਲੇ ਗਲਤੀ ਹੋ ਵੀ ਜਾਂਦੀ ਹੈ ਓਕੇ ਕੋ ਇਨਸਾਨ ਕੋਲੋਂ ਕਿਸੇ ਵੇਲੇ ਗਲਤੀ ਹੋ ਸਕਦੀ ਹੈ ਉਹ ਕਈ ਵਾਰ ਮਿੱਥ ਕੇ
ਇਹ ਵੀ ਹੋ ਸਕਦਾ ਕਿ ਮਿੱਥ ਕੇ ਕੀਤਾ ਜਾਏ, ਦੋਵੇਂ ਚੀਜ਼ਾਂ ਹੋ ਸਕਦੀਆਂ ਨੇ। Okay. ਸੋ ਇਹ ਪੜਤਾਲ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦਾ ਕੰਮ ਸੀ ਬਿਲਕੁਲ ਬਿਲਕੁਲ ਕਿ ਤੁਸੀਂ ਪਹਿਲੇ ਆਪਣਾ ਰਿਕਾਰਡ ਚੈੱਕ ਕਰੋ, ਉਹਦੇ ਵਿੱਚ ਦੇਖੋ ਕਿ ਜੇ ਭੀੜਾਂ ਦੀ ਗਿਣਤੀ ਦੇ ਵਿੱਚ ਫਰਕ ਹੈ ਤੇ ਕਿਉਂ ਹੈ, ਹਾਂਜੀ ਇਹਦਾ ਕੀ ਕਾਰਨ ਹੈ। ਜੀ ਜਿਸ ਤਰੀਕੇ ਦੇ ਨਾਲ ਇਹ ਸਾਰਾ ਮਸਲਾ ਉਲਝਾਇਆ ਗਿਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹਨੂੰ ਬੜੀ ਇਮੈਚੁਰਿਟੀ ਦੇ ਨਾਲ ਹੈਂਡਲ ਕੀਤਾ। ਬਿਲਕੁਲ ਹੁਣ ਤੁਸੀਂ ਦੇਖੋ ਜਿਹੜਾ ਮੁਲਾਜ਼ਮ ਰਿਟਾਇਰ ਹੋ ਰਿਹਾ ਉਹ ਦੁਹਾਈ ਪਾ ਰਿਹਾ ਜੀ 267 ਬੀੜਾਂ ਘੱਟ ਨੇ, 267 ਬੀੜਾਂ ਦਾ ਸ਼ੁਰੂ ਹੋਇਆ ਸੀ। ਹਾਂਜੀ, ਤੇ ਉਹਨੂੰ ਪੁੱਛੋ ਭਾਈ ਤੇਰੀ ਤਾਂ ਡਿਊਟੀ ਸੀ ਨੋਟ ਕਰਨ ਤੇ ਕਿ ਕਿੰਨੀਆਂ ਆਈਆਂ ਤੇ ਕਿੰਨੀਆਂ ਗਈਆਂ, ਤੇ ਹਿਸਾਬ ਤੇ ਤੇਰੇ ਗੜਬੜ ਹੈ ਤੇ ਤੂੰ ਬਾਹਰ ਜਾ ਕੇ ਕਿਉਂ ਬਦਨਾਮੀ ਕਰਦਾ ਪਿਆ ਸੰਸਥਾ ਦੀ। ਜੀ ਪਰ ਕਿਉਂਕਿ ਇੱਕ ਮਾਹੌਲ ਇਹੋ ਜਿਹਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਬਣਿਆ ਹੋਇਆ ਕਿ ਲੋਕੀ ਫਟ ਇਹੋ ਜਿਹੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਹੈਗੇ, ਚਲ ਔਰ ਉਸ ਕਰਕੇ ਜਦੋਂ ਇਹ ਬਾਹਰਲੀਆਂ ਜਥੇਬੰਦੀਆਂ ਕੋਲ ਚਲਾ ਗਿਆ ਹਰ ਇੱਕ ਨੂੰ, ਤਾਂ ਦੇਖੋ ਕਈ ਸੁਹਿਰਦਨ ਜਿਹੜੇ ਚਾਹੁੰਦੇ ਨੇ ਅਸੀਂ ਹਾਈਲਾਈਟ ਕਰੀਏ, ਮਸਲਾ ਹੱਲ ਹੋਏ, ਕਈ ਜਿਹੜੇ ਨੇ ਉਹ ਸਾਡੇ ਚਿਹਰੇ ਮੋਹਰੇ ਸਾਡੇ ਕੰਮ ਉਹਨਾਂ ਦੇ ਕੋਈ ਹੋਰ ਹਨ ਜਿਹੜੇ ਕੌਮ ਦਾ ਨੁਕਸਾਨ ਕਰਦੇ ਹੈਗੇ, ਉਹ ਵੀ ਵਿੱਚ ਹੀ ਹੈਗੇ। ਬਿਲਕੁਲ ਜੀ ਬਿਲਕੁਲ। ਅੱਛਾ, ਹੁਣ ਉਸ ਵਕਤ ਪ੍ਰਧਾਨ ਨੂੰ ਚਾਹੀਦਾ ਸੀ ਕਿ ਉਸ ਵਕਤ ਪ੍ਰਧਾਨ ਕਹਿੰਦਾ ਕਿ ਵੀ ਇਹ ਜਿਹੜੀ ਪੜਤਾਲ ਹੈ ਇਹ ਤਾਂ ਸ਼੍ਰੋਮਣੀ ਕਮੇਟੀ ਨੇ ਕਰਨੀ ਹੈ, ਔਰ ਉਹ ਆਰਡਰ ਕਰਦਾ ਉਸ ਪੜਤਾਲ ਨੂੰ, ਡਿਊਟੀਆਂ ਲਾਉਂਦਾ। ਜੀ ਪ੍ਰਧਾਨ ਨੇ ਇੰਜ ਨਹੀਂ ਕੀਤਾ। ਉਹਨਾਂ ਕੀ ਕੀਤਾ ਜੀ, ਉਹਨਾਂ ਸਬ ਕਮੇਟੀ ਬਣਾਤੀ ਮੈਂਬਰਾਂ ਦੀ, ਐਗਜ਼ੈਕਟਿਵ ਮੈਂਬਰਾਂ ਦੀ। ਹੁਣ ਜਿਹੜੇ ਲੋਕੀ ਕਹਿਣ ਕਿ ਜਿਹੜੇ ਦੋਸ਼ੀ ਹਨ ਤੁਸੀਂ ਉਹਨਾਂ ਨੂੰ ਉੱਥੇ ਕਮੇਟੀ ਮੈਂਬਰ ਬਣਾਤਾ, ਫਿਰ ਅਸੀਂ 5 ਮੈਂਬਰ ਇਕੱਠੇ ਹੋਏ ਸ਼੍ਰੋਮਣੀ ਕਮੇਟੀ ਤੇ, ਜਿਨ੍ਹਾਂ 'ਚ ਮੈਂ ਵੀ ਸ਼ਾਮਲ ਸਾਂ। ਅਸੀਂ ਪ੍ਰਧਾਨ ਨੂੰ ਲਿਖਤੀ ਦਿੱਤਾ ਕਿ ਵੀ ਜਿਹੜੀ ਤੁਸੀਂ ਸਬ ਕਮੇਟੀ ਬਣਾਈ ਹੈ ਇਹਨੂੰ ਬਦਲ ਦਿਓ, ਇਹਦੇ 'ਚ ਬੰਦੇ ਗੁਰਸਿੱਖ ਪਾਓ ਜਿਹਨਾਂ ਉੱਪਰ ਇਹ ਐਲੀਗੇਸ਼ਨ ਨਾ ਲੱਗਦਾ ਹੋਏ ਕਿ ਜੀ ਇਹ ਕਿਸੇ ਤਰੀਕੇ ਇਨਵੋਲਵਡ ਹੈ ਜੀ, ਨਿਰਪੱਖ ਬੰਦਿਆਂ ਕੋਲੋਂ ਪੜਤਾਲ ਕਰਾਈ ਜਾਏ। ਤੇ ਬਜਾਏ ਇਸ ਦੇ ਕਿ ਪ੍ਰਧਾਨ ਕੋਈ ਕਮੇਟੀ ਬਣਾਉਂਦਾ, ਪ੍ਰਧਾਨ ਨੇ ਇਹ ਐਗਜ਼ੈਕਟਿਵ ਦੀ ਮੀਟਿੰਗ ਕਾਲ ਕੀਤੀ ਔਰ ਐਗਜ਼ੈਕਟਿਵ ਨੇ ਇਹ ਫੈਸਲਾ ਕੀਤਾ ਜੀ ਸਾਰਾ ਮਾਮਲਾ ਅਕਾਲ ਤਖਤ ਸਾਹਿਬ ਨੂੰ ਦੇ ਦਿੱਤਾ ਜਾਏ। ਓਕੇ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਥੇਦਾਰ ਅਕਾਲ ਤਖਤ ਦਾ ਕੰਮ ਇਹ ਥੋੜਾ ਕਿ ਜੇ ਤੁਹਾਡੇ ਦਫ਼ਤਰ ਵਿੱਚ ਕਰਪਸ਼ਨ ਹੈ, ਤੁਹਾਡੇ ਦਫ਼ਤਰ ਵਿੱਚ ਬੇਈਮਾਨੀ ਹੈ, ਤੇ ਜਥੇਦਾਰ ਅਕਾਲ ਤਖਤ ਕੀ ਕਰੇ? ਇੱਥੇ ਹੀ ਮੈਂ ਗੱਲ ਲਿਆਉਣੀ ਚਾਹਨਾ, ਬਿਲਕੁਲ ਇੱਥੇ ਹੀ ਗੱਲ ਮੈਂ ਲਿਆਉਣੀ ਚਾਹੁੰਦਾ ਸਾਂ। ਜੇ ਉਹ ਅਸਿਸਟੈਂਟ ਲੈਜਰ ਵਾਲਾ ਉਹਦੇ ਲਈ ਜ਼ਿੰਮੇਵਾਰ ਹੈ ਕਿ ਸਾਰੀ ਐਗਜ਼ੈਕਟਿਵ ਜਿਹੜੀ ਉੱਥੇ ਬੈਠੀ ਹੈ, ਜਿਹੜੀ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਜਿਹੜਾ ਸਿਸਟਮ ਚੱਲ ਰਿਹਾ, ਜਿਹੜੇ ਸੁਪਰਵਾਈਜ਼ਰ ਨੇ, ਜਿਹੜੇ ਮੈਨੇਜਰ ਨੇ, ਕਿ ਉਹਨਾਂ ਦੀ ਬਰਾਬਰ ਦੀ ਡਿਊਟੀ ਨਹੀਂ ਸੀ ਬਣਦੀ? ਉਸ ਦੇ ਉੱਤੇ ਹੋਰ ਵੀ ਲੋਕ ਨੇ, ਉਹਨਾਂ ਨੇ ਟਾਈਮ ਬਾਈ ਟਾਈਮ ਜਿਹੜੇ ਆਡੀਟਰ ਬੈਠੇ ਨੇ ਤੁਹਾਡੇ, ਉਹਨਾਂ ਨੇ ਚੈੱਕ ਕਿਉਂ ਨਾ ਕੀਤਾ ਵੀ ਇੰਨੇ ਸਾਲਾਂ ਤੋਂ ਬੀੜਾਂ ਗਈਆਂ ਤਾਂ ਗਈਆਂ ਕਿੱਥੇ? ਬਿਲਕੁਲ ਤੁਸੀਂ ਸਹੀ ਪੁਆਇੰਟ ਰੇਜ਼ ਕੀਤਾ ਹੈ ਕਿ ਦੇਖੋ ਹਰ ਜਿਹੜਾ ਬਿੱਲ ਹੈ, ਹਰ ਬਿੱਲ ਪ੍ਰੀ ਆਡੀਟਰ ਦੀ ਨਜ਼ਰ ਚੋਂ ਲੰਘਦਾ ਹੈ, ਤੇ ਇਹ ਜਿਹੜਾ ਇਹਨਾਂ ਦਾ ਬੰਦਾ ਕੋਲੀ ਬੈਠਾ ਹੋਇਆ ਸੀ ਜਿਹੜਾ 10 ਲੱਖ ਰੁਪਈਆ ਮਹੀਨਾ ਘੱਟੋ ਘੱਟ ਲੈ ਰਿਹਾ ਸੀ ਸ਼੍ਰੋਮਣੀ ਕਮੇਟੀ ਤੋਂ, ਉਹ ਕੀ ਕਰ ਰਿਹਾ ਸੀ? ਆਹ ਸਵਾਲ ਪੈਦਾ ਹੁੰਦਾ ਹੈ। ਔਰ ਬਕਾਇਦਾ ਜਿਹੜੀ ਪੜਤਾਲ ਹੋਈ ਹੈ, ਪੜਤਾਲੀਆ ਕਮਿਸ਼ਨ ਨੇ ਫਿਰ ਜਿਹੜੀ ਮੈਂ ਗੱਲ ਕਰ ਰਹੀ ਸੀ ਕਿ ਜਦੋਂ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਦੇ ਦਿੱਤੀ, ਕੇਸ ਦਿੱਤਾ, ਤੇ ਜਥੇਦਾਰ ਜੀ ਨੇ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਮਸਲਾ ਸੀ, ਉਹਨਾਂ ਨੇ 3 ਬੰਦਿਆਂ ਦੀ ਕਮੇਟੀ ਬਣਾ ਕੇ ਪੜਤਾਲ ਕਰਤੀ। ਫਿਰ ਜਥੇਦਾਰ ਜੀ ਨੇ ਫਿਰ ਦੇਖੋ ਫਿਰ ਸਿਆਣਪ ਵਰਤੀ ਹੈ, ਉਹ ਆਪ ਨਹੀਂ ਇਨਵੋਲਵ ਹੋਏ। ਉਹ ਜਿਹੜੀ ਪੜਤਾਲ ਦੀ ਰਿਪੋਰਟ ਸੀ ਉਹਨਾਂ ਨੇ ਪ੍ਰਧਾਨ ਦੇ ਹਵਾਲੇ ਕੀਤੀ, ਐਲੋ ਤੁਹਾਡੀ ਪੜਤਾਲ ਹੋ ਗਈ ਹੈ, ਆਪਣੀ ਐਗਜ਼ੈਕਟਿਵ ਕੋਲ ਵਿੱਚ ਬੈਠੇ ਨੂੰ ਖੋਲੋ, ਪੜੋ, ਇਹਦੇ ਤੇ ਐਕਸ਼ਨ ਲਓ। ਓਕੇ, ਅੱਛਾ, ਹੁਣ ਕੰਮ ਜਿਹੜਾ ਪ੍ਰਧਾਨ ਨੇ ਐਗਜ਼ੈਕਟਿਵ ਨੇ ਐਕਸ਼ਨ ਲੈਣਾ ਸੀ, 24 ਅਗਸਤ ਨੂੰ ਰਿਪੋਰਟ ਜਿਹੜੀ ਹੈ ਜਥੇਦਾਰ ਜੀ ਦਿੰਦੇ ਨੇ, 27 ਅਗਸਤ ਨੂੰ ਇਹ ਐਮਰਜੈਂਸੀ ਮੀਟਿੰਗ ਕਾਲ ਕਰਦੇ ਨੇ, ਕਿਸੇ ਮੈਂਬਰ ਨੇ ਨਹੀਂ ਦੇਖਿਆ ਪੜਤਾਲੀਆ ਰਿਪੋਰਟ ਕੀ ਲਿਖੀ ਹੈ। ਆਹੀ ਸਵਾਲ ਮੇਰਾ ਆ ਰਿਹਾ ਸੀ, ਇਹੀ ਅੱਗੇ ਸਵਾਲ ਆ ਰਿਹਾ ਸੀ। ਤੁਹਾਡੇ ਜਿਹੜੀ ਰਿਪੋਰਟ ਹੈ, ਪਹਿਲੀ ਗੱਲ ਤਾਂ ਰਿਪੋਰਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਜੱਜ ਨੂੰ ਦਿੱਤੀ। ਜੱਜ ਨੂੰ ਜਦੋਂ ਪਤਾ ਲੱਗਾ ਕਿ ਜਿਹੜਾ ਵਿਅਕਤੀ ਦੂਸਰੇ ਸੂਬੇ ਦਾ ਵਕੀਲ ਹੈ, ਉਹ ਵਿਅਕਤੀ ਬੀਇੰਗ ਏ ਜੱਜ, ਮੈਂ ਇਸ ਦੀ ਪੜਤਾਲ ਕਰਨੀ ਸੀ, ਉਹ ਵਿਅਕਤੀ ਪਹਿਲਾਂ ਹੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਕੁਝ ਦਿਨਾਂ ਬਾਅਦ ਉਹਨੇ ਆਪਣੀ ਮਜਬੂਰੀ ਦਿਖਾ ਦਿੱਤੀ ਕਿ ਮੈਂ ਘਰੇਲੂ ਰੁਝੇਵਿਆਂ ਕਰਕੇ ਰੁੱਝੀ ਹਾਂ, ਮੈਂ ਇਸ ਇਨਕੁਆਇਰੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੀ। ਸਵਾਲ ਹੈ ਨਹੀਂ, ਇਹ ਗੱਲ ਸਹੀ ਨਹੀਂ ਹੈ। ਉਹਨਾਂ ਨੇ ਜਿਹੜੀ
ਨਹੀਂ ਉਹਨਾਂ ਨੇ ਜ਼ਰੂਰ ਕਿਹਾ ਹੋਏਗਾ, ਹਾਂਜੀ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਉਹਨਾਂ ਦੀ ਉਮਰ 65 ਸਾਲ ਤੋਂ ਉੱਪਰ ਸੀ ਜੀ। ਉਹ ਆਪ ਇੱਕ ਵਾਰੀ ਵੀ ਨਹੀਂ ਆਏ, ਉਹਨਾਂ ਨੇ ਬਿਲਕੁਲ ਭਾਵੇਂ ਹਮਾਇਤ ਹਾਮੀ ਭਰੀ, ਹਾਂਜੀ। ਪਰ ਕਿਉਂਕਿ ਕਰੋਨਾ ਦਾ ਸਮਾਂ ਚੱਲ ਰਿਹਾ ਸੀ, ਬਿਲਕੁਲ। ਚੰਡੀਗੜ੍ਹ ਤੋਂ ਉਹਨਾਂ ਨੇ ਟਰੈਵਲ ਕਰਕੇ ਅੰਮ੍ਰਿਤਸਰ ਆ ਕੇ ਇਹ ਜਿਹੜਾ ਕਰਨਾ ਹੈ ਇਹ ਕਰਦੇ ਰਹੇ, ਟਾਲ ਮਟੋਲ ਕਰਦੇ ਰਹੇ। ਜੀ। ਫਿਰ ਅਲਟੀਮੇਟਲੀ ਉਹਨਾਂ ਦੀ ਕੋਈ ਇਸ਼ੂ ਆ ਗਿਆ। ਹੁਣ ਮੈਂ ਕਿਉਂ ਪਬਲਿਕਲੀ ਦੱਸਾਂ ਅਗਰ ਉਹਨਾਂ ਨੇ ਨਹੀਂ ਦੱਸਿਆ, ਠੀਕ ਹੈ, ਪਰ ਉਹਨਾਂ ਦਾ ਕੋਈ ਹੈਲਥ ਇਸ਼ੂ ਆ ਗਿਆ ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਤਾਂ ਮੇਰੇ ਕੋਲ ਪੋਸੀਬਲ ਨਹੀਂ ਟਰੈਵਲ ਕਰਨਾ। ਸੋ ਅਸੀਂ ਹਰ ਚੀਜ਼ ਦੇ ਵਿੱਚ ਨਾ ਅਲਟੀਰੀਅਰ ਮੋਟਿਵ ਨਾ ਦੇਖੀਏ। ਨਹੀਂ ਬਿਲਕੁਲ ਨਹੀਂ, ਮੈਂ ਤੁਹਾਡੀ ਗੱਲ ਬਿਲਕੁਲ ਮੈਂ ਤੁਹਾਡੇ ਨਾਲ ਐਗਰੀ ਕਰਦਾ ਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ, ਪੰਜਾਬ ਜਾਂ ਹਰਿਆਣਾ ਹਾਈ ਕੋਰਟ ਦੇ ਵਿੱਚ ਕੋਈ ਇਹੋ ਜਿਹਾ ਕਾਬਲ ਵਕੀਲ ਨਹੀਂ ਸੀ ਜਿਹੜਾ ਸਾਰੀ ਹੋਏ ਐਡੇ ਵੱਡੇ ਸਕੈਂਡਲ ਦੀ ਇਨਕੁਆਇਰੀ ਦੇ ਵਿੱਚ ਸ਼ਾਮਲ ਹੋ ਸਕਦਾ, ਜਾਂ ਕੋਈ ਜੱਜ ਹੋ। ਦੇਖੋ ਇਹ ਇੰਨਾ ਵੱਡਾ ਸਕੈਂਡਲ ਸਭ ਤੋਂ ਪਹਿਲੇ ਹੈ ਹੀ ਨਹੀਂ। ਓਕੇ। ਕਿਉਂਕਿ ਜਦੋਂ ਤੁਸੀਂ ਲੈਜਰਸ ਚੈੱਕ ਕਰਕੇ, ਪਹਿਲਾਂ ਤਾਂ ਦੇਖੋ ਕੋਈ ਵੀ ਅਗਰ ਪ੍ਰੋਬਲਮ ਹੋਏ ਸਭ ਤੋਂ ਪਹਿਲੇ ਇਨ ਹਾਊਸ ਇਨਕੁਆਇਰੀ ਹੁੰਦੀ ਹੈ। ਹਾਂਜੀ। ਇਨ ਹਾਊਸ ਇਨਕੁਆਇਰੀ ਤਾਂ ਹੋਈ ਨਹੀਂ। ਓਕੇ ਓਕੇ। ਮਸਲਾ ਤਾਂ ਇਹ ਹੈ, ਇਸ ਲਈ ਮੈਂ ਕਹਿ ਰਹੀ ਹਾਂ ਇਹਨੂੰ ਇਮੈਚੁਰਿਟੀ ਨਾਲ ਹੈਂਡਲ ਕੀਤਾ ਗਿਆ ਹੈ। ਤੁਹਾਡੇ ਦਫ਼ਤਰ ਵਿੱਚ ਰਿਕਾਰਡ ਹੈ, ਤੁਹਾਡਾ ਸਟਾਫ ਹੈ, ਗਲਤੀ ਕੀਤੀ, ਤੁਹਾਡੇ ਕੋਲ ਫਲਾਈਂਗ ਦੇ ਬੰਦੇ ਨੇ, ਤੁਹਾਡੇ ਕੋਲ ਅਫਸਰ ਹਨ ਜਿਨ੍ਹਾਂ ਦਾ ਕੰਮ ਹੈ ਚੈੱਕ ਕਰਨਾ। ਬਿਲਕੁਲ। ਤੇ ਜੇ ਇੱਕ ਕੋਲ ਗਲਤੀ ਹੋਈ ਹੈ ਤੁਸੀਂ ਚੈੱਕ ਕਿਉਂ ਨਹੀਂ ਕਰ ਰਹੇ? ਬਾਹਰਲੇ ਬੰਦੇ ਇਨਵੋਲਵ ਕਰ ਰਹੇ ਹੋ ਤੇ ਜੱਜ ਦਾ ਤਾਂ ਮਤਲਬ ਹੀ ਕੋਈ ਨਹੀਂ ਸੀ ਆਉਣ ਦਾ। ਓਕੇ। ਜਿਹੜਾ ਕਮਿਸ਼ਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਣਾਇਆ ਹੈ, ਬੈਠਾ ਹੈ, ਉਹਨਾਂ ਨੇ ਇਨਕੁਆਇਰੀ ਕੀਤੀ ਹੈ। ਇਨਕੁਆਇਰੀ ਕਰਨ ਤੋਂ ਬਾਅਦ ਜਿਹੜੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਿੱਤੀ ਹੈ ਕਿ ਉਸ ਰਿਪੋਰਟ ਦੀਆਂ ਕਾਪੀਆਂ ਸਾਰੇ ਮੈਂਬਰ ਸਾਹਿਬਾਨ ਨੂੰ ਸੌਂਪੀਆਂ ਗਈਆਂ ਨੇ ਕਿ ਇਹਦੇ ਵਿੱਚ ਆ ਰਿਜ਼ਲਟ ਨਿਕਲਿਆ। ਇਹੀ ਗੱਲ ਤਾਂ ਮੈਂ ਹਾਊਸ ਵਿੱਚ ਕਰ ਰਹੀ ਸੀ। ਇਹ ਜਿਹੜਾ ਬਜਟ ਸੈਸ਼ਨ ਸੀ ਸਾਡਾ, ਉਹਦੇ ਵਿੱਚ ਇਹੀ ਗੱਲ ਮੈਂ ਕਰ ਰਹੀ ਸੀ ਕਿ ਤੁਸੀਂ ਜਿਹੜੀ ਪੜਤਾਲ ਦੀ ਰਿਪੋਰਟ ਹੈ, ਹੁਣ ਜਿਹੜੀ 24 ਤਰੀਕ ਨੂੰ ਜਿਸ ਤਰ੍ਹਾਂ ਪਹਿਲੇ ਗੱਲ ਕਰ ਰਹੀ ਸੀ, ਰਿਪੋਰਟ ਪੇਸ਼ ਹੋਈ, 27 ਨੂੰ ਇਹਨਾਂ ਨੇ ਐਗਜ਼ੈਕਟਿਵ ਮੀਟਿੰਗ ਕਾਲ ਕਰਕੇ ਤੇ 15-16 ਬੰਦਿਆਂ ਦੇ ਉੱਪਰ ਐਕਸ਼ਨ ਡਿਕਲੇਅਰ ਕਰਤਾ ਜੀ। 1 ਮਹੀਨਾ ਹੋ ਗਿਆ, ਹਾਲੇ ਤੱਕ ਉਹਨਾਂ ਨੂੰ ਕਿਸੇ ਦੇ ਉੱਪਰ ਕਾਰਵਾਈ ਨਹੀਂ ਹੋਈ ਜੀ, ਕਿਸੇ ਨੂੰ ਆਰਡਰਸ ਨਹੀਂ ਮਿਲੇ ਦਫ਼ਤਰ ਦੇ ਜੀ। ਇਸ ਲਈ ਨਹੀਂ ਮਿਲੇ ਨਾ ਕਿਉਂਕਿ ਜਿਹੜੀ ਤੁਸੀਂ ਕਾਰਵਾਈ ਕੀਤੀ ਉਹ ਕੱਚੀ ਪੱਕੀ ਸੀ। ਕਿਸੇ ਇਹਦਾ ਮਤਲਬ ਹੈ ਕੱਲ ਹੀ ਕੀਤੀ ਗਈ ਕਾਰਵਾਈ ਹੈ, ਜਿਹਦਾ ਦੇਖੋ ਮੁਲਾਜ਼ਮ ਨੂੰ ਜਦੋਂ ਤੁਸੀਂ ਅਪਾਇੰਟ ਕਰਦੇ ਹੋ ਕੁਝ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ, ਤੁਸੀਂ ਉਹਨੂੰ ਡਿਸਮਿਸ ਕਰਨਾ ਹੈ ਤੇ ਉਹਨੂੰ ਪਹਿਲੇ ਚਾਰਜ ਸ਼ੀਟ ਕਰੋਗੇ, ਪਹਿਲੇ ਉਹਨੂੰ ਦੱਸੋਗੇ ਤੇਰਾ ਦੋਸ਼ ਕੀ ਹੈ, ਫਿਰ ਯੂ ਗਿਵ ਹਿਮ ਐਨ ਓਪਰਚੁਨਿਟੀ ਕਿ ਵੀ ਤੂੰ ਦੱਸ ਵੀ ਤੇਰਾ ਪੱਖ ਕੀ ਹੈ, ਔਰ ਫਿਰ ਫੈਸਲਾ ਲਿਆ ਜਾਂਦਾ ਹੈ। ਸ਼ੋ ਕਾਜ਼ ਨੋਟਿਸ ਕਹਿੰਦੇ ਹਾਂਜੀ, ਸ਼ੋ ਕਾਜ਼ ਨੋਟਿਸ ਦੇ ਕੇ ਇਹ ਹੁਣ ਕਿਤੇ ਇਹ ਪ੍ਰੋਸੈਸ ਤਾਂ ਫੋਲੋ ਹੋਇਆ ਨਹੀਂ। ਤਾਂ ਇਸ ਲਈ ਅਸੀਂ ਜਨਰਲ ਹਾਊਸ 'ਚ ਗੱਲ ਕੀਤੀ ਕਿ ਜਿਹੜੀ ਪੜਤਾਲੀਆ ਰਿਪੋਰਟ ਆਈ ਹੈ ਉਹ ਸਾਰੇ ਮੈਂਬਰਾਂ ਨੂੰ ਭੇਜੀ ਜਾਵੇ ਔਰ ਫਿਰ ਇੱਕ ਸਬ ਕਮੇਟੀ ਬਣਾਈ ਜਾਏ ਜਿਹੜੇ ਇਸ ਪੜਤਾਲੀਆ ਰਿਪੋਰਟ ਨੂੰ, ਜਿਸ 1150 ਪੇਜ ਦੀ ਰਿਪੋਰਟ ਹੈ, ਤੇ ਇਹਨੂੰ ਪੜ੍ਹ ਕੇ ਇਹਦੇ ਤੇ ਐਕਸ਼ਨ ਲੈਣ ਵਾਸਤੇ ਵੀ ਤਾਂ ਡੈਡੀਕੇਟਿਡ ਟਾਈਮ ਚਾਹੀਦਾ ਨਾ। ਹਰ ਮੈਂਬਰ ਤਾਂ ਨਹੀਂ ਕੱਢ ਸਕਦਾ, 2-3 ਮੈਂਬਰਾਂ ਦੀ ਡਿਊਟੀ ਲਾਈ ਜਾਏ ਜਿਹੜੇ ਕਿ ਇਹਨੂੰ ਪੜ੍ਹ ਕੇ ਪੜਤਾਲੀਆ ਰਿਪੋਰਟ ਸਾਰੀ ਤੇ ਇਹਦੇ ਉੱਪਰ ਐਕਸ਼ਨ ਕਰਨ। ਓਕੇ। ਤੇ ਇੱਕ ਹੋਰ ਤੁਹਾਨੂੰ ਭੈਣ ਜੀ ਗੱਲ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀ ਟਾਸਕ ਫੋਰਸ ਆ ਉਹਦੀ ਕੀ ਡਿਊਟੀ ਹੁੰਦੀ ਹੈ, ਇਹ ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ। ਟਾਸਕ ਫੋਰਸ ਆਮ ਤੌਰ ਤੇ ਨਾ ਰਿਟਾਇਰਡ ਫੌਜੀ ਹੁੰਦੇ ਨੇ ਔਰ ਇਹਦੇ ਵਿੱਚ ਜ਼ਿਆਦਾਤਰ ਜਿਹੜੇ 1984 ਦੇ ਵਿੱਚ ਆਰਮੀ ਦੇ ਨਾਲ ਉਹ ਜਿਹੜੀ ਅਪਰਾਈਜ਼ਿੰਗ ਹੋਈ ਸੀ ਉਹਦੇ ਵਿੱਚ ਇੰਪੈਕਟ ਹੋਏ ਸੀ, ਜ਼ਿਆਦਾਤਰ ਉਹ ਹੁੰਦੇ ਸਨ। ਪਰ ਹੁਣ ਕਿਉਂਕਿ ਕਾਫੀ ਸਮਾਂ ਹੋ ਗਿਆ, ਇੱਕ ਏਜ ਬਾਰ ਵੀ ਹੁੰਦਾ ਹੈ, ਤੇ ਟਾਸਕ ਫੋਰਸ ਦਾ ਜਨਰਲੀ ਜਿਹੜਾ ਮਤਲਬ ਹੁੰਦਾ ਹੈ ਨਾ ਉਹ ਮੈਨੇਜਮੈਂਟ ਪ੍ਰਬੰਧ ਕੰਟਰੋਲ ਕਰਨਾ ਹੁੰਦਾ ਹੈ। ਪ੍ਰਬੰਧ ਕੰਟਰੋਲ ਮਤਲਬ ਕਿ ਕਰਾਊਡ ਕੰਟਰੋਲ, ਜਾਂ ਜਿਸ ਤਰ੍ਹਾਂ ਹੁਲੀਗਨਿਜ਼ਮ ਹੋ ਜਾਏ, ਜਿਸ ਤਰ੍ਹਾਂ ਤੁਸੀਂ ਦੇਖਿਆ ਸਾਡੇ ਬੰਦੇ ਇਕੱਠੇ ਹੋ ਜਾਂਦੇ ਹੈਗੇ, ਹੱਲਾ ਗੁੱਲਾ ਕਰਦੇ ਹੈਗੇ ਜੀ, ਉਸ ਹੱਲੇ ਗੁੱਲੇ ਨੂੰ ਕੰਟਰੋਲ ਕਰਨ ਵਾਸਤੇ, ਕਿਉਂਕਿ ਅਸੀਂ ਪੁਲਿਸ ਨਹੀਂ ਇਨਕਰੇਜ ਕਰਦੇ ਕਿ ਪੁਲਿਸ ਅੰਦਰ ਆਵੇ ਜੀ ਜੀ ਜੀ। ਪਰ ਤੁਸੀਂ ਇਹ ਵੀ ਦੇਖੋ ਨਾ ਕਿ ਹਰ ਬੰਦਾ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਆ ਰਿਹਾ ਉਹ ਸਿਰਫ ਆਸਥਾ ਦੇ ਨਾਲ ਨਹੀਂ ਆ ਰਿਹਾ, ਉਹ ਸਿਰਫ ਧਾਰਮਿਕ ਭਾਵਨਾਵਾਂ ਨਾਲ ਨਹੀਂ ਆ ਰਿਹਾ, ਸ਼ਰਾਰਤੀ ਅੰਸਰ ਵੀ ਵਿੱਚ ਆ ਰਿਹਾ ਹੈ। ਬਿਲਕੁਲ ਬਿਲਕੁਲ। ਉਹ ਸ਼ਰਾਰਤੀ ਅੰਸਰ ਨੂੰ ਕੰਟਰੋਲ ਕਰਨ ਵਾਸਤੇ ਵੀ ਤਾਂ ਸਾਨੂੰ ਆਪਣੇ ਸਟਾਫ ਦੇ ਵਿੱਚ ਬੰਦੇ ਚਾਹੀਦੇ ਨੇ। ਸੋ ਜਨਰਲੀ ਸਾਬਕਾ ਫੌਜੀ ਹੁੰਦੇ ਜਿਹੜੇ ਟਾਸਕ ਫੋਰਸ ਦੇ ਵਿੱਚ ਭਰਤੀ ਕੀਤੇ ਜਾਂਦੇ ਜੀ। ਤੁਸੀਂ ਕਿਹਾ ਹੈ ਕਿ ਕੁਝ ਕੁ ਸ਼ਰਾਰਤੀ ਅੰਸਰ ਆਉਂਦੇ ਨੇ, ਕਿਉਂਕਿ ਜਿਹੜੇ ਬਾਹਰੋਂ ਸ਼ਰਾਰਤੀ ਅੰਸਰ ਆਉਂਦੇ ਨੇ
ਉਹਨਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨਾਂ ਤੋਂ ਵੱਡੇ ਸ਼ਰਾਰਤੀ ਅਨਸਰ ਕੁਝ ਬੈਠੇ ਨੇ, ਜਿਹੜੇ ਸਾਡੀ ਐਡੀ ਵੱਡੀ ਧਾਰਮਿਕ ਸੰਸਥਾ ਨੂੰ ਢਾਹ ਲਾਉਣ ਦੇ ਲਈ ਕੰਮ ਕਰ ਰਹੇ ਨੇ। ਪਿਛਲੇ ਦਿਨੀ ਜਿਹੜਾ ਅੱਜ ਵੀ ਉੱਥੇ ਰੋਸ ਮੁਜ਼ਾਹਰਾ ਲਗਾਤਾਰ ਕਈ ਦਿਨਾਂ ਤੋਂ ਚੱਲ ਰਿਹਾ ਹੈ, ਜਿਹੜੇ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰੂ ਰਾਮਦਾਸ ਸਰਾਂ ਦੇ ਵਿਚਾਲੇ ਜਿਹੜੀ ਥਾਂ ਹੈ ਉੱਥੇ ਬਹਿ ਕੇ ਇੱਕ ਰੋਸ ਮੁਜ਼ਾਹਰਾ ਕਰ ਰਹੇ ਸਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾ ਤੁਸੀਂ 12 13 18 ਬੰਦੇ ਨਾਮਜ਼ਦ ਕਰ ਦਿੱਤੇ, ਦੋਸ਼ੀ ਬਣਾ ਦਿੱਤੇ ਕਿ ਇਹ ਦੋਸ਼ੀ ਨੇ, ਪਰ ਉਹ ਬੀੜਾਂ ਕਿੱਥੇ ਨੇ? ਆਕਾਸ਼ ਦੇ ਵਿੱਚ ਉੱਡ ਗਈਆਂ ਜਾਂ ਧਰਤੀ ਖਾ ਗਈ? ਉਹ ਬੀੜਾਂ ਕਿੱਥੇ ਗਈਆਂ? ਬਰਗਾੜੀ ਕਾਂਡ ਦੇ ਵਿੱਚ ਬੀਬਾ ਜੀ ਇੱਕ ਬੀੜ ਗੁੰਮ ਹੋਈ ਸੀ ਤੇ ਪੂਰਾ ਸੰਸਾਰ ਹਿਲ ਗਿਆ ਸੀ। ਇਹ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਬੀੜਾਂ ਗੁੰਮ ਹੁੰਦੀਆਂ ਨੇ। ਗੁੰਮਸ਼ੁਦਗੀ ਦਾ ਰਿਕਾਰਡ ਕੀ ਹੈ, ਕਿੱਥੇ ਗਈਆਂ? ਮੇਰੇ ਕੋਲ ਆ ਫੋਨ ਹੈ, ਮੈਂ ਜਿਸ ਵਕਤ ਇੱਥੇ ਬੈਠਾ ਗੱਲਬਾਤ ਕਰ ਰਹੇ ਹਾਂ, ਮੇਰੇ ਫੋਨ ਦੀ ਲੋਕੇਸ਼ਨ ਮੇਰੇ ਘਰਦਿਆਂ ਨੂੰ ਪਤਾ ਹੈ ਕਿ ਮੈਂ ਕਿਹੜੇ ਸ਼ਹਿਰ ਦੇ ਵਿੱਚ 20 ਫੁੱਟ ਦੇ ਏਰੀਏ ਦੇ ਵਿੱਚ ਬੈਠਾ, ਉਹਨਾਂ ਨੂੰ ਸਾਰਾ ਪਤਾ ਹੈ। ਇਹ ਤਾਂ ਫੋਨ ਹੈ, ਛੋਟੀ ਜੀ ਪ੍ਰਾਪਰਟੀ ਹੈ, ਜਿਹਨੂੰ ਅਸੀਂ ਜਾਗਤ ਜੋਧ ਸਰਬ ਸ਼ਕਤੀਮਾਨ ਵਾਲੀਏ ਦੋ ਜਹਾਨ ਚਵਰ ਤਖਤ ਦੇ ਮਾਲਕ ਸ਼ਬਦ ਗੁਰੂ ਕਹਿੰਦੇ ਆ। ਕੀ ਗੱਲ ਇੰਨੇ ਸਾਲ 1920 ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੇ ਇੱਕ ਫੋਨ ਦੀ ਨਵੀਂ ਟੈਕਨੋਲੋਜੀ ਤਾਂ ਆ ਸਕਦੀ ਹੈ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਟਰੈਕ ਕਰਨ ਦੇ ਲਈ ਕੋਈ ਸਿਸਟਮ ਅਜੇ ਤੱਕ ਇਜਾਦ ਨਹੀਂ ਹੋ ਸਕਿਆ। 1000 ਕਰੋੜ ਤੋਂ ਵੱਧ ਦਾ ਜਿਹੜਾ ਸਾਲਾਨਾ ਬਜਟ ਹੋਵੇ, ਉਹਨਾਂ ਕੋਲ ਇੰਨੀ ਟੈਕਨੋਲੋਜੀ ਨਹੀਂ। ਜਿਹੜੇ 10-10 ਲੱਖ ਰੁਪਏ ਮਹੀਨੇ ਦੇ ਮੁਲਾਜ਼ਮ ਰੱਖੇ ਹੋਏ ਨੇ, ਉਹ ਕਾਹਦੇ ਲਈ ਰੱਖੇ ਹੋਏ ਨੇ? ਉਹਨਾਂ ਨੂੰ ਪਤਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਗਾਇਬ ਹੋ ਗਏ। ਦੇਖੋ, ਜਿਹੜੇ ਤੁਸੀਂ ਦੋ ਮਿਸਾਲਾਂ ਨੂੰ ਕੰਪੇਅਰ ਕਰ ਰਹੇ ਹੋ, ਇਹਨਾਂ ਦੋਵਾਂ 'ਚ ਫਰਕ ਹੈ ਜੀ। ਜਦੋਂ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ ਸੀ ਜੀ, ਉਹ ਸਿੱਖ ਕੌਮ ਨੂੰ ਲਲਕਾਰ ਕੇ ਹੋਈ ਸੀ। ਬਿਲਕੁਲ ਲਲਕਾਰਾ ਮਾਰਾ ਗਿਆ ਸੀ ਵੀ ਤੁਹਾਡਾ ਗੁਰੂ ਸਾਡੇ ਕੋਲ ਹੈ। ਬਿਲਕੁਲ ਇਸ ਕਰਕੇ ਉਹ ਇੱਕ ਬੀੜ ਜਿਹੜੀ ਸੀ ਉਹ ਸਾਡੇ ਵਾਸਤੇ ਇੰਨੀ ਜ਼ਿਆਦਾ ਮਹੱਤਵਪੂਰਨ ਹੋ ਗਈ, ਕਿਉਂਕਿ ਉਹਦੇ ਨਾਲ ਕੌਮ ਦੀ ਜਿਹੜੀ ਅਣਖ ਸੀ ਉਹ ਜੋੜ ਦਿੱਤੀ ਗਈ ਸੀ ਕਿ ਵੀ ਅਸੀਂ ਘਰ ਚੱਲੇ ਆ, ਇੰਜ ਤੁਸੀਂ ਸਾਂਭ ਸਕਦੇ ਹੋ ਤੇ ਤੁਸੀਂ ਸਾਂਭ ਲਓ। ਠੀਕ ਹੈ। ਜਿਹੜੀ 328 ਬੀੜਾਂ ਵਾਲੀ ਗੱਲ ਹੈ, ਇਹ ਸਾਡੇ ਦਫ਼ਤਰ ਦੇ ਵਿੱਚ ਕੀ ਗੜਬੜ ਹੋਈ ਹੈ, ਕੀ ਕਰਪਸ਼ਨ ਹੋਈ ਹੈ, ਕਿਹਦੀ ਨੀਅਤ ਬੱਧ ਹੋਈ ਹੈ, ਕਿਹਨੇ ਕੀ ਕੀਤਾ ਹੈ, ਇਹ ਇੱਕ ਵੱਖਰੀ ਤਰ੍ਹਾਂ ਦਾ ਮਸਲਾ ਹੈ। ਓਕੇ, ਪਰ ਇਸ ਮੈਂ 100% ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਜਿਹੜੀਆਂ 328 ਬੀੜਾਂ ਦਾ ਇੱਕ ਨੰਬਰ ਆਇਆ ਹੈ, ਆਖਿਰ ਉਹ ਗਈਆਂ ਕਿੱਥੇ, ਇਹ ਸਾਨੂੰ ਜੀ ਪਤਾ ਵੀ ਕਰਨਾ ਚਾਹੀਦਾ ਹੈ, ਦੱਸਣਾ ਵੀ ਚਾਹੀਦਾ ਹੈ। ਔਰ ਮੈਂ ਇੱਥੋਂ ਤੱਕ ਕਹਿ ਦਵਾਂ ਕਿ ਜੇ ਨਹੀਂ ਟ੍ਰੇਸ ਹੁੰਦੀਆਂ, ਨਹੀਂ ਪਤਾ ਲੱਗਦੀਆਂ, ਤਾਂ ਵੀ ਸੱਚ ਬੋਲੋ। ਬਿਲਕੁਲ, ਤਾਂ ਵੀ ਦੱਸ ਦਿਓ। ਬਿਲਕੁਲ, ਇਹੀ ਤਾਂ ਤੁਸੀਂ ਕਹਿ ਰਹੇ ਹੋ। ਕਿਉਂਕਿ ਤੁਸੀਂ ਕਹਿ ਰਹੇ ਹੋ ਕੋਲੋਂ ਇਹ ਚੀਜ਼ਾਂ ਲੁਕਾਉਣ ਵਾਲੀਆਂ ਨਹੀਂ ਹਨ ਜੀ। ਸੋ ਪਰ ਮੈਂ ਇੱਕ ਗੱਲ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਜਦ ਤੱਕ ਸਾਡੇ ਕੋਲ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਸਾਹਮਣੇ ਨਹੀਂ ਆਉਂਦੀ ਤੇ ਸਾਨੂੰ ਇਹ ਨਹੀਂ ਪਤਾ ਲੱਗ ਸਕਦਾ ਕਿ ਉਹਨਾਂ ਨੇ ਪੜਤਾਲ ਕੀਤੀ ਕੀ ਹੈ ਤੇ ਕੀ ਅਸੀਂ ਉਹਦੀ ਓਪੀਨੀਅਨ ਦਈਏ। ਪਰ ਨਿੱਜੀ ਤੌਰ ਦੇ ਉੱਪਰ, ਕਿਉਂਕਿ ਮੈਂ ਇੰਨੀ ਦੇਰ ਦੀ ਸ਼੍ਰੋਮਣੀ ਕਮੇਟੀ ਦੀ ਮੈਂਬਰ ਆ, ਥੋੜੀ ਬਹੁਤ ਵਰਕਿੰਗ ਸਮਝਦੇ ਆ, ਤੇ ਮੈਂ ਕੇਵਲ ਆਪਣੇ ਅੰਦਾਜ਼ੇ ਦੀ ਗੱਲ ਕਰ ਰਹੀ ਹਾਂ, ਇਹਨੂੰ ਕਿਤੇ ਆਫੀਸ਼ੀਅਲ ਨਾ ਲਿਆ ਜਾਵੇ। ਮੇਰਾ ਅੰਦਾਜ਼ਾ ਇਹ ਹੈ ਕਿ ਜਦੋਂ ਦੇਖੋ ਇਹ ਬੀੜਾਂ ਕਿਤੇ ਪੰਜਾਬ ਵਿੱਚ ਗਈਆਂ ਤਾਂ ਲੱਗਦੀਆਂ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਵੀ ਜਾਂਦੀਆਂ ਉਹ ਆਪ ਆ ਜਾਂਦੀ ਹੈ ਸੰਗਤ, ਜਾਂ ਆਪ ਜਿਹਨੇ ਆਪਣੇ ਘਰ ਪ੍ਰਕਾਸ਼ ਕਰਨਾ ਹੈ, ਜਿੱਥੇ ਵੀ ਕਰਨਾ ਹੈ, ਆਪ ਆ ਕੇ ਲੈ ਜਾਂਦੇ ਨੇ। ਹੁਣ ਜਦੋਂ ਦੂਰ ਬੀੜਾਂ ਜਾਣੀਆਂ, ਮੰਨ ਲਓ ਕਲਕੱਤੇ ਬੀੜ ਜਾਣੀ ਆ, ਤੇ ਉਸ ਵਕਤ ਕੀ ਹੁੰਦਾ ਹੈ ਕਿ ਜਦੋਂ ਸਾਡੇ ਕੋਲ ਇੱਕ ਡਿਮਾਂਡ ਆ ਜਾਂਦੀ ਹੈ ਕਿ 200 ਜਾਂ 250 ਬੀੜਾਂ ਚਾਹੀਦੀਆਂ, ਉਸ ਵਕਤ ਦਫ਼ਤਰ ਤੋਂ ਇੱਕ ਬਕਾਇਦਾ ਆਰਡਰ ਪੈਂਦਾ ਹੈ ਕਿ ਫਲਾਣੀ ਮੰਗ ਤੇ ਫਲਾਣੀ ਜਗ੍ਹਾ ਤੇ ਇੰਨੀਆਂ ਬੀੜਾਂ ਜਾਣੀਆਂ, ਫਲਾਣੇ ਸਟਾਫ ਦੀ ਬਕਾਇਦਾ ਡਿਊਟੀ ਲੱਗਦੀ ਹੈ, ਔਰ ਅਕਾਊਂਟ ਬ੍ਰਾਂਚ ਨੂੰ ਦੱਸਿਆ ਜਾਂਦਾ ਹੈ ਵੀ ਇੰਨੀ ਭੇਟਾਂ ਆਣੀਆਂ ਤੇ ਇੰਨੇ ਦੇ ਚੈੱਕ ਤੁਹਾਡੇ ਕੋਲ ਜਮ੍ਹਾਂ ਹੋਣੇ ਚਾਹੀਦੇ ਜੀ। ਤੇ ਫਿਰ ਉਹ ਗੱਡੀ ਜਿਹੜੀ ਹੈ ਉਹ ਰਵਾਨਾ ਕਰ ਦਿੱਤੀ ਜਾਂਦੀ ਹੈ। ਹੁਣ ਉਹ ਗੱਡੀ ਦੀ ਜਿਹੜੀਆਂ ਬੀੜਾਂ ਉਹ ਉਹੀ ਬੰਦੇ ਰੱਖਦੇ ਨੇ ਜਿਨ੍ਹਾਂ ਦੇ ਉੱਪਰ ਅੱਜ ਦੋਸ਼ ਹੈ ਜੀ। ਠੀਕ ਹੈ।
ਪਰ ਹੁੰਦਾ ਕੀ ਹੈ ਕਿ ਜਦੋਂ ਇਹ ਅਕਾਊਂਟਡ ਬੀੜਾਂ ਜਾ ਰਹੀਆਂ ਉਹਦੇ ਨਾਲ ਕੋਈ 10-20 ਐਕਸਟਰਾ ਰੱਖੀਆਂ ਜਾਂਦੀਆਂ ਨੇ। ਅੱਛਾ, ਉਹ ਐਕਸਟਰਾ ਰੱਖਣ ਦਾ ਪਰਪਸ ਇਹ ਹੁੰਦਾ ਹੈ ਕਿ ਵੀ ਜਦੋਂ ਬੱਸ ਨੇ 3 ਦਿਨ ਉਹਨੂੰ ਲੱਗ ਜਾਣ, 2 ਦਿਨ ਲੱਗ ਜਾਣ, 4 ਦਿਨ ਲੱਗ ਜਾਣ ਰਸਤੇ 'ਚ, ਉਹਨਾਂ ਨੇ ਰਸਤੇ 'ਚ ਪੜਾ ਤਾਂ ਗੁਰਦੁਆਰੇ 'ਚ ਹੀ ਕਰਨਾ ਹੈ। ਬਿਲਕੁਲ। ਫਿਰ ਕਈ ਵਾਰ ਹੁੰਦਾ ਹੈ ਕਿ ਜਦੋਂ ਬੱਸ ਗੁਰੂ ਗ੍ਰੰਥ ਸਾਹਿਬ ਦੇ ਬੀੜਾ ਲੈ ਕੇ ਜਾਂਦੀ ਹੈ, ਕਈ ਵਾਰ ਨੇੜੇ ਦੀ ਸੰਗਤ ਚੋਂ, ਨੇੜੇ ਦੇ ਗੁਰਦੁਆਰਿਆਂ ਤੋਂ ਲੋਕ ਆ ਜਾਂਦੇ ਨੇ ਕਿ ਵੀ ਸਾਨੂੰ ਬੀੜ ਚਾਹੀਦੀ ਹੈ। ਹੁਣ ਕਿਉਂਕਿ ਇਹਨਾਂ ਕੋਲ ਕਾਊਂਟਡ ਹੁੰਦੀਆਂ ਨੇ, ਉਹਦੇ ਵਿੱਚੋਂ ਦੇ ਨਹੀਂ ਸਕਦੇ। ਓਕੇ, ਤੁਸੀਂ ਸੰਗਤ ਨੂੰ ਕਹਿ ਨਹੀਂ ਸਕਦੇ ਕਿ ਵੀ ਅਸੀਂ ਤੁਹਾਨੂੰ ਇਹ ਬੀੜ ਨਹੀਂ ਦੇ ਸਕਦੇ, ਕਿਉਂਕਿ ਅਗਲਿਆਂ ਨੂੰ ਤਾਂ ਦਿਸਦੀ ਪਈ ਹੈ ਤੁਹਾਡੀ ਬੱਸ ਭਰੀ ਪਈ ਹੈ। ਓਕੇ। ਸੋ ਇਹ ਜਿਹੜੀਆਂ ਐਕਸਟਰਾ ਬੀੜਾਂ ਹੁੰਦੀਆਂ ਉਸ ਵਕਤ ਇੱਕ ਇੱਕ ਦੋ ਦੋ ਕਰਕੇ ਜਿਸ ਤਰ੍ਹਾਂ ਮੰਗ ਹੈ ਕਈ ਵਾਰ ਦੇ ਦਿੱਤੀਆਂ ਜਾਂਦੀਆਂ, ਔਰ ਬਕਾਇਦਾ ਉਹਨਾਂ ਨੂੰ ਜਦੋਂ ਗੱਡੀ ਵਾਪਸ ਆਉਂਦੀ ਹੈ ਤੇ ਇਹ ਜਿਹੜੀਆਂ ਅਨਕਾਊਂਟਡ ਬੀੜਾਂ ਗਈਆਂ ਹੁੰਦੀਆਂ ਇਹਨਾਂ ਦਾ ਹਿਸਾਬ ਦੇ ਕੇ ਤੇ ਪੈਸੇ ਜਮ੍ਹਾਂ ਕਰਾਣੇ ਹੁੰਦੇ ਨੇ। ਓਕੇ, ਅੱਛਾ। ਔਰ ਹਾਂਜੀ, ਹੁਣ ਇਹ ਜਿਹੜੀ ਇਹ ਲੱਗਦਾ ਇੰਜ ਹੈ ਕਿ ਜਿਹੜੀਆਂ ਇਹ ਅਨਕਾਊਂਟਡ ਜਾਂਦੀਆਂ ਸੀ ਉਹ ਕਿਤੇ ਲੱਗਦਾ ਹੈ ਜੇਬਾਂ 'ਚ ਪੈਸੇ ਜਾਂਦੇ ਰਹੇ। ਓਕੇ, ਇਹ ਗੜਬੜ ਹੋਈ ਲੱਗਦੀ ਹੈ। ਓਕੇ, ਹੋ ਸਕਦਾ ਬੀੜਾਂ ਬੰਬੇ ਜਾਂ ਕਲਕੱਤੇ ਜਾਣ ਨਾਲੋਂ ਉਸ ਥਾਂ ਦੇ ਉੱਤੇ ਅੰਮ੍ਰਿਤਸਰ ਤੋਂ ਸਰਸਾ ਕੋ ਬਹੁਤਾ ਲੰਮਾ ਦੂਰ ਨਹੀਂ, ਕਿਉਂਕਿ ਸਰਸੇ ਵਾਲਿਆਂ ਦੀ ਜਿੰਨੀ ਮਦਦ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ, 92 ਲੱਖ ਰੁਪਏ ਦੇ ਇਸ਼ਤਿਹਾਰ ਦੇ ਕੇ ਉਹਨੂੰ ਮੁਜਰਮ ਤੋਂ ਇੱਕ ਸਾਫ ਸੁਥਰਾ ਵਿਅਕਤੀ ਦਿਖਾਇਆ ਗਿਆ, ਜਿਹੜਾ ਇੱਕ ਕਾਤਲ ਹੈ, ਮੰਨ ਲਿਆ ਜਿਹੜਾ ਕੌਮ ਨੇ ਮੰਨ ਲਿਆ। ਹੋ ਸਕਦਾ ਹੈ ਕਿ ਡੇਰਿਆਂ ਦੇ ਵਿੱਚ, ਮਨਮਤੀਆਂ ਦੇ ਡੇਰਿਆਂ ਦੇ ਵਿੱਚ ਭੇਜੀਆਂ ਗਈਆਂ ਹੋਣ, ਕਿਉਂਕਿ ਜਿਹੜਾ ਕੰਮ RSS ਕਰ ਰਹੀ ਹੈ, ਮੈਂ ਇੱਕ ਸਪਸ਼ਟ ਗੱਲ ਤੁਹਾਨੂੰ ਦੱਸਦੇ ਹਾਂ, ਮੈਨੂੰ ਅੱਜ ਵੀ ਚੇਤੇ ਹੈ, ਕਿਉਂਕਿ ਤੁਸੀਂ ਬੜੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਵਿੱਚੋਂ। ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜਦੋਂ ਅਕਾਲ ਤਖਤ ਦੇ ਜਥੇਦਾਰੀ ਤੋਂ ਹਟਦੇ ਆ, ਇੱਕ ਹਫ਼ਤਾ ਪਹਿਲਾਂ, ਤਕਰੀਬਨ 2 ਹਫ਼ਤੇ ਪਹਿਲਾਂ ਦੀ ਗੱਲ ਹੈ, ਉਹਨਾਂ ਦੇ PA ਸਨ ਪ੍ਰਿਥੀਪਾਲ ਸਿੰਘ ਸੰਧੂ। ਤੁਹਾਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਕਿਉਂਕਿ ਤੁਸੀਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਬਹੁਤੇ ਜਿਹੜੇ ਮਤੇ ਪਾਸ ਹੋਏ ਨੇ, ਜਿਹੜੀਆਂ ਮੀਟਿੰਗ ਹੋਈਆਂ ਨੇ, ਉਹਨਾਂ ਦੇ ਵਿੱਚ ਬੀਬੀ ਕਿਰਨਜੋਤ ਕੌਰ ਦਾ ਬੜਾ ਵੱਡਾ ਕੰਟਰੀਬਿਊਸ਼ਨ ਸੀ। ਤੁਸੀਂ ਉਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਹੋ। ਇਹ ਗੱਲ ਕੁਝ ਹਫ਼ਤੇ ਪਹਿਲਾਂ ਰੁਲਦਾ ਸਿੰਘ ਅਕਾਲ ਤਖਤ ਦੇ ਉੱਤੇ ਕੋਈ ਹੁਕਮ ਕਰਦਾ ਹੈ ਕਿ ਆਹ ਕੰਮ ਕਰਨਾ ਹੈ। ਇਹ ਗੱਲ ਮੈਂ ਉਸ ਤਰ੍ਹਾਂ ਨਹੀਂ ਬੋਲ ਰਿਹਾ, ਮੇਰੇ ਕੋਲ ਬਕਾਇਦਾ ਰਿਕਾਰਡਡ ਹੈ ਉਹਨਾਂ ਟਾਕ ਸ਼ੋਆਂ ਦੇ ਵਿੱਚ ਕਿ ਆਹ ਕੰਮ ਕਰਨਾ ਹੈ, ਤੇ ਪ੍ਰਿਥੀਪਾਲ ਸਿੰਘ ਸੰਧੂ ਜਿਹੜੇ ਉਹਦੇ PA ਸਨ, ਉਹਨੇ ਕਿਹਾ ਵੀ ਨਹੀਂ, ਇਹ ਕੰਮ ਨਹੀਂ ਹੋ ਸਕਦਾ। ਉਹ ਕਹਿੰਦੇ ਨਹੀਂ, ਹੁਕਮ ਸਾਡਾ ਚੱਲੇਗਾ। ਇਹਦੇ 'ਚ ਕਿੰਨੀ ਸੱਚਾਈ ਹੈ ਕਿ 2 ਹਫ਼ਤਿਆਂ ਬਾਅਦ ਜਦੋਂ ਨਹੀਂ ਹੁਕਮ ਮੰਨਿਆ ਗਿਆ ਤੇ ਕਸ਼ਹਿਰਾ ਤੇ ਪਰਨਾ ਚੁੱਕ ਕੇ, ਜਿਵੇਂ ਜਥੇਦਾਰ ਰਣਜੀਤ ਸਿੰਘ ਉਹਨਾਂ ਨੂੰ, ਹੋਰ ਜਥੇਦਾਰਾਂ ਨੂੰ, ਗੁਰਬਚਨ ਸਿੰਘ ਉਹਨਾਂ ਨੂੰ, ਜਾਂ ਹੋਰ ਜਿਨ੍ਹਾਂ ਨੂੰ ਉੱਥੋਂ ਫਰਕ ਜਿਸ ਤਰੀਕੇ ਨਾਲ ਕੀਤਾ ਜਾਂਦਾ ਹੈ, ਜਿਸ ਜਥੇਦਾਰ ਦੇ ਹੁਕਮਨਾਮੇ ਨੂੰ ਦੇਸ਼ ਵਿਦੇਸ਼ ਦੁਨੀਆ ਦੇ ਹਰ ਪਾਸੇ ਬੈਠਾ ਜਿਹੜਾ ਸਿੱਖ ਹੈ ਉਹਨੂੰ ਸੱਤ ਕਰਕੇ ਮੰਨਦਾ ਉਹਦੇ ਹੁਕਮ ਨੂੰ, ਪਰ ਉਹਨਾਂ ਨਾਲ ਜਦੋਂ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ, ਤੁਹਾਨੂੰ ਲੱਗਦਾ ਨਹੀਂ ਕਿ ਸਾਰੇ ਸਿਸਟਮ ਨੂੰ ਕੰਟਰੋਲ ਜਿਹੜਾ ਪਿੱਛੇ ਕਰ ਰਿਹਾ ਹੈ ਵੱਡੀ ਸ਼ਕਤੀ, ਕਿਤੇ ਉਹਨਾਂ ਦਾ ਹੱਥ ਤਾਂ ਨਹੀਂ ਨਾ ਬੀੜਾਂ ਦੇ ਵਿੱਚ ਜਿਹਦੇ ਉੱਤੇ ਕੰਮ ਕਰ ਰਹੇ ਹੋ, ਜਿਹੜਾ ਸ਼ੱਕ ਪ੍ਰਗਟਾਇਆ? ਨਹੀਂ, ਮੈਂ ਦੇਖੋ, ਮੈਂ ਇਹ ਗੱਲ ਕਵਾਂਗੀ ਕਿ ਕਿਉਂਕਿ ਜਿਹੜੀ ਪਹਿਲੇ ਵੀ ਮੈਂ ਗੱਲ ਕਹੀ ਹੈ ਕਿ ਕਿਉਂਕਿ ਲੋਕਾਂ ਦਾ ਸ਼੍ਰੋਮਣੀ ਕਮੇਟੀ ਦੇ ਉੱਪਰੋਂ ਵਿਸ਼ਵਾਸ ਉੱਠ ਗਿਆ ਹੈ। ਹਾਂਜੀ, ਇਸ ਲਈ ਉਹ ਹਰ ਜਿਹੜਾ ਸ਼ੱਕ ਸ਼ੁਬਾ ਹੈ, ਹਰ ਜਿਹੜੀ ਮਾੜੀ ਗੱਲ ਹੈ, ਉਹ ਸਮਝਦੇ ਕਿ ਇਹ ਸੰਭਵ ਹੈ ਜੀ, ਸੰਭਵ ਨਹੀਂ ਕਿ ਉਹਨਾਂ ਨੂੰ ਯਕੀਨ ਹੈ ਕਿ ਇਹ ਕੁਝ ਹੋ ਰਿਹਾ ਹੈ ਜੀ, ਜਦ ਕਿ ਇਹ ਹੈ ਨਹੀਂ। ਓਕੇ, ਹੁਣ ਜਿਹੜੀ ਤੁਸੀਂ ਗੱਲ ਪੁਰਾਣੀਆਂ ਕਰਦੇ ਪਏ ਹੋ ਕਿ ਪੁਰਾਣੇ ਜਥੇਦਾਰਾਂ ਨਾਲ ਇੰਜ ਹੋਇਆ, ਪਰ ਤੁਸੀਂ ਅੱਜ ਦਾ ਜਥੇਦਾਰ ਵੀ ਤਾਂ ਦੇਖੋ ਨਾ, ਜਦੋਂ ਇੱਕ ਚੇਂਜ ਆ ਰਹੀ ਹੈ, ਇੱਕ ਬਿਹਤਰ ਚੇਂਜ ਆ ਰਹੀ ਹੈ, ਤੁਸੀਂ ਅੱਗੇ ਵੱਲ ਤੁਰੋ। ਹੁਣ ਇਹਨਾਂ ਜਿਹੜੇ ਮੌਜੂਦਾ ਜਥੇਦਾਰ ਜੀ ਹਨ, ਉਹਨਾਂ ਦਾ ਤਾਂ ਇਹੋ ਜਿਹਾ ਪਿਛਲਿਆਂ ਵਰਗਾ ਕੋਈ ਰੋਲ ਹੀ ਨਹੀਂ ਹੈਗਾ, ਕੋਈ ਰੈਕੋਰਡ ਨਹੀਂ ਹੈਗਾ। ਬਾਕੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਜਿਹੜੀਆਂ ਮਿਸਿੰਗ ਬੀੜਾਂ ਵਾਲੀ ਗੱਲ ਹੈ, ਮੈਂ ਫਿਰ ਕਵਾਂਗੀ ਇਹ ਰਿਕਾਰਡ ਦੇਖੇ ਬਗੈਰ, ਪੜਤਾਲ ਦੀ ਜਿਹੜੀ ਰਿਪੋਰਟ ਹੈ ਉਹ ਦੇਖੇ ਬਗੈਰ ਸਾਡੇ ਲਈ ਕਹਿਣਾ ਮੁਸ਼ਕਿਲ ਹੈ। ਕੀ ਪਤਾ ਉਹਦੇ ਵਿੱਚ ਇਹਦੇ ਬਾਰੇ ਕੁਝ ਲਿਖਿਆ ਹੋਵੇ। ਅਸੀਂ ਐਵੇਂ ਆਪਣੇ ਕਿਆਫੇ ਲਾਉਂਦੇ ਪਏ ਹਾਂ, ਜਦ ਅਸੀਂ ਉਹ ਪੜਤਾਲੀਆ ਰਿਪੋਰਟ ਨਹੀਂ ਦੇਖਦੇ, ਅਸੀਂ ਕੀ ਕਹਿ ਸਕਦੇ ਹਾਂ? ਤੁਹਾਨੂੰ ਉਮੀਦ ਹੈ ਉਦੋਂ ਤੱਕ ਅੰਦਾਜ਼ੇ ਨੇ ਸਾਰੇ ਜੀ, ਜਿਹੜੀ ਪੜਤਾਲੀਆ ਰਿਪੋਰਟ ਹੈ, ਜਿਹੜੀ ਕਮੇਟੀ ਨੇ ਰਿਪੋਰਟ ਦਿੱਤੀ ਹੈ, ਕਿਹਾ ਜਾ ਰਿਹਾ ਹੈ ਕਿ ਉਹ ਜਿਹੜੀ ਕਮੇਟੀ ਸੀ
ਉਹ ਕਮੇਟੀ ਇਹਨਾਂ ਨੂੰ ਲੋਕਲ ਸਥਾਨਕ ਬਣਾਉਣੀ ਚਾਹੀਦੀ ਸੀ, ਜਿਹੜੀ ਨਹੀਂ ਬਣ ਸਕੀ। ਚਲੋ ਉਹ ਰਿਪੋਰਟ ਤਿਆਰ ਹੋ ਗਈ। ਨਹੀਂ ਜੀ, ਮੈਂ ਨਹੀਂ ਸਹਿਮਤ ਇਸ ਗੱਲ ਦੇ ਨਾਲ। ਠੀਕ ਹੈ, ਬਹੁਤ ਚੰਗੀ ਗੱਲ ਹੈ ਲੋਕਲ ਨਹੀਂ ਸੀ, ਕਿਉਂਕਿ ਲੋਕਲ ਬੰਦੇ ਮੈਨੇਜ ਹੋ ਜਾਂਦੇ ਨੇ। ਓਕੇ, ਇਹ ਕਮੇਟੀ ਦੇ ਜਿਹੜੇ ਆਏ ਸੀ ਔਰ 2 ਵਿੱਚ ਯੰਗ ਲੜਕੀਆਂ ਸੀ, ਔਰ ਮੈਂ ਉਹਨਾਂ ਦੀ ਕੰਮ ਕਰਨ ਦੀ ਸ਼ੈਲੀ ਦੇਖੀ ਹੈ, ਡੈਡੀਕੇਸ਼ਨ ਦੇ ਨਾਲ ਲਿਆ। ਤੁਹਾਨੂੰ ਪਤਾ ਹੈ ਯੰਗ ਬੱਚੇ ਅਗਰ ਧਰਮ ਵੱਲ ਆਉਂਦੇ ਨੇ ਤੇ ਡੈਡੀਕੇਸ਼ਨ ਨਾਲ ਆਉਂਦੇ ਨੇ। ਬਿਲਕੁਲ ਡੈਡੀਕੇਸ਼ਨ। ਉਹ ਜਿਹੜੀ ਸੀਏ ਹੈਗੀ ਸੀ, ਯੰਗ ਡੈਡੀਕੇਟਿਡ ਲੜਕੀ ਸੀ, ਤੇ ਉਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ। ਔਰ ਬਕਾਇਦਾ ਇਸ ਸਿਸਟਮ ਦੇ ਵਿੱਚੋਂ ਉਹ ਕਾਲੀ ਦੀ ਫਰਮ ਨੂੰ ਕੱਢਣਾ, ਉਹਦੇ ਵਿੱਚੋਂ ਕੋਈ ਊਨਤਾਈ ਕੱਢੀ ਹੈ, ਕੋਈ ਉਹਦੇ ਚ ਉਹਨਾਂ ਸੀਏ ਨੇ ਕੁਝ ਕੱਢਿਆ ਤੇ ਉਹ ਨਿਕਲਿਆ ਨਾ। ਹਾਂਜੀ, ਫਿਰ ਇਹਦਾ ਕਾਰਨ ਬੀਬਾ ਜੀ ਕੀ ਹੈ ਕਿ ਉਸ ਰਿਪੋਰਟ ਨੂੰ ਪਬਲਿਕ ਕਰਨ ਦੀ ਬਜਾਏ 185 ਜਿਹੜੇ ਮੈਂਬਰ ਨੇ ਹਰੇਕ ਨੂੰ ਕਿਉਂ ਨਹੀਂ ਦਿੱਤੀ ਗਈ? ਇਹਦੇ ਪਿੱਛੇ ਦਾਲ ਦੇ ਵਿੱਚ ਕੁਝ ਕਾਲਾ ਨਜ਼ਰ ਆਉਂਦਾ ਜਾਂ ਦਾਲ ਸਾਰੀ ਕਾਲੀ ਆ ਪਤੀਲੇ ਸਮੇਤ? ਨਹੀਂ, ਇਹੋ ਜੀ ਗੱਲ ਤਾਂ ਸਾਨੂੰ ਪਤਾ ਨਹੀਂ। ਹੁਣ ਦਾਲ ਵਿੱਚ ਕਾਲੇ ਵਾਲੀ ਗੱਲ ਤਾਂ ਨਹੀਂ ਲੱਗਦੀ ਮੈਨੂੰ ਇਹਨਾਂ ਦੀ ਮੈਨੂੰ ਲੱਗਦਾ ਹੈ ਬੇਵਕੂਫੀ ਜ਼ਿਆਦਾ ਲੱਗਦੀ ਹੈ ਕਿ ਮਸਲਾ ਜੇ ਹੱਲ ਹੋ ਸਕਦਾ ਹੈ ਤੇ ਇੱਕ ਪੜਤਾਲ ਕਰਾਈ ਹੈ ਤੇ ਪਬਲਿਕ ਕਰੋ। ਮਤਲਬ ਇਹਨੂੰ ਮਸਲੇ ਨੂੰ ਸਮੇਟੋ, ਇਹਨੂੰ ਕਿਉਂ ਇਹਨਾਂ ਖਲਾਰਾ ਪਾ ਰਹੇ ਹੋ? ਅੱਛਾ, ਇੱਕ ਅਖੀਰ ਦੇ ਵਿੱਚ ਬੀਬਾ ਜੀ ਨੇ ਵੀ ਸਵਾਲ ਬਲਜਿੰਦਰ ਕੌਰ ਜੀ ਨੇ ਤੁਹਾਨੂੰ ਕਰਨਾ। ਮੇਰਾ ਇੱਕ ਸਵਾਲ ਹੈ ਅਖੀਰ ਦੇ ਵਿੱਚ, ਇਹ ਵੀ ਪਤਾ ਲੱਗਾ ਹੈ ਕਿ ਜਿਵੇਂ ਸ਼੍ਰੋਮਣੀ ਕਮੇਟੀ ਦੇ ਰਾਹੀਂ ਕਾਰ ਸੇਵਾ ਵਾਲੇ ਸੋ ਕਾਲਡ ਮਹਾਂਪੁਰਸ਼ ਨੇ, ਜਿਨ੍ਹਾਂ ਨੂੰ ਕਹਿੰਦੇ ਆ, ਇਹਨਾਂ ਨੇ ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਊਟੀ ਪਿਛਲੇ ਵਰੇ 2.5 ਸੀ ਤੇ ਉਸੇ ਵੇਲੇ ਗੱਲ ਮੀਡੀਆ ਦੇ ਵਿੱਚ ਆਈ ਸੀ। ਮੇਰੀ ਉਹਨਾਂ ਦਿਨਾਂ ਦੇ ਵਿੱਚ ਤੁਹਾਡੇ ਐਗਜ਼ੈਕਟਿਵ ਦੇ ਕੁਝ ਮੈਂਬਰਾਂ ਨਾਲ ਟਾਕ ਸ਼ੋਆਂ ਦੇ ਵਿੱਚ ਗੱਲਬਾਤ ਹੋਈ ਸੀ। ਉਹ ਕਹਿੰਦੇ ਜੀ ਅਸੀਂ ਕਮੇਟੀ ਬਿਠਾ ਦਿੱਤੀ ਹੈ ਤੇ ਜਿਹੜੀ ਇਤਿਹਾਸਕ ਦਰਸ਼ਨੀ ਡਿਊਟੀ 2.5 ਹੈ ਉਹਨੂੰ ਉੱਥੇ ਰੋਕ ਦਿੱਤਾ ਹੈ। ਹੁਣ ਅਜੇ ਤੱਕ ਉਸ ਕਮੇਟੀ ਦੀ ਰਿਪੋਰਟ ਪਤਾ ਨਹੀਂ ਤਾਂ UNO 'ਚ ਭੇਜ ਦਿੱਤੀ ਹੈ ਜਾਂ ਕਿਸੇ ਨਾਸਾ ਦੇ ਵਿੱਚ ਭੇਜੀ ਹੈ, ਉੱਥੋਂ ਅਪਰੂਵ ਹੋ ਕੇ ਆਏਗੀ। ਹੁਣ ਪਤਾ ਲੱਗਾ ਕਿ ਇਹੀ ਹਥੌੜੇ ਚੁੱਕ ਕੇ ਸੋ ਕਾਲਡ ਮਹਾਂਪੁਰਸ਼ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਥਾਂ ਨੂੰ ਮਲੀਆਮੇਟ ਕਰਕੇ ਉੱਥੇ ਸੰਗੇ ਮਰਮਰ ਦੇ ਵਿੱਚ ਇਤਿਹਾਸ ਨੂੰ ਦੱਬਣ ਜਾ ਰਹੇ ਨੇ। ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ ਜੀ? ਹਾਂਜੀ, ਇਹਦੇ ਬਾਰੇ ਜਿਹੜੀਆਂ ਨਿਊਜ਼ ਆਈਆਂ ਸੀ ਉਹੀ ਨਨਕਾਣਾ ਸਾਹਿਬ ਦੀਆਂ ਦੇਖੀਆਂ ਸੀ, ਔਰ ਮੈਂ ਨਿੱਜੀ ਤੌਰ ਤੇ ਇਸ ਜਿਹੜਾ ਇਹਨਾਂ ਦਾ ਪੱਥਰ ਲਾਣ ਵਾਲਾ ਸਿਸਟਮ ਹੈ, ਨਿੱਜੀ ਤੌਰ ਤੇ ਇਹਦੀ ਵਿਰੋਧੀ ਆ। ਕਿਉਂਕਿ ਟਾਈਮ ਦੇ ਨਾਲ ਤੁਸੀਂ ਦੇਖੋ, ਇਤਿਹਾਸ ਸਾਡਾ ਸਿਰਫ ਇਹ ਨਹੀਂ ਹੁੰਦਾ ਕਿ ਜਿਹੜਾ ਮੌਲਿਕ ਇਤਿਹਾਸ ਹੈ, ਸਾਡੇ ਇਹ ਆਰਕੀਟੈਕਚਰਲ ਇਤਿਹਾਸ ਵੀ ਹੈ। ਤੁਸੀਂ ਦੇਖੋ ਹੁਣ ਜਿਹੜੇ ਕੰਸਟਰਕਸ਼ਨ ਦੇ ਤਰੀਕੇ ਬਦਲ ਗਏ, ਮਟੀਰੀਅਲ ਬਦਲ ਗਏ, ਸਟਾਈਲ ਬਦਲ ਗਏ, ਇਹ ਸਾਡੇ ਵਿਰਸੇ ਦਾ ਹਿੱਸਾ ਹੈ। ਔਰ ਹੁਣ ਜਿਹੜਾ ਅਸੀਂ ਨਨਕਾਣਾ ਸਾਹਿਬ ਜਾਂਦੇ ਆ, ਇੱਕ ਅਜੀਬ ਜੀ ਉੱਥੇ ਅੰਦਰੋਂ ਭਾਵਨਾ ਆਉਂਦੀ ਹੈ ਜਦੋਂ ਜਾਈਦਾ, ਜਿਹੜੀ ਕਿ ਸ਼ਬਦਾਂ 'ਚ ਬਿਆਨ ਕਰਨੀ ਮੁਸ਼ਕਿਲ ਹੈ। ਕੱਲ ਨੂੰ ਇੱਥੇ ਹੀ ਹੈ ਪੰਜਾਬ ਵਰਗੇ ਗੁਰਦੁਆਰੇ ਉੱਥੇ ਬਣਾਤੇ ਤੇ ਉਹ ਭਾਵਨਾ ਉੱਥੇ ਖਤਮ ਹੋ ਜਾਣੀ ਹੈ, ਉਹ ਜਿਹੜਾ ਇੱਕ ਫੀਲ ਉਸ ਜਗ੍ਹਾ ਦਾ ਉਹਨੇ ਖਤਮ ਹੋ ਜਾਣਾ ਹੈ। ਦੇਖੋ, ਇਹ ਤਾਂ ਹੁਣ ਜਿਹੜੇ ਕਾਰ ਸੇਵਾਵਾਂ ਕਰਾਉਂਦੇ ਪਏ ਨੇ, ਤੁਹਾਡੇ ਬਾਹਰਲੇ ਸਿੱਖਾਂ ਕੋਲ ਸਾਰੇ ਪੈਸੇ ਲੈ ਕੇ ਜਾਂਦੇ ਨੇ, ਤੁਸੀਂ ਨਾ ਦਿਓ ਪੈਸੇ, ਨਾ ਡਾਲਰ ਦਿਓ ਆਪਣੇ ਗੁਰਦੁਆਰਿਆਂ ਦੇ ਉੱਪਰ ਸੰਗ ਮਰਮਰ ਲਾਉਣ ਨੂੰ, ਨਾ ਐਂਟਰਟੇਨ ਕਰੋ ਇਹਨਾਂ ਕਾਰ ਸੇਵਾ ਵਾਲਿਆਂ ਨੂੰ। ਜੀ ਭੈਣ ਜੀ, ਤੁਹਾਡੇ ਕੋਲੋਂ ਇੱਕ ਹੋਰ ਸਵਾਲ ਪੁੱਛਣਾ ਚਾਹੁੰਦੀ ਹਾਂ। ਜਿਵੇਂ ਅਸੀਂ ਪਾਵਨ ਸਰੂਪਾਂ ਦੀ ਗੱਲ ਕਰਦੇ ਹਾਂ ਕਿ ਹਾਲੇ ਅਸੀਂ ਉਹ ਵੀ ਦੁਵਿਧਾ ਦੇ ਵਿੱਚ ਆ ਕਿ ਉਹ ਕਿਵੇਂ ਸਾਰਾ ਕੁਝ ਸਮੇਟਣਾ ਹੈਗਾ ਆ, ਪਰ ਜਿਹੜੀ ਕੈਨੇਡਾ ਦੀ ਧਰਤੀ ਦੇ ਉੱਤੇ ਗੁਰੂ ਸਾਹਿਬ ਦੇ ਪਾਵਨ ਬੀੜਾਂ ਦੀ ਛਪਾਈ ਘਰ ਦੇ ਵਿੱਚ, ਨਿੱਜੀ ਘਰ ਦੇ ਵਿੱਚ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਹੁਕਮਨਾਮਾ ਆਇਆ ਤੇ ਉਹ ਮਸ਼ੀਨਾਂ ਤੇ ਗੁਰੂ ਸਾਹਿਬ ਦੇ ਸਰੂਪ ਉੱਥੋਂ ਰਿਮੂਵ ਕਰ ਲਏ ਗਏ, ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ? ਦੇਖੋ, ਮੈਂ ਇੱਕ ਰਿਪੂ ਦਮਨ ਸਿੰਘ ਮਲਿਕ ਦੀ ਵੀਡੀਓ ਦੇਖੀ ਸੀ। ਇਸੇ ਤਰ੍ਹਾਂ ਉਹਨਾਂ ਨੇ ਕਿਸੇ ਚੈਨਲ ਦੇ ਉੱਪਰ ਆ ਕੇ ਗੱਲਬਾਤ ਕੀਤੀ, ਡਿਟੇਲ ਦਿੱਤੀ ਸੀ, ਤੇ ਜਿਹੜੀ ਉਹ ਗੱਲਬਾਤ ਦੱਸ ਰਹੇ ਸੀ, ਉਸ ਗੱਲਬਾਤ ਦੇ ਅਨੁਸਾਰ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਉਹਨਾਂ ਗਲਤ ਕੀਤਾ। ਕਿਉਂਕਿ ਜਦੋਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਅੰਮ੍ਰਿਤਸਰ ਹੋ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਅਗਰ ਉਹੀ PDF ਫਾਈਲਾਂ ਦੇ ਨਾਲ ਉਹ ਬਾਹਰ ਛਪਾਈ ਕਰ ਲੈਂਦੇ ਨੇ, ਉੱਥੇ ਦੀ ਜਿਹੜੀ ਜ਼ਰੂਰਤ ਹੈ ਉਹਨੂੰ ਪੂਰਾ ਕਰਦੇ ਨੇ, ਤੇ ਉਹਦੇ ਵਿੱਚ ਕਿਹੜੀ ਇਤਰਾਜ਼ ਵਾਲੀ ਗੱਲ ਹੈ? ਓਕੇ, ਜੇ ਉਹ ਬਿਲਕੁਲ ਠੀਕ ਸਨ ਤੇ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮਨਾਮਾ ਇਸ਼ੂ ਕਰਨ ਦੀ ਲੋੜ ਕਿਉਂ ਪਈ? PDF ਫਾਈਲਾਂ ਕਿਵੇਂ ਪਹੁੰਚੀਆਂ ਕਿ ਜਿਹੜੇ ਜਿੰਨੇ ਵੀ ਵਿਅਕਤੀ ਦਲਮੇਕ ਸਿੰਘ ਤੋਂ ਲੈ ਕੇ ਡਾਕਟਰ ਰੂਪ ਸਿੰਘ, ਮਨਜਿੰਦਰ ਸਿੰਘ ਸਰਸਾ, ਮਨਜੀਤ ਸਿੰਘ GK, ਬਲਵਿੰਦਰ ਸਿੰਘ ਜੌੜਾ,
ਤੇ ਹੋਰ ਜਿਹੜੇ ਵੀ ਵਕੀਲ ਰਘੂਜੀਤ ਸਿੰਘ ਵਿਰਕ ਮੈਨੂੰ ਯਾਦ ਆ ਗਿਆ, ਇਹ ਵਿਅਕਤੀ ਜਦੋਂ ਆਏ ਨੇ ਤੇ ਮੈਂ ਜ਼ਿਆਦਾਤਰ ਮੀਟਿੰਗਾਂ ਦੇ ਵਿੱਚ ਨਾਲ ਸਾਂ। ਉਦੋਂ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲਾਓ ਕਰ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 2008 ਵਾਲਾ ਜਿਹੜਾ ਹੁਕਮਨਾਮਾ ਉਹਦੀ ਅਵਗਿਆ ਨਹੀਂ ਕਰ ਰਹੀ ਫਿਰ ਕਿ ਸ਼੍ਰੋਮਣੀ ਕਮੇਟੀ ਨਹੀਂ 2008 ਵਾਲਾ ਹੁਕਮਨਾਮਾ ਨਹੀਂ ਹੈ ਜੀ, ਉਹ ਤਾਂ ਸਰਕਾਰ ਦਾ ਐਕਟ ਹੈ। ਨਹੀਂ ਜੀ, ਨਹੀਂ, ਉਹ ਤਾਂ ਪੰਜਾਬ ਸਰਕਾਰ ਨੇ ਐਕਟ ਬਣਾਇਆ ਹੈ 2008 ਦਾ। ਮਾਫ ਕਰਨਾ, 1998 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਥੇਦਾਰ ਰਣਜੀਤ ਸਿੰਘ ਸੰਸ਼ਹਿਰ, ਮੈਨੂੰ ਜੇ ਬਹੁਤਾ ਚੇਤੇ ਨਹੀਂ, 98 ਦੇ ਵਿੱਚ ਹਾਂਜੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਿਰਫ ਤੇ ਸਿਰਫ ਆਫਸੈਟ ਪ੍ਰਿੰਟਿੰਗ ਪ੍ਰੈਸ ਤੋਂ ਹੀ ਛਾਪੀਆਂ ਜਾਣਗੀਆਂ। ਉਹਦਾ ਕਾਰਨ ਮੈਂ ਤਾਂ ਦੱਸ ਰਿਹਾ, ਮੇਰੇ ਕੋਲ ਇਸ ਵੇਲੇ ਤਕਰੀਬਨ 75 ਸਾਲ ਪੁਰਾਣੀ ਇੱਕ ਬੀੜ ਪਈ ਹੈ ਮੇਰੇ ਆਪਣੇ ਘਰੇ। ਤੇ ਜਦੋਂ ਮੈਂ ਉਸ ਬੀੜ ਨੂੰ ਦੇਖਿਆ, ਪਹਿਲੇ ਜਿੱਥੇ ਤਤਕਰਾ ਲਿਖਿਆ ਹੁੰਦਾ ਉਸ ਤੋਂ ਪਹਿਲਾਂ ਕਿ ਕਿਹਨੇ ਕਿਹਨੇ ਛਾਪੀ ਹੈ, ਉਸ ਬੀੜ ਦੇ ਉੱਤੇ ਕਿਸੇ ਮਰੇ ਹੋਏ ਬੰਦੇ ਦਾ ਨਾਮ ਹੈ ਕਿ ਇਸ ਬੀੜ ਦੀ ਸੁਧਾਈ ਸ਼੍ਰੀਮਾਨ 108 ਬ੍ਰਹਮ ਗਿਆਨੀ ਸੰਤ ਫਲਾਣਾ ਸਿੰਘ ਜੀ ਮਹਾਰਾਜ, ਮਰੇ ਹੋਏ ਬੰਦੇ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਲਿਖਿਆ ਹੋਇਆ। ਮੈਂ ਕਹਿੰਦਾ ਬੜਾ ਵਧੀਆ ਫੈਸਲਾ ਸੀ ਸ਼੍ਰੋਮਣੀ ਕਮੇਟੀ ਦਾ ਜਾਂ ਅਕਾਲ ਤਖਤ ਸਾਹਿਬ ਦਾ। ਪਰ ਇਜਾਜ਼ਤ ਇਹ ਲੋਕ ਜਿਹੜੇ ਆਉਂਦੇ ਰਹੇ, ਮੈਂ ਉਹਨਾਂ ਮੀਟਿੰਗਾਂ ਦੇ ਵਿੱਚ ਸਾਂ, ਇਹਨਾਂ ਨੇ ਬਕਾਇਦਾ ਇਜਾਜ਼ਤਾਂ ਦਿੱਤੀਆਂ, ਉਹਨਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ? ਨਹੀਂ, ਗੱਲ ਤਾਂ ਫਿਰ ਤੁਹਾਡੀ ਗੱਲ ਤਾਂ ਉਹੀ ਸਾਹਮਣੇ ਆ ਗਈ ਨਾ ਕਿ ਜਿਹੜੀਆਂ ਜੇ ਇਹਨਾਂ ਨੇ ਇਜਾਜ਼ਤ ਦਿੱਤੀ, ਉਸ ਦਾ ਰਿਪੁਦਮਨ ਸਿੰਘ ਮਲਿਕ ਆਪਣੇ ਉਸ ਇੰਟਰਵਿਊ 'ਚ ਕਹਿ ਰਹੇ ਨੇ ਕਿ ਉਹਨਾਂ ਨੂੰ ਅਵਤਾਰ ਸਿੰਘ ਮੱਕੜ ਨੇ ਜੋ ਪ੍ਰਧਾਨ ਸ਼੍ਰੋਮਣੀ ਕਮੇਟੀ ਸੀ, ਉਹਨਾਂ ਨੇ ਪੀਡੀਐਫ ਫਾਈਲਸ ਜਿਹੜੀਆਂ ਪ੍ਰੋਵਾਈਡ ਕੀਤੀਆਂ। ਦੇਖੋ, ਮੈਂ ਤੈਨੂੰ ਇਸ ਨਜ਼ਰੀਏ ਦੇ ਨਾਲ ਦੇਖਦੀ ਆ ਕਿ ਅਗਰ ਕੈਨੇਡਾ ਦੇ ਵਿੱਚ ਕੋਈ ਸਿੱਖ ਛਪਾਈ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤਿਆਰ ਕਰਕੇ ਜੇ ਉੱਥੇ ਸੇਵਾ ਕਰਨਾ ਚਾਹੁੰਦਾ ਹੈ ਔਰ ਜੋ ਉਹ ਛਾਪ ਰਿਹਾ ਉਹ ਉਹੀ ਛਾਪ ਰਿਹਾ ਜੋ ਅਸੀਂ ਛਾਪ ਰਹੇ ਹਾਂ, ਤੇ ਫਿਰ ਇਹਦੇ ਵਿੱਚ ਇਤਰਾਜ਼ ਵਾਲੀ ਕਿਹੜੀ ਗੱਲ ਹੈ? ਪਰ ਭੈਣ ਜੀ ਬਹੁਤ ਸਾਰੀਆਂ ਉਹਨਾਂ ਦੀਆਂ ਵੱਖ-ਵੱਖ ਇੰਟਰਵਿਊਜ਼ ਆਈਆਂ, ਅਸੀਂ ਵੀ ਉਹਨਾਂ ਦੇ ਨਾਲ ਗੱਲ ਕੀਤੀ ਸੀ। ਉਹਨਾਂ ਨੇ ਕਿਤੇ ਜਿਹੜਾ ਪੇਪਰ ਵਰਕ ਵੀ ਉਹਨਾਂ ਦੇ ਕੋਲ ਆ, ਜਿਹੜੀ ਉਹਨਾਂ ਨੇ ਗੱਲ ਕੀਤੀ ਸੀ, ਪ੍ਰੂਫ ਦਿਖਾਲਣ ਦੀ ਵੀ ਗੱਲ ਕੀਤੀ ਸੀ, ਉਹਨਾਂ ਨੇ ਕਿਤੇ ਇਹ ਜ਼ਿਕਰ ਨਹੀਂ ਕੀਤਾ। ਸਰਦਾਰ ਰਿਪੁਦਮਨ ਸਿੰਘ ਮਲਿਕ ਹੋਣਾ ਵੱਲੋਂ ਈਮੇਲ ਗਈਆਂ ਆ ਕਮੇਟੀ ਨੂੰ, ਉੱਥੇ ਪਹੁੰਚੀਆਂ ਹੈਗੀਆਂ, ਪਰ ਉਧਰੋਂ ਵਾਪਸੀ ਕੋਈ ਨਹੀਂ ਆਈ, ਕਿਸੇ ਪਾਸੇ ਉਹਨਾਂ ਨੂੰ ਹਾਮੀ ਨਹੀਂ ਮਿਲੀ, ਕੋਈ ਵੀ ਉਹਨਾਂ ਨੂੰ ਇਹੋ ਜਿਹਾ ਚਿੱਠੀ ਪੱਤਰ ਨਹੀਂ ਆਇਆ ਕਿ ਉਹਨਾਂ ਨੂੰ ਜਿਹੜੀ ਇਸ ਦੀ ਇਜਾਜ਼ਤ ਦਿੱਤੀ ਗਈ ਹੋਵੇ ਵੀ ਤੁਸੀਂ ਇੱਥੇ ਇਹਨਾਂ ਦੀ ਛਪਾਈ ਕਰ ਸਕਦੇ ਹੋ। ਪੀਡੀਐਫ ਫਾਈਲ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਤੱਕ ਨਹੀਂ ਆਈ। ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਹੜੀ ਉਹਨਾਂ ਦੀ ਇੰਟਰਵਿਊ ਸੁਣੀ, ਪਰ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀ ਕਿ ਮੇਰੇ ਕੋਲ ਕੋਈ ਵੀ ਪੀਡੀਐਫ ਫਾਈਲ ਨਹੀਂ ਸੀ। ਹਾਂਜੀ, ਖੈਰ ਨਹੀਂ, ਮੈਂ ਤਾਂ ਉਹ ਇੰਟਰਵਿਊ ਸੁਣੀ ਹੈ ਜੀ ਬਕਾਇਦਾ। ਮੈਂ ਉਹਦੇ ਬੇਸ ਤੇ ਕਹਿ ਰਹੀ ਹਾਂ ਕਿਉਂਕਿ ਮੈਂ ਮਲਿਕ ਸਾਹਿਬ ਨੂੰ ਮਿਲੀ ਨਹੀਂ, ਮੈਂ ਉਹਨਾਂ ਬਾਰੇ ਪੁੱਛਿਆ ਨਹੀਂ, ਪਰ ਮੈਂ ਉਸ ਇੰਟਰਵਿਊ ਦੇ ਆਧਾਰ ਦੇ ਉੱਪਰ ਜੋ ਮੈਂ ਦੇਖੀ ਹੈ ਤੁਹਾਨੂੰ ਦੱਸ ਰਹੀ ਹਾਂ ਇਸ ਤਰ੍ਹਾਂ ਹੋਇਆ। ਨਾਲੇ ਮੈਂ ਇਹ ਵੀ ਗੱਲ ਕਹਿਣਾ ਚਾਹਾਂਗੀ, ਜਿੰਨਾ ਉਹਨਾਂ ਨੇ ਰਿਪੁਦਮਨ ਸਿੰਘ ਮਲਿਕ ਨੇ ਪੂਰੀ ਗੱਲ ਸੁਣਾਈ ਸੀ ਕਿ ਕਿਸ ਤਰ੍ਹਾਂ ਪਿਛਲੇ 10 ਸਾਲਾਂ ਤੋਂ ਉਹ ਕੋਸ਼ਿਸ਼ ਕਰਦੇ ਪਏ ਤੇ ਸ਼੍ਰੋਮਣੀ ਕਮੇਟੀ ਵੱਲੋਂ ਰਿਵਾਜ ਹੀ ਨਹੀਂ ਰਿਹਾ, ਨਾ ਚਿੱਠੀ ਦਾ ਜਵਾਬ ਦਿੰਦੇ ਨਾ ਜ਼ਿੰਮੇਵਾਰੀ ਚੁੱਕਦੇ ਨੇ ਕਿਸੇ ਗੱਲ ਦੀ। ਪਰ ਤੁਸੀਂ ਦੱਸੋ ਕਿ ਕੀ ਸ਼੍ਰੋਮਣੀ ਕਮੇਟੀ ਅਗਰ ਆਪਣੀ ਇਹ ਜ਼ਿੰਮੇਵਾਰੀ ਨਹੀਂ ਨਿਭਾ ਰਹੀ, ਜਿਹੜੇ ਬਾਹਰ ਵਸਦੇ ਸਿੱਖ ਹਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਪ੍ਰੋਵਾਈਡ ਕਰਨ ਲਈ, ਤੇ ਜੇ ਕੋਈ ਸ਼ਰਧਾਵਾਨ ਸਿੱਖ ਕਰਦਾ ਹੈ ਕੋਸ਼ਿਸ਼, ਤੇ ਕੀ ਅਸੀਂ ਉਹਨੂੰ ਇਸ ਦੀ ਸਜ਼ਾ ਦੇਵਾਂਗੇ? ਫਿਰ ਕੀ 10 ਸਾਲ ਉਹ ਬੰਦਾ ਪਿੱਛੇ ਪਿਆ ਹੈ। ਮਾਫ ਕਰਨਾ, ਜੇ ਇਹ ਗੱਲ ਸੀ ਤੇ ਫਿਰ ਜਿੰਨਿਆਂ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਨਾਮ ਲਿਆ, ਉਹ ਇਜਾਜ਼ਤ ਨਹੀਂ ਸਨ ਦੇਣਾ ਚਾਹੁੰਦੇ ਜਾਂ ਇਜਾਜ਼ਤ ਦਿੱਤੀ ਉਹਨਾਂ ਨੂੰ, ਫਿਰ ਚੁੱਪ ਕਿਉਂ ਨੇ? ਚੁੱਪ ਕਿਉਂ ਨੇ ਕਿ ਅਸੀਂ ਸਰਦਾਰ ਰਿਪੁਦਮਨ ਸਿੰਘ ਮਲਿਕ ਦੇ ਨਾਲ ਬਹਿ ਕੇ ਡਿਨਰ ਕਰਦੇ ਰਹੇ ਹਾਂ, ਲੰਚ ਕਰਦੇ ਰਹੇ ਹਾਂ, ਵੱਡੇ ਇਕੱਠਾਂ 'ਚ ਬਹਿੰਦੇ ਰਹੇ ਹਾਂ, ਫਿਰ ਹੁਣ ਮੁਸ਼ਕਲ ਕਿਉਂ ਹੈ? ਸਭ ਤੋਂ ਵੱਡੀ ਗੱਲ ਇਹ ਹੈ। ਖੈਰ, ਇਹ ਬੜਾ ਵੱਡਾ ਸਵਾਲ ਹੈ, ਹਵਾ ਦੀਆਂ ਤਰੰਗਾਂ 'ਚ ਅਜੇ ਤੁਸੀਂ ਸਮਾਂ ਕੱਢਿਆ। ਤੁਹਾਡੇ ਜਿਹੇ ਨਿਧੜਕ ਤੇ ਸੱਚ ਬੋਲਣ ਵਾਲੇ ਉਮੀਦ ਕਰਦੇ ਹਾਂ ਔਰ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਐਸੀ ਸੰਸਥਾ ਬੜੀਆਂ ਕੁਰਬਾਨੀਆਂ ਦੇ ਨਾਲ ਬੜੀ ਮਿਹਨਤ ਸਦਕਾ ਬਣੀ ਸੀ, ਅੱਜ ਬਾਹਰਲੇ ਵਿਦੇਸ਼ੀ ਸਿੱਖ ਜਾਂ ਉੱਥੇ ਬੈਠੇ ਸਿੱਖ ਜਿਨ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਯਸ ਕੁਝ ਤਾਕਤਾਂ ਨੇ ਜਿਹੜੀਆਂ ਯਤਨ ਕਰ ਰਹੀਆਂ ਨੇ, ਯਸ ਕੁਝ ਤਾਕਤਾਂ ਬਾਹਰ ਬੈਠੀਆਂ ਨੇ ਤੇ ਕੁਝ ਤੁਹਾਡੇ ਅਦਾਰੇ ਦੇ ਵਿੱਚ ਬੈਠੀਆਂ ਨੇ, 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਜਿਹੜੀਆਂ ਇਹ ਸਾਡੀ ਸਿੱਖਾਂ ਦੀ ਸਿਰਮੌਰ ਜਿਹੜੀ ਸੰਸਥਾ ਹੈ ਉਹਨੂੰ ਬਦਨਾਮ ਕਰਨ ਦੇ ਵਿੱਚ ਬੜਾ ਵੱਡਾ ਰੋਲ ਨਿਭਾ ਰਹੀਆਂ ਨੇ।
ਜੇ ਤੁਹਾਡੇ ਵਾਂਗ ਸੱਚ ਬੋਲ ਕੇ 185 ਦੇ 185 ਮੈਂਬਰ ਸੱਚ ਬੋਲਣਗੇ, ਫਿਰ ਸਿੱਖਾਂ ਦਾ ਆਪਣਾ ਟੈਲੀਵਿਜ਼ਨ ਸੈਂਟਰ ਵੀ ਹੋਏਗਾ, ਸਿੱਖਾਂ ਦਾ ਆਪਣਾ ਰੇਡੀਓ ਵੀ ਹੋਏਗਾ, ਸਿੱਖਾਂ ਦੀ ਆਪਣੀਆਂ ਯੂਨੀਵਰਸਿਟੀਆਂ ਵੀ ਹੋਣਗੀਆਂ। ਔਰ ਦੁਨੀਆ ਭਰ ਦੇ ਵਿੱਚ ਜੇ RSS ਆਪਣੇ ਲੱਖਾਂ ਦਫ਼ਤਰ ਬਣਾ ਸਕਦੀ ਹੈ, ਫਿਰ ਸ਼੍ਰੋਮਣੀ ਕਮੇਟੀ ਸਿਰਫ ਪੰਜਾਬ ਤੱਕ ਸੀਮਤ ਨਹੀਂ ਰਹੇਗੀ, ਬਲਕਿ ਦੁਨੀਆ ਦੇ ਕੋਨੇ-ਕੋਨੇ ਤੱਕ ਸੀਮਤ ਰਹੇਗੀ। ਤੁਸੀਂ ਸਮਾਂ ਕੱਢਿਆ, ਤੁਹਾਡਾ ਤਹਿ ਦਿਲੋਂ ਧੰਨਵਾਦ। ਔਰ ਇਸੇ ਤਰ੍ਹਾਂ ਸੱਚ ਬੋਲਦੇ ਰਹੋ। ਸ਼ੁਭ ਇਛਾਵਾਂ, ਔਰ ਸਾਨੂੰ ਤੁਹਾਡੇ ਤੇ ਬਹੁਤ ਉਮੀਦਾਂ ਨੇ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ, ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਕੁਲਦੀਪ ਸਿੰਘ ਜੀ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਅੱਜ ਸਪਸ਼ਟ ਕੀਤੀਆਂ, ਔਰ ਫਿਰ ਵੀ ਕਿਤੇ ਨਾ ਕਿਤੇ ਕਈ ਗੱਲਾਂ ਹਾਲੇ ਵੀ ਸਾਡੇ ਦਿਲ ਦੇ ਵਿੱਚ ਅਜਿਹੇ ਸਵਾਲ ਰਹਿ ਗਏ ਕਿ ਜਿਵੇਂ ਜਦੋਂ ਅਸੀਂ ਇੱਥੇ ਦੀਆਂ ਬੀੜਾਂ ਦੀ ਛਪਾਈ ਦੀ ਗੱਲ ਕੀਤੀ ਸੀ, ਤੇ ਸਾਨੂੰ ਤੇ ਹਾਲੇ ਤੱਕ ਪੂਰੇ ਅਮਰੀਕਾ 'ਚ ਤੇ ਪੂਰੇ ਕੈਨੇਡਾ 'ਚ ਇਹ ਨਹੀਂ ਪਤਾ ਕਿ ਸਾਡੇ ਇੱਥੇ ਇਸ ਧਰਤੀ ਦੇ ਉੱਤੇ ਦੋਨਾਂ ਮੁਲਕਾਂ ਦੇ ਵਿੱਚ ਕਿੰਨੇ ਗੁਰੂ ਸਾਹਿਬ ਦੇ ਪਾਵਨ ਸਰੂਪ ਆ। ਹਾਲੇ ਤੱਕ ਇਹਨਾਂ ਦੀ ਗਿਣਤੀ ਕਿਸੇ ਨੂੰ ਨਹੀਂ ਪਤਾ, ਔਰ ਇਹ ਸਵਾਲ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਸਰਦਾਰ ਮਨਿੰਦਰ ਸਿੰਘ ਹੁਣੇ, ਜਿਹੜੇ ਕਿ ਦਸ਼ਮੇਸ਼ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਆ। ਇਸ ਤੋਂ ਇਲਾਵਾ ਅਸੀਂ ਹੋਰ ਵੀ ਕਾਫੀ ਰੋਸ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮਲਕੀਤ ਸਿੰਘ ਧਾਮੀ ਹੁਣਾਂ ਨੂੰ ਵੀ ਇਹੀ ਸਵਾਲ ਪੁੱਛਿਆ ਸੀ ਕਿ ਜੇ ਗੁਰਦੁਆਰਿਆਂ ਦੀਆਂ ਕਮੇਟੀਆਂ ਰਲ ਕੇ ਇਹ ਕੁਛ ਕਰ ਸਕਦੀਆਂ, ਇੱਕ ਚਿੱਠੀ ਅਕਾਲ ਤਖਤ ਸਾਹਿਬ ਨੂੰ ਲਿਖ ਸਕਦੀਆਂ ਕਿ ਇਹਨਾਂ ਬੀੜਾਂ ਦੀ ਛਪਾਈ ਬੰਦ ਕੀਤੀ ਜਾਵੇ, ਜਾਂ ਕਿ ਇਹਨਾਂ ਦਾ ਕੋਈ ਸਾਨੂੰ ਪ੍ਰੂਫ ਹੋਣਾ ਚਾਹੀਦਾ, ਸਾਡੀ ਸਹਿਮਤੀ ਹੋਣੀ ਚਾਹੀਦੀ, ਤੇ ਉਹ ਰਲ ਕੇ ਇਹ ਵੀ ਕਰ ਸਕਦੇ ਆ ਕਿ ਬਾਹਰ ਕਿੰਨੇ ਗੁਰੂ ਸਾਹਿਬ ਦੇ ਸਰੂਪ ਆ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਤੇ ਜਿਹੜੇ ਪਹਿਲੇ ਸਰੂਪ ਆਏ ਹੋਏ ਆ ਉਹਨਾਂ ਨਾਲ ਕਿਤੇ ਬੇਅਦਬੀ ਤੇ ਨਹੀਂ ਹੋਗੀ, ਕਿ ਕਿਤੇ ਉਹਨਾਂ ਨੂੰ ਫੇਰ ਬਦਲ ਤਾਂ ਨਹੀਂ ਕੀਤਾ ਜਾ ਰਿਹਾ, ਕਿ ਕਿਤੇ ਉਹਨਾਂ ਨੂੰ ਜਿਵੇਂ ਤੁਸੀਂ ਦੱਸਿਆ 70 ਸਾਲ ਪੁਰਾਣੇ ਦੇ ਉੱਤੇ ਕਿਸੇ ਮਰੇ ਹੋਏ ਮਹਾਪੁਰਸ਼ ਦਾ ਨਾਂ ਤਾਂ ਨਹੀਂ ਲਿਖਿਆ ਜਾ ਰਿਹਾ। ਸੋ ਇਹ ਕਾਰਵਾਈ ਕਰਨੀ ਗੁਰਦੁਆਰਿਆਂ ਦੀਆਂ ਕਮੇਟੀਆਂ ਦਾ ਫਰਜ਼ ਬਣਦਾ, ਉਹਨਾਂ ਨੂੰ ਕਰਨੀ ਚਾਹੀਦੀ। ਬਿਲਕੁਲ ਜੀ, ਮੇਰਾ ਸਵਾਲ ਅਜੇ ਵੀ ਹਵਾ ਦੀਆਂ ਤਰੰਗਾਂ 'ਚ ਹੈ। ਬਿਲਕੁਲ ਜੀ, ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਜ਼ਰੂਰ ਕਰਾਂਗੇ। ਬਿਲਕੁਲ ਆਪਾਂ ਗੱਲਬਾਤ ਕਰਾਂਗੇ, ਖੁੱਲ ਕੇ ਗੱਲਬਾਤ ਕਰਾਂਗੇ ਕਿ ਜੇ ਹਰੇਕ ਚੀਜ਼ ਦੀ ਟਰੈਕਿੰਗ ਹੋ ਸਕਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਟਰੈਕਿੰਗ ਕਿਉਂ ਨਹੀਂ, ਬਿਲਕੁਲ ਪਤਾ ਲੱਗੇਗਾ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੇ ਅੱਜ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੈ ਇਹ ਜ਼ਰੂਰ ਤੁਸੀਂ ਪਸੰਦ ਕੀਤਾ ਹੋਵੇਗਾ। ਇਹਦੀ ਫੀਡਬੈਕ ਜ਼ਰੂਰ ਦਿੰਦੇ ਰਿਹਾ ਕਰੋ। ਤੁਸੀਂ ਸਮਾਂ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਬੁਲਾਇਆ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹ ਸਨ ਮੇਰੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ, ਤੇ ਸਾਡੇ ਨਾਲ ਪੰਜਾਬ ਦੀ ਧਰਤੀ ਤੋਂ ਕਿਰਨਜੋਤ ਕੌਰ ਜੀ, ਬੀਬੀ ਕਿਰਨਜੋਤ ਕੌਰ ਜੀ ਉਹਨਾਂ ਨੇ ਸਾਂਝ ਪਾਈ। ਤੇ ਮਾਫੀ ਚਾਹੁੰਦੇ ਹਾਂ, ਤੁਹਾਡੀਆਂ ਲਾਈਵ ਕਾਲਸ ਨਹੀਂ ਲੈ ਸਕੇ, ਤੁਸੀਂ ਬਹੁਤ ਸਾਰੀਆਂ ਸਾਨੂੰ ਕਾਲਸ ਕਰ ਰਹੇ ਸੀ, ਪਰ ਕਈ ਵਾਰੀ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਤੇ ਉੱਤੇ ਡਿਬੇਟ ਕਰਨੀ, ਗੱਲਬਾਤ ਕਰਨੀ ਜ਼ਿਆਦਾ ਜ਼ਰੂਰੀ ਹੁੰਦੀ ਆ। ਪਰ ਤੁਸੀਂ ਸਾਨੂੰ ਈਮੇਲ ਦੇ ਰਾਹੀਂ ਫੀਡਬੈਕ ਜ਼ਰੂਰ ਦਿਆ ਕਰੋ, ਤੁਸੀਂ ਸਾਡੇ ਆਫਿਸ ਦੇ ਵਿੱਚ ਫੋਨ ਕਰਕੇ ਫੀਡਬੈਕ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਸਾਡਾ ਖਬਰਸਾਰ ਪ੍ਰੋਗਰਾਮ ਕਿਵੇਂ ਦਾ ਲੱਗਦਾ। ਸੋ ਕੱਲ ਮੇਰੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ, ਤੇ ਕੱਲ ਵੀ ਸਾਡੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਸ਼ਾਮਲ ਹੋਣਗੇ। ਕਿਸੇ ਹੋਰ ਵਧੀਆ ਅਸੀਂ ਗੱਲਬਾਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਖਿਆਲ ਰੱਖਿਓ ਤੁਸੀਂ। ਮੈਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ ਜੀ।